वाहिगुरू जी का खालसा वाहिगुरू जी की फतेह अस्सलाम वालेकुम आदाब बर्ज महा ਤੁਹਾਡੀ ਹੋਸਟ ਅਨਿਲ ਮੁਖੋਟ ਮੈਂ ਚਵੀਰੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 30 मई 2023 17 जेठ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ ਫਿਲਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨਾਲ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਵੀਰ ਜਰਨੈਲ ਸਿੰਘ ਨਾਹਲ ਅਤੇ ਬਲਵਿੰਦਰ ਸਿੰਘ ਕੰਗਜੀਰਾ ਵੱਲੋਂ। ਸੋਨਾ ਨੇ ਬੇਨਤੀ ਕੀਤੀ ਹੈ ਕਿ ਅਸੀਂ ਕੌਮੀ ਹਿੱਤਾਂ ਨੂੰ ਮੁੱਖ ਰੱਖੀਏ ਤੇ ਆਪਸੀ ਵਖਰੇਵਿਆਂ ਕਾਰਨ ਕੌਮੀ ਪੱਖ ਤੋਂ ਜਿਹੜਾ ਨੁਕਸਾਨ ਨਾ ਕਰਵਾ ਬੈਠੀਏ। ਮੋਦੀ ਕਿਹਾ ਨੇ ਪਾਰਲੀਮੈਂਟ ਦੇ ਉਦਘਾਟਨ ਨਾਲ ਸਿੱਧਾ ਦੱਸ ਦਿੱਤਾ ਹੈ ਕਿ ਹੁਣ ਅਸੀਂ ਮੁਲਕ ਦੇ ਬਾਦਸ਼ਾਹ ਹਾਂ ਅਤੇ ਸਾਰਿਆਂ ਨੂੰ ਹਿੰਦੂਤਵ ਦੇ ਜਿਹੜੇ ਝੰਡੇ ਹੇਠ ਹੀ ਆਉਣਾ ਪੈਣਾ। ਸੋ ਸਾਡੇ ਲਈ ਚੁਣੌਤੀ ਵੱਡੀ ਹੈ ਅਤੇ ਅਸੀਂ ਜਿਹੜਾ ਆਪਸੀ ਤਾਲਮੇਲ ਅਤੇ ਸਾਂਝ ਨਾਲ ਹੀ फाइट कर सकते हैं तो नहीं तो आप इदा ही भईयां कोलों कुट खाते रहांगे। सो अज दी स्पॉन्सरशिप लई असीं वीर जरनैल सिंह नाहल अते वीर बलविंदर सिंह कंग होरां दा तहे दिल तों धन्नवाद करदे हां और तुहानूं भी अपील ते बेनती करदे हां कि तुसीं प्रोग्राम सच्चो सच नूं वध तों वध स्पॉन्सर करो। स्पॉन्सरशिप लई तुसीं सानूं कॉल कर सकदे साडे फोन नंबर ते 5166191984 सेम नंबर ते WhatsApp कर सकदे हो। तुसीं सानूं ईमेल भी कर सकदे हो info@tv84.tv ते। सो व्यूअर्स पहले सैगमेंट दे विच आपां गलबात करन जा रहे हां पार्लीमेंट उद्घाटन उस बारे कि 28 मई ਨੂੰ ਭਾਰਤੀ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦੀ ਚੱਠ ਦਾ ਜਿਹੜਾ ਸਮਾਗਮ ਹੈ ਅਸਲ ਵਿੱਚ ਹਿੰਦੂ ਰਾਸ਼ਟਰ ਦੇ ਪਹਿਲੇ ਸਮਰਾਟ ਨਰਿੰਦਰ ਮੋਦੀ ਦਾ ਰਾਜ ਤਿਲਕ ਸਮਾਗਮ ਹੋ ਨਿਬੜਿਆ। ਸੋ ਅਦਨੰਗੇ ਬ੍ਰਾਹਮਣਾਂ ਨੇ ਵੈਦ ਮੰਤਰਾਂ ਦੇ ਉਚਾਰਨ ਨਾਲ ਮੋਦੀ ਦੇ ਹੱਥ ਵਿੱਚ ਸੰਗੋਲ ਡੰਡਾ ਫੜਾ ਕੇ ਸੰਸਦ ਵਿੱਚ ਜਿਹੜਾ ਪ੍ਰਵੇਸ਼ ਕੀਤਾ। ਸੋ ਮੋਦੀ ਨੇ ਡੰਡੇ ਵਾਂਗ ਜ਼ਮੀਨ ਤੇ ਲੰਮੇ ਪੈ ਕੇ ਬ੍ਰਾਹਮਣਾਂ ਨੂੰ ਨਮਸਕਾਰ ਕੀਤਾ ਔਰ ਸੈਂਕੜਿਆਂ ਕੈਮਰਿਆਂ ਦੀਆਂ ਰੋਸ਼ਨੀਆਂ ਵਿੱਚ ਦੁਨੀਆ ਨੂੰ ਸਪਸ਼ਟ ਸੁਨੇਹਾ ਦਿੱਤਾ ਗਿਆ ਕਿ ਹੁਣ ਹਿੰਦੂਤਵਾ ਦੀ ਵਿਚਾਰਧਾਰਾ ਵਾਲੇ ਰਾਜਿਆਂ ਦਾ ਦੌਰ ਜਿਹੜਾ ਉਹ ਸ਼ੁਰੂ ਹੋ ਗਿਆ ਔਰ ਮੋਦੀ ਦੇ ਰਾਜ ਤਿਲਕ ਵਾਲਾ ਦਿਨ ਅਸਲ ਵਿੱਚ ਹਿੰਦੂਤਵੀ ਵਿਚਾਰਧਾਰਾ ਵਾਲੇ ਜਨਮਦਾਤਾ ਸਾਵਰਕਰ ਦਾ ਜਨਮ ਦਿਨ ਵੀ ਸੀ। ਸੋ ਇਸ ਦਿਨ ਨੂੰ ਇਸੇ ਲਈ ਚੁਣਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो सब तो पहला तो अज के प्रोग्राम नूं स्पॉन्सर करने लई असीं डालस टैक्सस तो वीर जरनैल सिंह नाल ते वीर बलविंदर सिंह कंग उन्हां दा शुक्रिया अदा करदे। अच्छा जिवें जदों साडा टैक्सस दौरा सी सारी टीम दा सो ज़ाहिर है बहुत सारे वीर भैणां ने आके मुलाकात भी कीती और साडे वीरां वल्लों लोकल एफर्ट करके टीवी 84 दा फंड रेजिंग भी सी ਉਸ ਦੇ ਵਿੱਚ ਨਾ ਵੀਰਾਂ ਨੇ ਵੀ ਜਿਹੜਾ ਹੈ ਉਹ ਬੜਾ ਜਨਰਲਸਲੀ ਕੰਟਰੀਬਿਊਟ ਕੀਤਾ ਅੱਛਾ ਔਰ ਜਿਵੇਂ ਉਹਨਾਂ ਦਾ ਮੈਸੇਜ ਵੀ ਹੈ ਹੁਣ ਤਾਂ ਪਿਛਲੇ ਬੇਸ਼ੱਕ ਕੱਲ ਅਸੀਂ ਪ੍ਰੋਗਰਾਮ ਨਹੀਂ ਸੀ ਕੀਤਾ ਅਮਰੀਕਾ ਦੇ ਵਿੱਚ ਕੱਲ ਮੈਮੋਰੀਅਲ ਡੇ ਸੀ ਸੋ ਸਾਰੇ ਜੇ ਅਮਰੀਕਾ ਵਾਲੇ ਆਪਣੇ ਸਿਵਲ ਵਾਰ ਦੇ ਹੀਰੋਜ਼ ਦੀਆਂ ਕਬਰਾਂ ਤੇ ਜਾ ਕੇ ਉਹਨਾਂ ਨੂੰ ਯਾਦ ਕਰ ਰਹੇ ਸੀ ਤੇ ਮੈਨੂੰ ਵੀ ਲੱਗਿਆ ਭਾਈ ਸਾਡੇ ਲਈ ਵੀ ਸਾਡੀਆਂ ਯਾਦਾਂ ਚੋਣ ਵਾਲੇ ਉਹ ਜੁਝਾਰੂ ਸਿੰਘ ਸਿੰਘਣੀਆਂ ਬੀਤੇ ਦੇ ਇਤਿਹਾਸ ਦੇ ਤਾਂ ਅਸੀਂ ਯਾਦ ਕਰਦੇ ਹੀ ਹਾਂ ਪਰ ਇਹਨਾਂ 4 ਦਹਾਕਿਆਂ ਦੇ ਵਿੱਚ ਜਿਨ੍ਹਾਂ ਨੇ ਕੌਮੀ ਅਣਖ ਗੈਰਤ ਲਈ ਆਪਣਾ ਆਪ ਕੁਰਬਾਨ ਕੀਤਾ ਹੈ ਉਹਨਾਂ ਦੀ ਯਾਦ ਵਿੱਚ ਅਸੀਂ ਵੀ ਜੁੜੀਏ। ਬਿਲਕੁਲ ਹਾਲਾਂ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਕਾਲ ਕਰਕੇ ਜਾਣਨਾ ਚਾਹਿਆ ਕਿ ਸਭ ਠੀਕ ਠਾਕ ਚੱਲ ਰਿਹਾ ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਵੇਲੇ बेशक ये 2-3 दिन अमरीका दे विच तां इहनूं लॉन्ग वीकेंड कहंदे ने कईयां लई ये हॉलीडे सीजन हुंदा पर अमरीका च
ਸਿਵਲ ਵਾਰ ਦੇ ਐਂਡ ਤੋਂ ਬਾਅਦ ਇਹ ਇੱਕ ਟ੍ਰੈਡੀਸ਼ਨ ਸ਼ੁਰੂ ਹੋਈ ਸੀ ਕੁਝ ਸਾਲਾਂ ਬਾਅਦ, ਬਿਲਕੁਲ, ਜਿਹਦੇ ਚ ਕਿ ਕਿਉਂਕਿ ਕੱਲੀਆਂ 20,000 ਦੇ ਕਰੀਬ ਜਿਹੜੀਆਂ ਗ੍ਰੇਵਸ ਨੇ ਉਹ ਵਰਜੀਨੀਆ ਦੀ ਸੈਮੈਟਰੀ ਚ ਨੇ। ਔਰ ਇਸ ਬਾਰੇ ਹਾਲਾਂ ਦੋ ਰਾਵਾਂ ਨੇ ਕਿ ਵੀ ਇਹ ਮੈਮੋਰੀਅਲ ਡੇ ਨਿਊਯਾਰਕ ਚੋਂ ਸ਼ੁਰੂ ਹੋਇਆ ਜਾਂ ਸ਼ਿਕਾਗੋ ਚੋਂ ਹੋਇਆ ਜਾਂ ਕਿਵੇਂ ਹੋਇਆ। ਬਹੁਤ ਘੱਟ ਲੋਕ ਖਾਸ ਤੌਰ ਤੇ ਜਿਹੜੇ ਅਮਰੀਕਾ ਤੋਂ ਬਾਹਰ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਅਮਰੀਕਾ 'ਚ ਇੱਕ ਤਾਂ ਰੈਵੋਲੂਸ਼ਨਰੀ ਵਾਰ ਹੈ ਜਿਹੜੀ ਜਦੋਂ ਅਸੀਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ ਗੱਲ ਕਰਦੇ ਹਾਂ 4 ਜੁਲਾਈ 1776 ਦੀ, ਸੋ ਉਹਨੂੰ ਰੈਵੋਲੂਸ਼ਨਰੀ ਵਾਰ ਕਿਹਾ ਜਾਂਦਾ ਹੈ ਕਿਉਂਕਿ ਅਗਲੇ 4-5 ਸਾਲ ਫਿਰ ਜਿਹੜੀ ਅਮਰੀਕਨਾਂ ਦੀ ਲੜਾਈ ਸੀ ਉਹ ਬ੍ਰਿਟਿਸ਼ ਅੰਪਾਇਰ ਨਾਲ ਸੀ, ਬ੍ਰਿਟਿਸ਼ ਸੋਲਜਰਸ ਨਾਲ ਸੀ, ਕਿਉਂਕਿ 13 ਕਾਲੋਨੀਜ਼ ਜਿਨ੍ਹਾਂ ਨੇ ਅਮਰੀਕਾ ਦੇ ਫਾਊਂਡੇਸ਼ਨ ਰੱਖੀ, ਆਪਣੇ ਆਪ ਨੂੰ ਉਹਨਾਂ ਨੇ ਬ੍ਰਿਟਿਸ਼ ਬਸਤੀਵਾਦ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ ਸੀ। ਲੇਕਿਨ ਲਗਭਗ ਇੱਕ ਸਦੀ ਬਾਅਦ ਫਿਰ 1860 ਤੱਕ ਪਹੁੰਚਦੇ ਆ ਦੂਸਰੀ ਜਿਹੜੀ ਵੱਡੀ ਲੜਾਈ ਜਿਹਦੇ 'ਚ ਜ਼ਿਆਦਾ ਲੋਕ ਮਾਰੇ ਗਏ ਪਹਿਲੀ ਰੈਵੋਲੂਸ਼ਨਰੀ ਵਾਰ ਨਾਲੋਂ ਵੀ, ਉਹ ਸਿਵਲ ਵਾਰ ਸੀ ਅਮਰੀਕਾ ਦੇ ਵਿੱਚ, ਜਿਹਦਾ ਮੁੱਖ ਮੁੱਦਾ ਸਲੇਵਰੀ ਸੀ, ਗੁਲਾਮੀ। ਜਦੋਂ ਕਿ ਸਾਊਥ ਦੀਆਂ ਸਟੇਟਾਂ ਗੁਲਾਮੀ ਰੱਖਣਾ ਚਾਹੁੰਦੀਆਂ ਸੀ ਔਰ ਨਾਰਥ ਦੀਆਂ ਜਿਹੜੀਆਂ ਨੇ ਗੁਲਾਮੀ ਐਬੋਲਿਸ਼ ਕਰਨਾ ਚਾਹੁੰਦੀਆਂ ਸੀ, ਉਹ ਆਪਸ ਦੇ ਵਿੱਚ ਭਰਾਵਾਂ ਦੇ ਨਾਲ ਭਿੜੇ ਔਰ ਉਸ ਦੇ ਵਿੱਚ ਬਹੁਤ ਵੱਡਾ ਦੋਨੋਂ ਪਾਸਿਓਂ ਹੀ ਜਾਨੀ ਨੁਕਸਾਨ ਹੋਇਆ ਸੀ। ਔਰ ਅਬਰਾਹਮ ਲਿੰਕਨ ਉਸ ਵੇਲੇ ਪ੍ਰੈਜ਼ੀਡੈਂਟ ਸੀ। ਬੇਸ਼ੱਕ ਉਸ ਲੜਾਈ ਦੇ ਵਿੱਚ ਨਾਰਥ ਦੀ ਜਿੱਤ ਹੋਈ, ਸਲੇਵਰੀ ਖਤਮ ਹੋਈ। ਸਲੇਵਰੀ ਖਤਮ ਕਰਨ ਵਾਲਾ ਜਿਹੜਾ ਡੈਕਲੇਰੇਸ਼ਨ ਹੈ, ਪ੍ਰੋਕਲੇਮੇਸ਼ਨ, ਉਹ ਲਿੰਕਨ ਨੇ ਕੀਤਾ। ਹਾਲਾਂਕਿ ਇਸ ਜਿੱਤ ਤੋਂ ਬਾਅਦ ਜਦੋਂ ਉਹ ਇੱਕ ਨਾਟਕ ਦੇਖਣ ਗਿਆ ਆਪਣੀ ਵਾਈਫ ਦੇ ਨਾਲ, ਉੱਥੇ ਉਹਨੂੰ ਸ਼ੂਟ ਕਰਕੇ ਮਾਰ ਦਿੱਤਾ ਸੀ ਅਬਰਾਹਮ ਲਿੰਕਨ। ਲੇਕਿਨ ਇਹ ਜਿਹੜਾ ਮੈਮੋਰੀਅਲ ਡੇ ਦੀ ਸ਼ੁਰੂਆਤ ਹੁੰਦੀ ਹੈ ਕਿ ਜਿਹਦੇ 'ਚ ਉਹਨਾਂ ਨੂੰ ਯਾਦ ਕਰਨਾ ਜਿਨ੍ਹਾਂ ਨੇ, ਕਿਉਂਕਿ ਇਹ ਵਿਦਨ ਇਹਦੇ 'ਚ ਕਿਉਂਕਿ ਇੱਕ ਸਬਕ ਸਾਡੇ ਲਈ ਵੀ ਹੈ। ਜਦੋਂ ਮੁਲਕ ਦੇ ਵਿੱਚ ਇੱਕ ਪਾਸੇ ਸੀ ਜਦੋਂ ਅਸੀਂ ਬ੍ਰਿਟਿਸ਼ ਕਲੋਨੀਅਲਸ ਦੇ ਖਿਲਾਫ ਲੜੇ ਜੀ 1849 ਤੋਂ ਬਾਅਦ, ਦੂਸਰਾ ਹਿੱਸਾ 19ਵੀਂ ਸਦੀ ਦਾ ਤੇ 20ਵੀਂ ਸਦੀ ਦੇ ਅੱਧ ਤੱਕ, ਉਸ ਤੋਂ ਪਹਿਲਾਂ ਅਸੀਂ ਮੁਗਲ ਸਾਮਰਾਜ ਦੇ ਨਾਲ ਲੜੇ। ਪਰ ਅੱਜ ਜਿਹੜੀ ਸਾਡੀ 75 ਸਾਲ ਦੀ ਲੜਾਈ ਹੈ ਉਹ ਠੀਕ ਇਵੇਂ ਹੀ ਹੈ ਜਿਵੇਂ ਕਿ ਮੈਮੋਰੀਅਲ ਡੇ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਹੈ। ਉਹ ਲੋਕ ਜਿਹੜੇ ਸਮਝਦੇ ਸੀ ਕਿ ਵੀ ਅਸੀਂ ਬ੍ਰਿਟਿਸ਼ ਕਲੋਨੀਅਲਸ ਤੋਂ ਤਾਂ ਰੈਵੋਲੂਸ਼ਨਰੀ ਵਾਰ ਲੜ ਕੇ ਆਜ਼ਾਦੀ ਲਈ ਇਸ ਮੁਲਕ ਦੀਆਂ ਫਾਊਂਡੇਸ਼ਨਸ, ਲਿਬਰਟੀ, ਪਰਸੂਟ ਆਫ ਹੈਪੀਨੈਸ, ਜਸਟਿਸ, ਇਹ ਸਾਰੇ ਦੇ ਉੱਤੇ ਰੱਖੀਆਂ ਗਈਆਂ। ਪਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇੱਥੇ ਵੀ ਇੱਕ ਕਲਾਸ ਜਿਹੜੀ ਹੈ ਉਹ ਇਨਸਾਨ ਨੂੰ ਬਰਾਬਰ ਦਾ ਇਨਸਾਨ ਨਹੀਂ ਸਮਝਦੀ। ਉਹ ਗੁਲਾਮੀ ਨੂੰ, ਜਿਹੜੀ ਸਲੇਵਰੀ ਜਿਸ ਦੇ ਵਿੱਚ ਬਹੁਤ ਸਾਰੇ ਅਫਰੀਕਨ ਅਮਰੀਕਨ ਜਿਵੇਂ ਸ਼ਿਪਸ ਦੇ ਉੱਤੇ ਲਿਆਂਦਾ ਜਾਂਦਾ ਸੀ, ਉਹਨਾਂ ਨੂੰ ਇੱਕ ਵੱਡਾ ਵਪਾਰ ਸੀ, ਇਸ ਦੇ ਵਿੱਚ ਮਨੀ ਇਨਵੋਲਵ ਸੀ। ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੈਸਟਰਨ ਜਿਹੜਾ ਉਹ ਕਾਰਪੋਰੇਟ ਅਮਰੀਕਾ ਹੋਏ ਜਾਂ ਯੂਰਪ ਦੀਆਂ ਉਹ ਵੱਡੀਆਂ ਕੰਪਨੀਆਂ ਔਰ ਵੱਡੇ ਵੱਡੇ ਅਦਾਰੇ ਜਿਹੜੇ ਭਾਰਤ ਦੇ ਨਾਲ ਇਹ ਦੇਖਦਿਆਂ ਹੋਇਆਂ ਵੀ ਕਿ ਉੱਥੇ ਕੀ ਚੱਲ ਰਿਹਾ, ਉੱਥੇ ਮਾਈਨੋਰਟੀਜ਼ ਦੇ ਉੱਤੇ ਕਿੰਨੇ ਜ਼ੁਲਮ ਹੋ ਰਹੇ ਨੇ, ਉੱਥੇ ਕਿਵੇਂ ਉਹ ਮੁਸਲਮਾਨ, ਈਸਾਈ, ਸਿੱਖ, ਦਲਿਤ, ਆਦੀਵਾਸੀ ਕਿਵੇਂ ਸਫਰ ਕਰ ਰਹੇ ਨੇ, ਕਿਵੇਂ ਨਰਿੰਦਰ ਮੋਦੀ ਦਾ ਰਜੀਮ ਬਿਲਕੁਲ ਜਿਹੜਾ ਹੈ ਉਹ ਨਾਜ਼ੀਆਂ ਦੀ ਤਰਜ਼ ਦੇ ਉੱਤੇ ਹੈ। ਲੇਕਿਨ ਇਹਦੇ ਬਾਵਜੂਦ ਜਿਵੇਂ ਇੱਕ ਤਬਕਾ ਅਮਰੀਕਾ ਦਾ ਸਾਈਜ਼ੇਬਲ ਤਬਕਾ ਸਲੇਵਰੀ ਦੀ ਹਮਾਇਤ ਕਰਦਾ ਸੀ, ਉਹ ਲੜਨ ਮਰਨ ਦੇ ਉੱਤੇ ਆ ਗਏ ਜਿਵੇਂ। ਔਰ ਇਹ ਗੱਲ ਕੱਲੀ ਇਹ ਨਹੀਂ ਸੀ ਕਿ ਵੀ 1860 ਵਿੱਚ ਸਲੇਵਰੀ ਅਮਰੀਕਾ 'ਚ ਖਤਮ ਹੋਈ। ਅਸੀਂ ਈਵਨ 20ਵੀਂ ਸਦੀ ਦੇ ਦੂਸਰੇ ਹਿੱਸੇ ਤੱਕ ਪਹੁੰਚਦੇ ਹਾਂ, ਦੇਖਦੇ ਹਾਂ ਕਿ ਕਿਵੇਂ ਸਾਊਥ ਅਫਰੀਕਾ ਦੇ ਵਿੱਚ ਅਪਾਰਥਾਈਡ ਵੀ ਇਹੀ ਸੀ ਕਿ ਜਿੱਥੇ ਗੋਰਿਆਂ ਨੇ ਆਪਣੇ ਲਈ ਅੱਡ ਕਾਨੂੰਨ ਬਣਾਏ ਹੋਏ ਸੀ ਕਿਉਂਕਿ ਅਸੀਂ ਸੁਪੀਰੀਅਰ ਰੇਸ ਹੈ, ਔਰ ਦੂਸਰੇ ਜਿਹੜੇ ਨੇ ਉਹ ਗੁਲਾਮ ਉਹਨਾਂ ਨੂੰ ਸਮਝਿਆ ਜਾਂਦਾ ਸੀ, ਕਾਲਿਆਂ ਨੂੰ। ਔਰ ਕਿਵੇਂ ਈਵਨ ਨੈਲਸਨ ਮੰਡੇਲਾ ਵਰਗਾ 27-28 ਸਾਲ ਜੇਲ੍ਹ 'ਚ ਡੱਕਿਆ ਔਰ ਕਿੰਨੇ ਜ਼ੁਲਮ ਹੋਏ ਕਾਲਿਆਂ ਦੇ ਉੱਤੇ। ਇਹ ਅਸੀਂ ਆਪਣੀਆਂ ਯਾਦਾਂ, ਜਦੋਂ ਅਮਰੀਕਾ 'ਚ ਮੈਂ ਆਇਆ ਉਸ ਤੋਂ ਬਾਅਦ ਮੈਂ ਦੇਖਿਆ ਜਦੋਂ ਨੈਲਸਨ ਮੰਡੇਲਾ ਦੀ ਰਿਲੀਜ਼ ਹੋਈ ਔਰ ਨੈਲਸਨ ਮੰਡੇਲਾ ਦਾ ਪਹਿਲਾ ਇੰਟਰਵਿਊ ਟੈਡ ਕੋਪਲ ਜਿਹੜਾ ਇੱਕ ਇੱਥੇ ਹੌਟਲਾਈਨ ਨਾਈਟ ਲਾਈਨ ਪ੍ਰੋਗਰਾਮ ਹੁੰਦਾ ਸੀ ਉਸ ਦੇ ਉੱਤੇ ਆਇਆ। ਸੋ ਇਹ ਜਦੋਂ ਅਸੀਂ ਇਸ ਮੈਮੋਰੀਅਲ ਡੇ ਦੀ ਗੱਲ ਕਰਦੇ ਹਾਂ ਤਾਂ ਫਿਰ ਜ਼ਾਹਰ ਹੈ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਵੀ ਜੰਗ ਹਮੇਸ਼ਾ ਬਾਹਰਲੇ ਆਕੂਪਾਇਰਸ ਦੇ ਖਿਲਾਫ ਹੀ ਲੜੀ ਜਾਂਦੀ ਹੈ ਜਾਂ ਬਾਹਰਲੇ ਹਮਲਾਵਰ ਆ ਕੇ ਜਾਂ ਅੰਗਰੇਜ਼ 7 ਸਮੁੰਦਰੋਂ ਪਾਰ ਆ ਕੇ ਉਹਨਾਂ ਨੇ ਸਾਡਾ ਹੋਮਲੈਂਡ ਕਾਬੂ ਕੀਤਾ ਸੀ। ਤੁਸੀਂ ਆਪਣੇ ਸਿਸਟਮ ਦੇ ਵਿੱਚ ਵੀ ਜਿਹੜੇ ਲੋਕ ਧੱਕਾ ਕਰਦੇ ਨੇ, ਹਿੰਦੂਤਵਾ ਕੀ ਹੈ? ਹਿੰਦੂਤਵਾ ਇੱਕ ਬਿਲਕੁਲ ਨਾਜ਼ੀ ਆਈਡੀਓਲੋਜੀ ਦੀ ਤਰਜ਼ ਦੇ ਉੱਤੇ
ਹਿੰਦੂ ਸੁਪਰਾਮੇਸੀ ਦੀ ਗੱਲ। ਹਿੰਦੂ ਸੁਪਰਾਮੇਸੀ ਕੀ ਹੈ? ਬ੍ਰਾਹਮਣ ਸੁਪਰਾਮੇਸੀ। ਬ੍ਰਾਹਮਣ ਸੁਪਰਾਮੇਸੀ ਦੀਆਂ ਜੜ੍ਹਾਂ ਕਿੱਥੇ ਨੇ? ਉਹ ਅਸੀਂ ਦੇਖਦੇ ਹਾਂ ਕਿ ਲਗਭਗ 3500 ਸਾਲ ਪਹਿਲਾਂ ਰਿਗ ਵੇਦ ਦੇ ਨਾਲ ਜਿਹੜਾ ਮਜ਼ਹਬ, ਜਿਹਨੂੰ ਅੱਜ ਇਹ ਸਨਾਤਨ ਕਹਿੰਦੇ ਨੇ, ਪਰ ਉਹ ਵੈਦਿਕ ਮਜ਼ਹਬ ਦੇ, ਕਿਉਂਕਿ ਵੇਦਾਂ ਨਾਲ ਜੁੜਿਆ ਹੋਇਆ ਧਰਮ, ਜਿਸ ਵਿੱਚ ਜ਼ਾਤ ਪਾਤ, ਜਿਹਨੂੰ ਵਰਣ ਵਿਵਸਥਾ ਕਹਿੰਦੇ ਨੇ। ਵਰਣ ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਕਲਰ, ਰੰਗ, ਕਿ ਰੰਗ ਤੇ ਆਧਾਰਿਤ, ਕਿਉਂਕਿ ਜਿਹੜੀ ਇਹ ਪਹਿਲਾਂ ਸ਼ੁਰੂ ਹੁੰਦੀ ਹੈ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਇਸ ਦੀ ਸ਼ੁਰੂਆਤ ਹੁੰਦੀ ਹੀ ਇਸ ਤਰ੍ਹਾਂ ਕਿ ਜਿਹੜੇ ਇਹ ਆਰੀਅਨ, ਉਹੀ ਵਾਈਟ ਸੁਪਰਾਮੈਸਿਸਟ ਜਿਹੜੇ ਅੱਜ ਬਣੇ ਹੋਏ ਨੇ, ਔਰ ਜਿਹੜੇ ਮੋਦੀ ਦੇ ਔਰ ਇਹ ਸਾਰੀ ਵਿਚਾਰਧਾਰਾ ਦੇ ਸਮਰਥਕ ਨੇ, ਉਹ ਅਮਰੀਕਾ ਹੋਏ, ਯੂਕੇ ਹੋਏ, ਆਸਟ੍ਰੇਲੀਆ ਹੋਏ, ਉਸ ਦੇ ਵਿੱਚ ਉਹਦੇ ਨਾਲ ਖਲੋਣ ਵਾਲੇ ਨੇ। ਇਹੀ ਲੋਕਾਂ ਨੇ ਜਦੋਂ ਉਸ ਧਰਤੀ ਦੇ ਜਾਇਆਂ ਨੂੰ, ਉਹਨਾਂ ਲੋਕਾਂ ਨੂੰ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਜਿਹੜੇ ਡ੍ਰੈਵਿਡਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਪੰਜਾਬੀ 'ਚ ਅਸੀਂ ਦਰਾਵੜ ਕਹਿੰਦੇ ਹਾਂ, ਦਰਾਵੜ ਮੂਲ ਦੇ ਲੋਕਾਂ ਨੂੰ ਸਬਡਿਊ ਕੀਤਾ, ਜਿਨ੍ਹਾਂ ਦੀਆਂ ਜੇ ਤੁਸੀਂ ਅੱਜ ਵੀ ਜਿਹੜੇ 5 ਸੂਬੇ ਨੇ ਭਾਰਤ ਦੇ, ਤਮਿਲਨਾਡੂ ਔਰ ਕਰਨਾਟਕਾ ਔਰ ਤੇਲੰਗਾਨਾ ਔਰ ਕੇਰਲਾ ਔਰ ਆਂਧਰਾ, ਉਹਨਾਂ ਦੀਆਂ ਸ਼ਕਲਾਂ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਕਿਵੇਂ ਇੱਕ ਵੱਖਰੀ ਰੇਸ ਹੈ, ਵੱਖਰੀ ਨਸਲ ਹੈ। ਸੋ ਇਹਨਾਂ ਨੇ ਜਦੋਂ ਆਪਣੇ ਆਪ ਨੂੰ ਡੋਮੀਨੇਟ ਕਰਕੇ ਉਹਨਾਂ ਨੂੰ ਸਲੇਵ ਬਣਾਇਆ, ਸੋ ਵਰਣ ਆਸ਼ਰਮ ਦਾ ਮਤਲਬ ਹੀ ਇਹ ਸੀ ਕਿ ਰੰਗ ਦੇ ਆਧਾਰਿਤ ਉਹਨਾਂ ਦੀ ਡਿਵੀਜ਼ਨ, ਉਹ ਸਾਰੇ ਸ਼ੂਦਰ ਬਲਾਕ 'ਚ ਰੱਖੇ ਗਏ। ਉਹਨਾਂ 'ਚੋਂ ਵੀ ਜਿਹੜੇ ਅੱਗੋਂ ਰਹਿਣ ਵਾਲੇ ਸੀ ਉਹਨਾਂ ਨੂੰ ਜਿਵੇਂ ਅੱਜ ਟਰਾਈਬਲ ਜਾਂ ਦੂਜੇ ਕਿਹਾ ਜਾਂਦਾ ਹੈ। ਫਿਰ ਜਿਹੜੇ ਇਨ ਬਿਟਵੀਨ ਜਿਹੜੀਆਂ ਸਦੀਆਂ ਉਸ ਤੋਂ ਬਾਅਦ ਸ਼ੁਰੂ ਹੋਈਆਂ ਸੈਂਟਰਲ ਏਸ਼ੀਆ ਤੋਂ ਜਾਂ ਬਾਕੀ ਥਾਵਾਂ ਤੋਂ ਜਿਹੜੀ ਮਾਈਗ੍ਰੇਸ਼ਨ ਹੁੰਦੀ ਗਈ, ਉਹ ਕਸ਼ਤਰੀ ਤੇ ਵੈਸ਼ ਦੇ ਵਿੱਚ ਫਿੱਟ ਹੁੰਦੀ ਗਈ। ਔਰ ਇੱਕ ਪਿਛਲੇ ਦਿਨਾਂ 'ਚ ਮੈਂ ਇੱਕ ਸਕਾਲਰ ਦੀ ਗੱਲ ਸੁਣ ਰਿਹਾ ਸੀ, ਉਹਨੇ ਇਹਨਾਂ ਚਾਰੋਂ ਵਰਗਾਂ ਨੂੰ ਇਹਨਾਂ ਖੂਬਸੂਰਤ ਡਿਫਾਈਨ ਕੀਤਾ। ਉਹਨੇ ਕਿਹਾ ਵੀ ਜਿਹੜਾ ਮੰਗ ਕੇ ਖਾਏ, ਦੂਸਰਿਆਂ ਦੀ ਕਮਾਈ ਖਾਏ, ਉਹ ਬ੍ਰਾਹਮਣ, ਜਿਹੜਾ ਖੋ ਕੇ ਖਾਏ ਉਹ ਕਸ਼ਤਰੀ, ਜਿਹੜਾ ਹੀਰਾ ਫੇਰੀ ਬੇਈਮਾਨੀ ਨਾਲ ਖਾਏ ਵਪਾਰੀ, ਵੈश्य, ਤੇ ਜਿਹੜਾ ਅਸਲ 'ਚ ਮਿਹਨਤ ਕਰੇ, ਕਮਾਈ ਕਰੇ, ਕਿਰਤੀ ਕਰੇ, ਉਹ ਕਿਰਤ ਕਰਕੇ ਖਾਏ, ਉਹ ਸ਼ੂਦਰ। ਹੁਣ ਸ਼ੂਦਰ ਨੂੰ ਸਭ ਤੋਂ ਥੱਲੜੇ ਲੈਡਰ ਤੇ ਲਿਆ ਕੇ ਰੱਖਿਆ। ਔਰ ਜੇ ਤੁਸੀਂ ਧਿਆਨ ਨਾਲ ਇਹਨਾਂ 3,500 ਸਾਲ ਦਾ ਇਤਿਹਾਸ ਦੇਖੋਗੇ, ਕਿਉਂਕਿ ਅੱਜ ਅਸੀਂ ਪਹਿਲੇ ਸ਼ੁਰੂਆਤੀ ਦੌਰ 'ਚ ਗੱਲ ਇਸ ਲਈ ਕਰ ਰਹੇ ਹਾਂ, ਜਿਹੜਾ ਮੈਸੇਜ ਵੀਰ ਜਰਨੈਲ ਸਿੰਘ ਨਾਲ ਔਰ ਬਲਵਿੰਦਰ ਸਿੰਘ ਕਾਂਗੋਰਾ ਨੇ ਵੀ ਦਿੱਤਾ, ਔਰ ਪਿਛਲੇ 72 ਘੰਟੇ ਤੋਂ ਮੇਨ ਖਬਰ ਹੀ ਇਹ ਬਣੀ ਹੋਈ ਹੈ ਕਿ ਜਿਸ ਅੰਦਾਜ਼ ਦੇ ਵਿੱਚ 28 ਮਈ ਨੂੰ ਨਵੇਂ ਸੰਸਦ ਭਵਨ, ਜਿਸ ਨੂੰ ਗ੍ਰੇਟ ਵਿਸਟਾ ਦਾ ਨਾਂ ਦਿੱਤਾ ਗਿਆ, ਉਹਦੇ ਉਦਘਾਟਨ ਦੇ ਨਾਂ ਦੇ ਥੱਲੇ ਜਿਵੇਂ ਚੋਲ ਵੰਸ਼ ਤੋਂ ਬਾਅਦ, ਕਿਉਂਕਿ ਅਸੀਂ ਆਲਰੇਡੀ ਸੰਗੋਲ ਦਾ ਜ਼ਿਕਰ ਕੀਤਾ ਸੀ ਕਿ ਭਾਈ ਉਹਨੂੰ ਲਿਆਂਦਾ ਜਾ ਰਿਹਾ ਹੈ, ਔਰ ਇਹ ਜੀ ਇਲਾਹਾਬਾਦ ਦੇ ਮਿਊਜ਼ੀਅਮ 'ਚੋਂ ਲਿਆਂਦਾ ਹੈ, ਉਹਨੂੰ ਤਾਂ ਲੇਬਲ ਕੀਤਾ ਹੋਇਆ ਸੀ ਵਾਕਿੰਗ ਸਟਿਕ ਦੇ ਤੌਰ ਤੇ, ਨਹਿਰੂ ਨੇ ਉਹਨੂੰ ਆਪਣਾ ਪਰਸਨਲ ਬਣਾ ਲਿਆ ਸੀ। ਤੇ ਇਹ ਕਿਵੇਂ ਉਹ ਝੂਠਾ, ਜਿਵੇਂ ਸਾਰੀ ਹਿੰਦੂ ਤਵੀਆਂ ਨੇ ਇੱਕ ਇਤਿਹਾਸ ਰਚਿਆ। ਔਰ ਅਸੀਂ ਆਪਣੇ ਅਖੀਰਲੇ ਪ੍ਰੋਗਰਾਮ 'ਚ ਫਰਾਈਡੇ ਵਰਜੀਨੀਆ ਜਾਣ ਤੋਂ ਪਹਿਲੇ ਇਹ ਮੈਂਸ਼ਨ ਕੀਤਾ ਸੀ। ਉਦੋਂ ਅਜੇ ਅੰਦਾਜ਼ਾ ਨਹੀਂ ਸੀ, ਕਿਉਂਕਿ ਅਗਲੇ ਦਿਨ ਉਹ ਸਾਰਾ ਜਿਹੜਾ ਉਹ ਨੌਟੰਕੀ ਹੋਣੀ ਸੀ, ਪਰ ਮੈਂ ਇਹ ਜ਼ਰੂਰ ਕਿਹਾ ਸੀ ਕਿ ਵੀ ਇਹ ਕਿਉਂਕਿ ਉਦੋਂ ਤੱਕ ਅਨਫੋਲਡ ਨਹੀਂ ਸੀ ਕੀਤਾ ਗਿਆ ਕਿ ਭਾਈ ਕੀ ਹੋਣਗੀਆਂ ਰਸਮਾਂ। ਨਹੀਂ ਤਾਂ ਯੂਜੂਅਲੀ ਇਹ ਤਾਂ ਹੁੰਦਾ ਹੈ ਕਿ ਵੀ ਕਿਤੇ ਨਾਰੀਅਲ ਤੋੜ ਲਿਆ, ਕਿਤੇ ਮੰਤਰ ਪੜ੍ਹ ਲਏ, ਕੁਝ ਥਾਵਾਂ ਤੇ ਸਾਂਝਾ ਜਿਹਾ ਰੱਖਣ ਲਈ ਜਿਹੜਾ ਉਹ ਭਾਈ ਸੱਦ ਕੇ 2 ਸ਼ਬਦ ਵੀ ਪੜ੍ਹਾ ਲੈਂਦੇ ਸੀ, ਕੋਈ ਮੌਲਾਨਾ ਸੱਦ ਕੇ ਜਿਹੜਾ ਉਸ ਤੋਂ ਕੁਰਾਨ ਦੀਆਂ ਆਇਤਾਂ ਵੀ ਪੜ੍ਹਾ ਲਏ ਪ੍ਰਭਾਵ ਦੇਣ ਲਈ, ਸਰਬ ਸਾਂਝ। ਪਰ ਜਦੋਂ ਸੰਗੋਲ, ਉਹ ਸ਼ਿਵ ਜੀ ਦਾ ਬੈਲ ਨੰਦੀ ਔਰ ਉਹ ਸਾਰਾ, ਤਾਂ ਮੈਨੂੰ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਹ ਜਿਹੜਾ ਇਸ ਈਵਨ ਜਿਹੜੀ ਇਨੋਗ੍ਰੇਸ਼ਨ ਦੇ ਨਾਂ ਥੱਲੇ ਮੁੱਢਲੀ ਰਸਮ ਹੋਏਗੀ, ਉਹਦੇ 'ਚੋਂ ਵੀ ਜਿਹੜਾ ਉਹ ਸਿਰਫ ਤੇ ਸਿਰਫ ਹਿੰਦੂਤਵਾਦੀ ਆਈਡੀਓਲੋਜੀ, ਬ੍ਰਾਹਮਣਵਾਦ ਹੀ ਝਲਕ ਰਿਹਾ ਹੋਏਗਾ। ਔਰ ਐਗਜ਼ੈਕਟਲੀ ਉਹੀ ਕੁਝ ਹੋਇਆ। ਔਰ ਉਸੇ ਤਰ੍ਹਾਂ ਹੀ ਜਿਹੜਾ ਹੈ ਉਹ ਅਧਨੰਗੇ ਬਦਸ਼ਕਲ ਜਿਹੜੇ ਨੇ ਉਹ ਬ੍ਰਾਹਮਣ ਜਿਹੜੇ ਇਕੱਠੇ ਕੀਤੇ ਸੀ ਉਹ ਗਰੁੱਪ, ਔਰ ਇਹ ਜਿਹੜਾ ਤੇਲੀਆਂ ਦਾ ਮੁੰਡਾ ਜਿਹਦਾ ਬ੍ਰਾਹਮਣਾਂ ਨੇ ਰਾਜੇ ਅਭਿਸ਼ੇਕ ਕੀਤਾ, ਇਹ ਬਿਲਕੁਲ ਉਵੇਂ ਹੀ ਹੈ। ਬਹੁਤਿਆਂ ਨੂੰ ਲੱਗੇਗਾ ਕਿ ਜਦੋਂ ਹਿੰਦੂਤਵਾਦ ਤੁਸੀਂ ਕਹਿੰਦੇ ਹੋ ਜਾਂ ਉਦੋਂ ਹੀ ਤਾਂ ਬ੍ਰਾਹਮਣ ਹੁੰਦਾ ਹੈ, ਇਹ ਤੇਲੀਆਂ ਦਾ ਮੁੰਡਾ ਕਿੱਥੋਂ ਇਹਨਾਂ ਨੇ ਬਣਾ ਲਿਆ। ਫਿਰ ਤੁਹਾਨੂੰ ਇਹ ਦੇਖਣਾ ਪਏਗਾ ਕਿ ਦੂਸਰਿਆਂ ਨੂੰ ਕ੍ਰਸ਼ ਕਰਨ ਲਈ ਕਿਵੇਂ ਇਹਨਾਂ ਨੇ ਟਾਈਮ ਟੂ ਟਾਈਮ, ਜਿਹਨਾਂ ਰਾਜਪੂਤਾਂ ਨੂੰ ਸ਼ੂਦਰ ਐਲਾਨਿਆ ਹੋਇਆ ਸੀ ਬ੍ਰਾਹਮਣਾਂ ਨੇ, ਪਰ ਜਦੋਂ ਉਹਨਾਂ ਦੇ ਨਾਲ ਉਹਨਾਂ ਨੇ ਡੀਲ ਕੀਤੀ ਮਾਊਂਟ ਆਬੂ ਪਹਾੜ ਦੇ ਉੱਤੇ ਰਾਜਸਥਾਨ, ਕਿਉਂਕਿ ਉਦੋਂ
ਲਗਭਗ 1000 ਸਾਲ ਬੁੱਧ ਧਰਮ ਨੂੰ ਮੰਨਣ ਵਾਲੇ ਰਾਜੇ ਔਰ ਲੋਕ ਪ੍ਰਜਾ ਵੀ, ਪੰਜਾਬ ਦਾ ਵੀ ਇੱਕ ਵੱਡਾ ਹਿੱਸਾ ਬੁੱਧ ਧਰਮ 'ਚ ਸੀ ਕਿ ਜੇ ਤੁਸੀਂ ਸਾਥ ਸਾਡਾ ਦਿਓ, ਇਹਨਾਂ ਨੂੰ ਬੁੱਧ ਧਰਮ ਦਾ ਖਾਤਮਾ ਕਰਨ, ਜਿਨ੍ਹਾਂ ਦੇ ਰਾਜੇ ਇਹਨਾਂ ਨੂੰ ਮਾਰ ਮੁਕਾਓ, ਤੇ ਫਿਰ ਅਸੀਂ ਤੁਹਾਨੂੰ ਕਸ਼ਤਰੀ ਦਾ ਦਰਜਾ ਦੇਵਾਂਗੇ। ਜਿਹੜੇ ਸੂਰਜਵੰਸ਼ੀ ਤੇ ਚੰਦਰਵੰਸ਼ੀ ਤੇ ਇਹ ਜੋ ਰਾਮਚੰਦਰ, ਲਵ ਕੁਸ਼ ਦੀ ਔਲਾਦ ਤੇ ਰਘੂਵੰਸ਼ ਤੇ ਫਲਾਣਾ ਢਿਮਕਾ ਸਾਰੀਆਂ ਕਹਾਣੀਆਂ ਨੇ, ਬਾਅਦ ਦੀਆਂ ਕਹਾਣੀਆਂ ਨੇ। ਇਹ ਉਸ ਡੀਲ ਦਾ ਹਿੱਸਾ ਸੀ ਕਿ ਜਿਨ੍ਹਾਂ ਨੂੰ ਅਵਰਣ ਕਿਹਾ ਹੋਇਆ ਸੀ ਰਾਜਪੂਤਾਂ ਨੂੰ, ਉਹਨਾਂ ਨੂੰ ਫਿਰ ਉਹਨਾਂ ਇਹ ਕਹਿ ਕੇ ਤੁਹਾਡਾ ਪਹਿਲਾਂ ਸ਼ੁੱਧੀਕਰਨ ਕੀਤਾ ਜਾਏਗਾ ਔਰ ਉਹ ਮਾਊਂਟ ਆਬੂ ਦੇ ਉੱਤੇ ਰਾਜਸਥਾਨ 'ਚ ਯੱਗ ਕਰਕੇ ਸ਼ੁੱਧੀਕਰਨ ਕਰਕੇ ਫਿਰ ਉਹਨਾਂ ਨੂੰ ਜਿਹੜਾ ਉਹ ਕਸ਼ਤਰੀਆ ਦਾ ਦਰਜਾ ਦਿੱਤਾ ਗਿਆ ਔਰ ਫਿਰ ਉਹਨਾਂ ਤੋਂ ਬੋਧੀਆਂ ਦਾ ਖਾਤਮਾ ਕਰਵਾਇਆ ਗਿਆ, ਰਾਜਿਆਂ ਦਾ ਵੀ ਔਰ ਦੂਸਰਿਆਂ ਦਾ ਵੀ। ਉਹਨਾਂ ਨੂੰ ਕਿਹਾ ਜੀ ਹੁਣ ਤੁਸੀਂ ਰਾਜਪੂਤ ਹੋ। ਉਹ ਦੌਰ ਹੈ ਜਦੋਂ ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਫਿਰ ਸਾਨੂੰ ਇਹ ਅੱਜ ਦਾ ਦੌਰਾ ਸਮਝ ਆਏਗਾ ਕਿ ਇਹ ਮਹਿਜ਼ ਇੱਕ ਰਸਮ ਨਹੀਂ ਸੀ ਜਿਸ ਅੰਦਾਜ਼ 'ਚ, ਕਿਉਂਕਿ ਇਹਨਾਂ ਦੀ ਹਰ ਚੀਜ਼ ਇਹ ਤਾਂ ਠੀਕ ਹੈ, ਇਵੈਂਟ ਮੈਨੇਜਰ ਤਾਂ ਹੈ ਹੀ ਨੇ, ਪਰ ਤੁਸੀਂ ਉਹਨਾਂ ਦੀ ਟਾਈਮਲਾਈਨ ਦੇਖੋ ਜਿਸ ਅੰਦਾਜ਼ ਦੇ ਵਿੱਚ, ਕਿਉਂਕਿ 2024 ਅਸੀਂ ਅਜੇ ਤਾਂ ਬਹੁਤ ਸਾਰੇ ਜਿਹਨਾਂ 'ਚ ਅਸੀਂ ਵੀ ਸ਼ਾਮਲ ਹੈ। ਅਸੀਂ ਸਾਡਾ ਇਹ ਕਹਿਣਾ ਸੀ ਕਿ ਵੀ ਇਹ ਇੱਕ ਚੋਣ 2024 ਦੀ ਜਿਹੜੀ ਹੈ ਉਦੋਂ ਤੱਕ ਅਗੇਨ ਕੁਛ ਨਾ ਕੁਛ ਬਾਲਾਕੋਟ ਵਰਗਾ, ਪੁਲਵਾਮਾ ਵਰਗਾ ਡਰਾਮਾ ਕਰਕੇ ਪਾਵਰ ਲੈਣਗੇ, ਫਿਰ ਇਹ ਓਪਨਲੀ ਹਿੰਦੂ ਰਾਸ਼ਟਰ ਡਿਕਲੇਅਰ ਕਰਨਗੇ ਭਾਰਤ ਨੂੰ ਔਰ ਫਿਰ ਪੂਰਾ ਉਹੀ ਰਸਮ। ਲੇਕਿਨ ਉਹਨਾਂ ਨੇ ਤਾਂ ਉਸ ਮੋੜ 'ਚ, ਇਲੈਕਸ਼ਨ ਮੋੜ 'ਚ ਜਾਣ ਤੋਂ ਪਹਿਲਾਂ ਹੀ ਲਗਭਗ 1 ਸਾਲ ਪਹਿਲਾਂ ਜਿਹੜਾ ਉਹ ਇਸ ਨੂੰ ਜਿਹੜਾ ਹਿੰਦੂ ਰਾਸ਼ਟਰ ਐਲਾਨ ਦਿੱਤਾ ਹੈ। ਪਾਰਲੀਮੈਂਟ ਬਿਲਡਿੰਗ ਦੇ ਉਦਘਾਟਨ ਦੇ ਪਹਿਲਾਂ ਤਾਂ ਜਿਸ ਅੰਦਾਜ਼ ਪਾਰਲੀਮੈਂਟ ਬਿਲਡਿੰਗ ਕਈ ਹਜ਼ਾਰ ਕਰੋੜ ਦਾ ਖਰਚ ਔਰ ਬਹੁਤਿਆਂ ਦਾ ਧਿਆਨ, ਅਸੀਂ ਵੀ ਜਦੋਂ ਡਿਸਕਸ ਕਰ ਰਹੇ ਹਾਂ ਜਾਂ ਅਸੀਂ ਵੀ ਪਹਿਲਾਂ ਡਿਸਕਸ ਕੀਤਾ, ਕੁਝ ਸੰਗੋਲ ਦੇ ਉੱਤੇ ਸੀ ਕਿ ਜੀ ਉਹ ਨਹਿਰੂ ਨੂੰ ਜਿਹੜੀ ਹੈ ਟਰਾਂਸਫਰ ਆਫ ਪਾਵਰ ਵੇਲੇ ਮਾਊਂਟ ਬੈਟਨ ਨੂੰ ਦਿੱਤਾ ਕਿ ਵੈਸੇ ਉਹ ਤਾਂ ਸਾਰੀ ਫੇਕ ਹੈ ਹੀ ਸੀ। ਬਹੁਤਿਆਂ ਨੂੰ ਇਹ ਵੀ ਭੁੱਲ ਗਿਆ ਕਿ ਭਾਈ ਉਹਨਾਂ ਨੇ ਜਿਹੜਾ ਦਿਨ ਚੁਣਿਆ 28 ਮਈ ਦਾ, ਹੁਣ ਤੁਸੀਂ ਦੇਖੋ ਇੱਕ ਪਾਸੇ 27 ਮਈ ਦਾ ਦਿਨ ਹੈ ਜਿਸ ਦਿਨ ਨਹਿਰੂ ਦੀ ਮੌਤ ਹੁੰਦੀ ਹੈ। ਹੁਣ ਜੇ ਇਹ ਕਹਿਣਾ ਹੋਏ ਭਾਵੇਂ ਨਹਿਰੂ ਦਾ ਜਾਂ ਗਾਂਧੀ ਦਾ ਜਾਂ ਪਟੇਲ ਦਾ ਸਿੱਖਾਂ ਪ੍ਰਤੀ ਜੋ ਰਵੱਈਆ ਰਿਹਾ, ਜਿੰਨੀ ਨਫ਼ਰਤ, ਉਹ ਇੱਕ ਵੱਖਰੀ ਕਹਾਣੀ ਹੈ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹਨੂੰ ਮਾਡਰਨ ਇੰਡੀਆ ਕਿਹਾ ਗਿਆ 47 ਤੋਂ ਬਾਅਦ, ਜਿਸ ਦਾ ਕਨਸਟੀਟਿਊਸ਼ਨ ਬੇਸ਼ੱਕ ਉਹ ਡਾਕਟਰ ਅੰਬੇਦਕਰ ਨਾਲ ਜੋੜਿਆ ਜਾਂਦਾ ਹੈ, ਪਰ ਨਹਿਰੂ ਦਾ ਮਾਸਟਰਮਾਈਂਡ ਜਿਹੜਾ ਹੈ ਮੌਲਾਨਾ ਅਬੁਲ ਕਲਾਮ ਆਜ਼ਾਦ, ਨਹਿਰੂ, ਅੰਬੇਦਕਰ, ਰਾਜਗੋਪਾਲਾਚਾਰੀ ਹੈ, ਇਹਨਾਂ ਸਾਰਿਆਂ ਦੀ ਬਦੌਲਤ ਜੋ ਵੀ ਜਿਹੜਾ 47 ਤੋਂ ਬਾਅਦ ਭਾਰਤ 1998 ਤੱਕ ਪਹੁੰਚਦੇ ਆ, ਜਦੋਂ ਕਿ ਵਾਜਪਾਈ ਦੇ ਕੋਲ ਪਹਿਲੀ ਵਾਰ ਪਾਵਰ ਆਂਦੀ ਹੈ। ਹਾਲਾਂਕਿ 2 ਵਾਰ ਪਹਿਲਾਂ ਆਈ, ਇੱਕ ਵਾਰੀ 13 ਦਿਨ ਲਈ, ਇੱਕ ਵਾਰੀ 13 ਮਹੀਨੇ ਲਈ। ਉਹ ਸਾਰਾ ਹੀ ਭਾਰਤ ਜਿਹਦੇ ਥੱਲੇ ਇੰਡਸਟਰੀਅਲ ਡਿਵੈਲਪਮੈਂਟ ਹੋਈ ਜਾਂ ਇਹ ਨਾਨ ਅਲਾਈਨਡ ਮੂਵਮੈਂਟ ਭਾਰਤ ਸ਼ੁਰੂ ਹੋਈ, ਮੈਨੂਫੈਕਚਰਿੰਗ ਦਾ ਦੌਰਾ ਸ਼ੁਰੂ ਹੋਇਆ, ਸੋਵੀਅਤ ਯੂਨੀਅਨ ਵੱਲ ਟਿਲਟ ਹੋਈ, ਜਾਂ ਪੰਚਸ਼ੀਲ ਦਾ ਪ੍ਰਿੰਸੀਪਲ ਜਿਹਦੇ 'ਚ ਨਹਿਰੂ ਆਫ ਇੰਡੀਆ, ਮਾਰਸ਼ਲ ਟੀਟੋ ਆਫ ਯੂਗੋਸਲਾਵੀਆ ਐਂਡ ਨਾਸਰ ਆਫ ਇਜਿਪਟ, ਇਹ ਨਾਂ ਉੱਭਰੇ। ਨਹਿਰੂ ਇੱਕ ਵੱਡਾ ਨਾਂ ਸੀ ਉਸ ਲਿਹਾਜ਼ ਨਾਲ ਉਸ ਪੀਰੀਅਡ ਦੀ ਇੰਟਰਨੈਸ਼ਨਲ ਪਾਰਟਸ, ਲੇਕਿਨ ਇਹਨਾਂ ਨੂੰ ਤਾਂ ਨਹਿਰੂ ਨੂੰ ਤਾਂ ਉਨਾ ਕੀ ਮੈਂਸ਼ਨ ਕੀਤਾ ਜਦੋਂ ਕਿ ਉਹਨਾਂ ਨੇ ਟਰਾਂਸਫਰ ਆਫ ਪਾਵਰ ਲਈ ਸੰਗੋਲ, ਉਹ ਵੀ ਝੂਠੀ ਕਹਾਣੀ ਕਿ ਜੀ ਨਹਿਰੂ ਨੂੰ ਉਹਨੇ ਦਿੱਤਾ, ਪੰਡਤਾਂ ਨੇ ਆ ਕੇ ਔਰ ਉਹਨੇ ਮਾਊਂਟ ਬੈਟਨ ਨੂੰ ਦਿੱਤਾ। ਇਹ ਬਾਅਦ 'ਚ ਆਇਆ ਕਿ ਵੀ ਈਵਨ ਜਿਹੜੀ ਮਦਰਾਸ ਤੋਂ ਛਪਦੀ ਉਹਨਾਂ ਦੀ ਆਪਣੀ ਅਖਬਾਰ ਦਾ ਹਿੰਦੂ ਹੈ, ਉਹਨੇ ਇਹ ਸਾਰੇ ਨੂੰ ਟਰੈਸ਼ ਕੀਤਾ। ਲੇਕਿਨ ਇਸ ਤੋਂ ਬਾਅਦ ਨਹਿਰੂ ਮਾਈਨਸ ਹੁੰਦਾ ਹੈ, 19 ਤੱਕ ਵਰਤਿਆ ਗਿਆ, ਪਰ ਜੇ ਉਹਨਾਂ ਦੇ ਤੁਸੀਂ ਮਿਨਿਸਟਰ ਦੀ ਬਰੀਫਿੰਗ ਦੇਖੋ ਤੇ ਉਹ ਨਹਿਰੂ ਨੂੰ ਬਿਲਿਟਲ ਕਰਦਾ ਕਿ ਦੇਖੋ ਤਮਿਲ ਬ੍ਰਾਹਮਣਾਂ ਨੇ ਚੋਲ ਸਾਮਰਾਜ ਦਾ ਚਿੰਨ੍ਹ ਲਿਆ ਕੇ ਨਹਿਰੂ ਨੂੰ ਦਿੱਤਾ ਤੇ ਨਹਿਰੂ ਨੇ ਇਸ ਨੂੰ ਜਿਹੜਾ ਉਹ ਇਲਾਹਾਬਾਦ ਦੇ ਮਿਊਜ਼ੀਅਮ 'ਚ ਭੇਜ ਦਿੱਤਾ। ਪਹਿਲਾਂ ਆਨੰਦ ਭਵਨ ਰੱਖਿਆ, ਮਿਊਜ਼ੀਅਮ 'ਚ ਭੇਜ ਦਿੱਤਾ ਜਿਹਦੇ ਥੱਲੇ ਲਿਖਿਆ ਹੋਇਆ ਵਾਕਿੰਗ ਸਟਿਕ, ਔਰ ਬਿਲਿਟਲ ਕੀਤਾ। ਦੇਖੋ ਅਸੀਂ ਉਹਨੂੰ ਕਿੱਥੇ ਸਥਾਪਿਤ ਕਰਨ ਜਾ ਰਹੇ। ਲੇਕਿਨ ਬਹੁਤਿਆਂ ਦਾ ਧਿਆਨ ਇਸ ਗੱਲ ਤੇ ਵੀ ਨਹੀਂ ਗਿਆ ਵੀ ਉਹਨਾਂ ਨੇ 28 ਮਈ ਦਾ ਦਿਨ ਚੁਣਿਆ ਇਸ ਸਾਰੇ ਦੇ ਲਈ, ਜਿਹੜਾ 28 ਮਈ, ਜਿਹੜਾ ਲਫ਼ਜ਼ ਹਿੰਦੂਤਵਾ ਇੱਕ ਪੋਲੀਟੀਕਲ ਆਈਡੀਓਲੋਜੀ, ਹਿੰਦੂਤਵਾ ਦਾ ਨਾ ਕੋਈ ਸਨਾਤਨ ਧਰਮ ਨਾਲ ਤਾਲੁਕ ਹੈ, ਨਾ ਇਸ ਦਾ ਕੋਈ ਆਰੀਆ ਸਮਾਜ, ਬ੍ਰਹਮੋ ਸਮਾਜ, ਕੋਈ ਹੋਰ ਸਮਾਜ ਨਾਲ ਤਾਲੁਕ ਹੈ।
ਦੇਵ ਸਮਾਜ, ਇਹਨਾਂ ਦਾ ਤਾਲੁਕ ਸਿੱਧਾ ਜਿਹੜਾ ਉਹ ਹਿੰਦੂਤਵਾ ਦੀ ਪੋਲੀਟੀਕਲ ਆਈਡੀਓਲੋਜੀ, ਜੀ ਜਿਹਦੇ 'ਚ ਬਾਕੀ ਕਿਸੇ ਵੀ ਨਾਨ ਹਿੰਦੂ ਦੇ ਲਈ ਕੋਈ ਥਾਂ ਨਹੀਂ ਹੈ। ਉਹਦੇ 'ਚ ਮੁਸਲਮਾਨ ਔਰ ਈਸਾਈ ਧਰਮ ਇਹ ਏਲੀਅਨ ਧਰਮ ਨੇ, ਇਹ ਜਿਹੜੇ ਜਿਨ੍ਹਾਂ ਦੀ ਪਵਿੱਤਰ ਧਰਤੀ ਭਾਰਤ ਨਹੀਂ ਹੈ, ਜਿਹੜੇ ਭਾਰਤ 'ਚ ਨਹੀਂ ਜਨਮੇ, ਔਰ ਸਿੱਖ ਬੁੱਧ ਜੈਨ ਧਰਮ ਜਿਹੜੇ ਭਾਵੇਂ ਭਾਰਤ 'ਚ ਜੰਮੇ ਨੇ, ਇਹ ਮਤ ਨੇ, ਧਰਮ ਨਹੀਂ ਨੇ, ਇਹ ਸਭ ਹਿੰਦੂਤਵਾ ਦੇ ਵਿੱਚ ਨੇ। ਇਹ ਵਿਚਾਰਧਾਰਾ ਸਭ ਤੋਂ ਪਹਿਲਾਂ ਸਾਵਰਕਰ ਨੇ ਦਿੱਤੀ, ਔਰ ਨਤੀਜੇ ਦੇ ਤੌਰ ਤੇ ਜਦੋਂ ਹੁਣ ਹਿੰਦੂ ਸਾਮਰਾਜ ਦੀ ਜਿਹੜੀ ਹੈ 21ਵੀਂ ਸਦੀ ਦੇ ਵਿੱਚ ਵਾਪਸ, ਬੇਸ਼ੱਕ ਜਦੋਂ 2014 ਦੇ ਵਿੱਚ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਸੀ, ਬੀਜੇਪੀ ਨੇ ਆਪਣੇ ਬਲਬੂਤੇ ਤੇ ਮੈਜੋਰਿਟੀ ਲਈ ਸੀ। ਮੋਹਨ ਭਾਗਵਤ ਜਿਹੜਾ ਅੱਜ ਵੀ ਆਰਐਸਐਸ ਦਾ ਪ੍ਰੈਜ਼ੀਡੈਂਟ ਹੈ, ਉਹਨੇ ਇਹ ਕਿਹਾ ਸੀ ਦਿੱਲੀ ਦੀ ਪ੍ਰੈਸ ਕॉन्फ्रेंस 'ਚ कि 1000 साल के बाद जो है हिंदू अब आज़ाद हुआ है। सो दौर तो 2014 तो ही असी देख रहे हैं, पर बहुतिਆਂ ਨੂੰ लगता सी कि भी देखो इस मुल्क 'ਚ जिथे एक आज़ाद जुडिशरी है, जिथे मीडिया इन्ना रोबस्ट है, जिथे एमरजेंसी के खिलाफ जो इंदिरा गांधी ने ईवन उन्हें भी कॉन्स्टिट्यूशन दी धारावां ही इस्तेमाल कीतियां सी, लोकां ने जिहड़ा इवेंचुअली उन्होंने खत्म करना पिया। ਇਹ ਕਿਹੜੀ ਵਿਚਾਰਧਾਰਾ ਹਿੰਦੂਤਵਾ ਜਾਂ ਨਾਜ਼ੀਆਂ ਦੀ ਆਈਡੀਓਲੋਜੀ ਵਰਗੀ ਇਹ ਹੋਏਗੀ। ਪਰ ਇਹਨਾਂ 9 ਸਾਲਾਂ ਦੇ ਵਿੱਚ ਅਸੀਂ ਦੇਖੀਏ ਤੇ ਉਹਨਾਂ ਨੇ ਆਲਰੇਡੀ ਜਾਇੰਟ ਸਟੈਪਸ ਲਏ, ਔਰ ਅਗਲੀ ਚੋਣ 'ਚ ਜਾਣ ਤੋਂ ਪਹਿਲਾਂ ਉਹਨਾਂ ਨੇ ਡਿਕਲੇਅਰਡਲੀ, ਔਰ ਇਹ ਗੱਲ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਜੇ ਉਹਨਾਂ ਨੇ ਸਾਵਰਕਰ ਦੇ ਜਨਮ ਦਿਨ ਨੂੰ ਚੁਣਿਆ ਤੇ ਉਹਨਾਂ ਨੇ ਮੈਸੇਜ ਬੜਾ ਕਲੀਅਰ ਦਿੱਤਾ ਕਿ ਅਲਟੀਮੇਟਲੀ ਹੁਣ ਇਹ ਹਿੰਦੂ ਰਾਸ਼ਟਰ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਜਿਨ੍ਹਾਂ ਨੇ ਉਹ ਵੀਡੀਓ ਕਲਿੱਪਸ ਦੇਖੀਆਂ ਨੇ, ਕਿਵੇਂ ਉਹ ਅੱਧ ਨੰਗੇ ਜਿਹੜੇ ਪੰਡਤ ਨੇ ਉਹ ਆਂਦੇ ਨੇ, ਉਹਨਾਂ ਨੂੰ ਉਹ ਕਿਵੇਂ ਮੰਤਰ ਪੜ੍ਹਦੇ ਆ ਅੰਦਰ ਮੋਦੀ ਨੂੰ, ਜਿਹੜਾ ਉਹ ਜਿਹਨੂੰ ਰਾਜ ਦੰਡ ਕਿਹਾ ਗਿਆ ਕਿ ਜੀ ਇਹ ਉਹਨਾਂ ਦਾ ਜਿਹੜਾ ਸੰਗੋਲ ਹੈ ਉਹ ਚੋਲ ਬਾਦਸ਼ਾਹਾਂ ਦਾ, ਉਹ ਅੰਦਰ ਆਂਦਾ ਹੈ, ਉਸ ਨੂੰ ਕਰਦਾ। ਔਰ ਫਿਰ ਜਿਵੇਂ ਇੱਕ ਪਾਸੇ ਉਹ ਬ੍ਰਾਹਮਣ ਖੜੇ ਨੇ ਔਰ ਜਿਵੇਂ ਉਹ ਡੰਡੇ ਵਾਂਗ, ਕਿਉਂਕਿ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ 2-3 ਤਰ੍ਹਾਂ ਦੇ ਜਿਨ੍ਹਾਂ ਨੂੰ ਇਹ ਪ੍ਰਣਾਮ ਕਹਿੰਦੇ ਨੇ, ਸੈਲੂਟੇਸ਼ਨ, ਉਹਦੇ ਵਿੱਚ ਇੱਕ ਜ਼ਾਹਰ ਹੈ ਜਿਹੜਾ ਸਾਡਾ ਅੰਦਾਜ਼ ਹੁੰਦਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ, ਉਸ ਨੂੰ ਅਸ਼ਟਾਂਗ ਪ੍ਰਣਾਮ ਕਿਹਾ ਜਾਂਦਾ ਹੈ ਕਿ 8 ਅੰਗ ਜਿਹੜੇ ਨੇ ਉਹ ਧਰਤੀ ਤੇ ਲੱਗਦੇ ਨੇ, ਤੁਹਾਡੇ ਪੈਰ, ਤੁਹਾਡੇ 2 ਹੱਥ, ਤੁਹਾਡੇ ਦੋਵੇਂ ਗੋਡੇ, ਮੱਥਾ ਔਰ ਨੱਕ, ਕਿਉਂਕਿ ਅਸ਼ਟਾਂਗ 8 ਅੰਗ ਤੋਂ ਬਣਿਆ। ਤੇ ਇੱਕ ਜਿਹੜਾ ਇਹਨਾਂ ਦਾ ਬਿਲਕੁਲ ਜਿਹਦੇ ਥੱਲੇ ਆ ਪੂਰਾ ਸਮਰਪਣ ਕਿਸੇ ਸਾਹਮਣੇ ਹੋਣ ਦੀ ਲਾਈਨ ਹੈ, ਉਹਨੂੰ ਦੰਡਵਤ ਪ੍ਰਣਾਮ ਕਹਿੰਦੇ ਨੇ। ਦੰਡ ਡੰਡੇ ਨੂੰ ਕਹਿੰਦੇ ਨੇ ਕਿ ਜਿਵੇਂ ਡੰਡਾ ਧਰਤੀ ਤੇ ਡਿੱਗਦਾ। ਜੇ ਤੁਸੀਂ ਮੋਦੀ ਦੌਰ ਦਾ ਮੇਰਾ ਖਿਆਲ ਹੈ ਸਾਡੀ ਟੀਮ ਦਿਖਾ ਰਹੀ ਹੋਏਗੀ ਕਿ ਜੇ ਤੁਸੀਂ ਉਸ ਨੂੰ ਦੇਖੋ, ਹੁਣ ਦੇਖਣ ਨੂੰ ਲੱਗਦਾ ਹੈ ਕਿ ਵੀ ਉਹ ਉਸ ਦੇ ਸਾਹਮਣੇ ਸੰਗੋਲ ਦੇ ਸਾਹਮਣੇ ਲੰਮਾ ਪਿਆ ਹੈ, ਲੇਕਿਨ ਉਹ ਇਨਫੈਕਟ ਬ੍ਰਾਹਮਣਾਂ ਦੇ ਸਾਹਮਣੇ ਲੰਮਾ ਪਿਆ, ਕਿਉਂਕਿ ਇਹ ਜਦੋਂ ਵੀ ਰਾਜ ਅਭਿਸ਼ੇਕ ਹੁੰਦਾ ਸੀ, ਰਾਜ ਅਭਿਸ਼ੇਕ ਦੇ ਵਿੱਚ ਇਹੀ ਰਾਜ ਅਭਿਸ਼ੇਕ ਪੁਰਾਣੇ ਵੇਲੇ ਜਦੋਂ ਫਿਰ ਬ੍ਰਾਹਮਣਾਂ ਨੇ ਕਸ਼ਤਰੀਆਂ ਨੂੰ ਰਾਜੇ ਤਾਂ ਮੰਨ ਲਿਆ, ਰਾਜਪੂਤਾਂ ਨੂੰ ਕਸ਼ਤਰੀਆ ਮੰਨ ਲਿਆ, ਉਹਨਾਂ ਨੂੰ ਰਾਜੇ ਮੰਨ ਲਿਆ, ਪਰ ਉਹਨਾਂ ਦੇ ਸਾਹਮਣੇ ਇਹ ਸ਼ਰਤ ਸੀ ਕਿ ਬਈ ਉਹਨਾਂ ਨੂੰ ਜਿਹੜਾ ਉਹਨਾਂ ਦਾ ਰਾਜ ਤਿਲਕ ਬ੍ਰਾਹਮਣ ਕਰੇਗਾ, ਉਹ ਬ੍ਰਾਹਮਣ ਦਾ ਝੂਠਾ ਵੀ ਖਾਏਗਾ, ਲੰਮਾ ਪੈ ਕੇ ਉਹਨੂੰ ਨੱਕ ਰਗੜੇਗਾ, ਉਹਦੇ ਦਰਬਾਰ ਦੇ ਵਿੱਚ ਰਾਜ ਪ੍ਰੋਤ ਹੋਏਗਾ ਜਿਹਦਾ ਫੈਸਲਾ ਫਾਈਨਲ ਹੋਏਗਾ। ਫਿਰ ਬ੍ਰਾਹਮਣ ਦੇ ਉੱਤੇ ਉਹ ਕਤਲ ਕਰਦੇ, ਕੁਛ ਉਹ ਮਨੂ ਸਮ੍ਰਿਤੀ ਦੇ ਲਾਅ ਬ੍ਰਾਹਮਣਾਂ ਤੇ ਲਾਗੂ ਕਰਦੇ ਸੀ, ਔਰ ਰਾਜਾ ਬਣਨ ਦਾ ਹੱਕ ਜਿਹੜਾ ਹੈ ਉਹ ਉਸ ਵੇਲੇ ਰਾਜਾ ਬੇਸ਼ੱਕ ਕਸ਼ਤਰੀ, ਪਰ ਇਹ ਬ੍ਰਾਹਮਣ ਅਪਰੂਵ ਕਰਦਾ ਸੀ ਵੀ ਕਿਹਨੂੰ ਬਣਾਉਣਾ ਹੈ ਕਿ ਨਹੀਂ ਬਣਾਉਣਾ। ਔਰ ਇਸ ਦੀਆਂ ਉਦਾਹਰਨਾਂ ਨੇ ਹੁਣ ਭਾਵੇਂ ਮਰਾਠੇ ਜਿੰਨੇ ਮਰਜ਼ੀ ਹਿੰਦੂਤਵਾ ਨੂੰ ਲੈ ਕੇ ਉਛਲਦੇ ਹੋਣ, ਸ਼ਿਵਾਜੀ ਮਰਾਠੇ ਕਿਉਂਕਿ ਸ਼ੂਦਰ ਕਲੈਨ 'ਚ ਸੀ, ਜਦੋਂ ਸ਼ਿਵਾਜੀ ਨੇ ਆਪਣੀਆਂ ਕੰਕਰਿੰਗਸ ਕਰ ਲਈਆਂ ਔਰ ਉਹ ਆਪਣਾ ਉਹਨੇ ਬ੍ਰਾਹਮਣਾਂ ਨੂੰ ਸੱਦਿਆ ਕਿ ਬਈ ਇਹ ਰਾਜ ਅਭਿਸ਼ੇਕ ਕਰੋ ਰਾਜ, ਉਹਨਾਂ ਨੇ ਕਿਹਾ ਵੀ ਨਾ ਤੂੰ ਤਾਂ ਸ਼ੂਦਰ ਹੈ। ਫਿਰ ਕਿੰਨੀਆਂ ਸ਼ਰਤਾਂ ਲਾਈਆਂ, ਕਿੰਨੇ ਬ੍ਰਾਹਮਣਾਂ ਦੇ ਝੂਠੇ ਪੈਰ ਧੋ ਕੇ ਉਹਨੇ ਪੀਤੇ, ਕਿੰਨਾ ਪੈਸਾ ਜਾਂ ਉਹਨਾਂ ਨੂੰ ਦਿੱਤਾ ਹੋਏਗਾ ਕਿ ਫਾਈਨਲੀ ਉਹਦਾ ਨੱਕ ਰਗੜਾ ਕੇ ਬੜੀ ਬੁਰੀ ਤਰ੍ਹਾਂ ਫਿਰ ਜਿਹੜਾ ਉਸ ਦਾ ਰਾਜ ਤਿਲਕ ਦਿੱਤਾ ਗਿਆ। ਇਹ ਇੱਕ ਪਾਰਟ ਸੀ। ਔਰ ਇਹੀ ਅੰਦਾਜ਼ ਦੇ ਵਿੱਚ ਜੇ ਤੁਸੀਂ ਦੇਖੋ ਵੀ ਜਿਸ ਅੰਦਾਜ਼ 'ਚ ਮੋਦੀ ਨੇ ਉਸ ਡੰਡੇ ਨੂੰ ਫੜਿਆ ਜਿਹੜੇ ਬ੍ਰਾਹਮਣਾਂ ਨੇ, ਉਹ ਇਵੇਂ ਹੀ ਸੀ ਕਿ ਵੀ ਅਸੀਂ ਹੁਣ ਬ੍ਰਾਹਮਣ ਧਰਮ ਦੀ ਰੱਖਿਆ ਦੇ ਲਈ ਜਿਹੜਾ ਹੈ ਉਹ ਹੁਣ ਬ੍ਰਾਹਮਣ ਧਰਮ ਕੀ ਹੈ। ਹੁਣ ਜਦੋਂ ਤੁਸੀਂ ਗੋਸਵਾਮੀ ਤੁਲਸੀਦਾਸ ਦੀ ਤੁਲਸੀ ਰਾਮਾਇਣ ਪੜ੍ਹਦੇ ਹੋ
ਔਰ ਇਹ ਈਵਨ ਜਦੋਂ ਤੁਸੀਂ ਭਗਵਤ ਗੀਤਾ ਵੀ ਦੇਖਦੇ ਹੋ ਜਿਸ ਦੇ ਜਦੋਂ ਕ੍ਰਿਸ਼ਨ ਔਰ ਅਵਤਾਰਵਾਦ ਦੀ ਗੱਲ ਅਰਜਨ ਦੇ ਨਾਲ ਕਰਦੇ ਨੇ ਔਰ ਉਹਦੇ 'ਚ ਜੇ ਤੁਸੀਂ ਇੱਕ ਤਾਂ ਇਹ ਹੈ ਜਦੋਂ ਗੋਸਵਾਮੀ ਤੁਲਸੀਦਾਸ ਦੀ ਤੁਸੀਂ ਤੁਲਸੀ ਰਾਮਾਇਣ ਦੇਖਦੇ ਹੋ ਕਿ ਉਹਦੇ 'ਚੋਂ ਬੜਾ ਕਲੀਅਰਲੀ ਕਹਿੰਦਾ ਹੈ ਕਿ ਭਾਈ ਜਬ ਜਬ ਹੋਏ ਧਰਮ ਕੀ ਹਾਨੀ ਬਾੜੇ ਅਸੁਰ ਅਧਮ ਅਭਿਮਾਨੀ करे अनीत जाए न वरणी बीधे विपर तेन सुर तरनी तब तब प्रभु धर विविध शरीरा हरे कृपा निज सज्जन पीड़ा। हुण जिहड़ा सारा अवतारवाद है मैं बाकी दी इंटरप्रिटेशन नहीं करांगा कि जदों जदों धरती ते अनर्थ हुंदा है ते अनर्थ की है विपर और गां कि भाई ये दुखी हुंदे ने उदों भगवान कहंदा भी मैं ब्राह्मण और गां दी रखिया दे लई अवतार धारदा है। सो ब्राह्मण का दर्जा जिहड़ा विपर दा जिस नूं वो पूरा एक देवते का दर्जा है मनु समृति ने उन्होंने उत्थे ही कोडिफाई किया है हिंदू कानून हुण उहदे थल्ले ही मोदी जिहड़ा है वो ब्राह्मणां नूं उही मान सन्मान उही उन्हां राहीं राज्य अभिषेक और अजे तक क्योंकि गल बहुती यही हो रही है जी वो संगोल है सी नहीं सी जां हुण आया कि जी ये सारियां ही वैदिक रस्मां ब्राह्मण वालियां कीतियां दूजियां दा बाद ड्रामा जिहा कीता है कि जी सर्ब धर्म दो शब्द किसी तो पढ़ाते ਉਹਦਾ ਕੋਈ मतलब नहीं है। लेकिन ਜਿਹੜੀ ਇੱਕ ਗੱਲ ਤੇ ਅਜੇ ਬਹੁਤਿਆਂ ਦਾ ਧਿਆਨ ਨਹੀਂ ਗਿਆ ਕਿ ਉਸ ਵਿਸਟਾ ਦੇ ਅੰਦਰ ਕਿਸ ਕਿਸਮ ਦੀਆਂ ਪਿਕਚਰਸ ਨੇ ਉਹ ਅੱਜ ਮੈਨੂੰ ਸਰਪੁਰੇਵਾਲ ਉਹਨਾਂ ਨੇ ਸੀਐਟਲ ਤੋਂ ਇੱਕ ਬਰੀਫ 2 ਮਿੰਟ ਦੀ ਵੀਡੀਓ ਭੇਜੀ ਸੀ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੰਦਰ ਜਿਹੜਾ ਸਾਰਾ ਹੀ ਚਿੱਤਰਣ ਹੈ ਉਹੀ ਜਿਹੜੀ ਬ੍ਰਾਹਮਣ ਗਲੋਰੀ ਹੈ ਜਿਸ ਦੇ ਉੱਤੇ ਜਿਹੜਾ ਇਹਨਾਂ ਦਾ ਹੀ ਬਣਾਇਆ ਹੋਇਆ ਇਤਿਹਾਸ ਹੈ ਉਸ ਨੂੰ ਹੀ ਡੈਪਿਕਟ ਕੀਤਾ ਹੋਇਆ ਔਰ ਅਸੀਂ ਸਮਝਦੇ ਹਾਂ ਕਿ ਭਾਈ ਬਹੁਤ ਸਾਰਿਆਂ ਨੂੰ ਸ਼ਾਇਦ ਅਜੇ ਵੀ ਕੋਈ ਭੁਲੇਖਾ ਹੋਏ ਲੇਕਿਨ ਹਿੰਦੂ ਰਾਸ਼ਟਰ ਐਲਾਨਿਆ ਜਾ ਚੁੱਕਾ ਔਰ ਸਾਡੇ ਵੀਰ ਨਵਰੂਪ ਸਿੰਘ ਉਹਨਾਂ ਨੇ ਇਸ ਦੇ ਉੱਤੇ ਸਾਨੂੰ ਇੱਕ ਕਮੈਂਟ ਵੀ ਭੇਜਿਆ ਉਹਨਾਂ ਨੇ ਕਿਹਾ ਕਿ ਬ੍ਰਾਹਮਣਸ ਹੈਵ ਡਨ ਦ ਰਾਜ ਅਭਿਸ਼ੇਕ ਆਫ ਫਸਟ ਕਿੰਗ ਆਫ ਹਿੰਦੂ ਰਾਸ਼ਟਰ I don't know why is Western judgment so impaired regarding Modi and India. I think it again has to do with racism, where they think of the Hindus as a benevolent force and not capable of any violence. उन्होंने कहा जी बाहरले क्यों नहीं रिएक्ट किया उन्होंने उस समझते हैं भी हिंदू जड़े ने बहुत एक चंगी रेस है बड़ा ये कोई वायलेंस नहीं कर सकते। I have seen it first hand. White people straight off go to laughing when they hear about the Hindus because the image they have in their minds is of a cow piss drinking meek 5 feet 5 inches man not capable of any form of aggression कि 5 फुट 5 इंच ਦਾ ਬੰਦਾ ਗਾਂ ਮੂਤਰ ਪੀਣ ਵਾਲਾ ਉਹਦੇ ਤੋਂ ਕੀ ਕੋਈ ਸਰਨਾ ਕੋਈ ਕਰਨ ਜੋਗਾ ਨਹੀਂ ਹੈ and to not help things out the ones in the west that understands these Hindutva thugs they either are the corporate class ਇੱਕ ਜਿਹੜੇ ਚਲਾਕ ਨੇ ਜਿਹਨਾਂ ਨੂੰ ਪਤਾ ਹੈ ਕੀ ਹੈ ਬਿਲਕੁਲ ਪਰ ਜਿਵੇਂ ਸਲੇਵਰੀ ਇੱਥੇ ਜਸਟੀਫਾਈਡ ਸੀ ਮਨੀ ਮੇਕਿੰਗ ਸੀ ਔਰ ਸਪੋਰਟ ਕਰਦੇ ਸੀ ਸਾਊਥ ਅਫਰੀਕਾ 'ਚ ਵੀ ਕਿੰਨੀ ਦੇਰ ਜਦੋਂ ਤੱਕ ਅਮਰੀਕਨ ਕਾਂਗਰਸ 'ਚ ਕਾਲਿਆਂ ਨੇ ਆ ਕੇ ਇੱਕ ਪੂਰਾ ਆਪਣਾ ਲੌਬੀ ਨਹੀਂ ਬਣਾਈ ਸਾਊਥ ਅਫਰੀਕਾ ਦੇ ਉੱਤੇ ਇਕਨੋਮਿਕਲ ਸੈਂਕਸ਼ਨਸ ਫਲਾਈਟਸ ਦੇ ਉੱਤੇ ਪਾਬੰਦੀ ਓਲੰਪਿਕ ਦੂਜੀਆਂ ਤੀਜੀਆਂ ਖੇਡਾਂ 'ਚ ਕੋਈ ਰੋਕ ਥੋੜੀ ਸਕਿਆ ਉਹਨੂੰ ਸੋ ਇਹੀ ਅੱਜ ਵੀ ਜਿਹੜੇ ਕਾਰਪੋਰੇਟ ਨੇ ਉਹਨਾਂ ਨੂੰ ਲੱਗਦਾ ਕੋਈ ਨਹੀਂ ਜੇ ਬਾਕੀਆਂ ਨੂੰ ਦੱਬ ਰਹੇ ਨੇ ਐਜ਼ ਲੌਂਗ ਐਜ਼ ਔਰ ਉਹੀ ਡੀਲ ਉਹੀ ਅੰਬਾਨੀ ਅਡਾਨੀ ਉਹ ਵੇਚ ਰਹੇ ਨੇ ਔਰ ਇਹਨਾਂ ਦੇ ਹੀ ਮੁਲਕਾਂ 'ਚ ਆ ਕੇ ਉਹ ਕੋਈ ਲਲਤ ਹੋਏ ਕੋਈ ਉਹ ਜਿਹੜੇ ਸਾਰੇ ਦੌੜੇ ਹੋਏ ਨੇ ਚੌਕਸੀ ਔਰ ਦੂਸਰੇ ਇਹਨਾਂ ਮੁਲਕਾਂ 'ਚ ਆ ਕੇ ਰੁਕੇ ਹੋਏ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਦੇ ਆਰ ਜਿਹੜੇ ਹਿੰਦੂਤਵੀ ਠੱਗਸ ਨੂੰ ਜੇ ਨਹੀਂ ਦੇਖਣਾ ਚਾਹੁੰਦੇ they either are the corporate class that only see a 1.5 billion people to sell their products or are the white supremacists who literally have wet dreams thinking about what Hindutva thugs are doing in India with minorities as they envision themselves doing the same in their countries. एक और है और जदों ਅਸੀਂ growth of a white supremacists देखते हैं हिंदू तवियां नाल इन्हां दी अमरीका च होए आस्ट्रेलिया च होए यूके च होए यूके च सारे हिंदू यूके दे किवें ऑल ऑफ ए सडन कंजरवेटिव बन गए जी हुण ਉਹ ਸਾਰੇ ਜਿਹੜੇ ਨੇ ਉਹ
ਦੂਸਰੀ ਪਾਰਟੀ ਲੇਬਰ ਪਾਰਟੀ 'ਚ ਹੁੰਦੇ ਸੀ, ਸਾਰੇ ਹੀ ਦੇਸੀ ਲੋਕ ਉਹਦੇ 'ਚ ਹੁੰਦੇ ਸੀ। ਪਰ ਕਿਉਂਕਿ ਹੁਣ ਹਿੰਦੂਤਵਾਦੀ ਆਈਡੀਓਲੋਜੀ ਵੈਲ ਫਿਟ ਹੁੰਦੀ ਹੈ ਵਾਈਟ ਸੁਪਰੈਮਿਸਿਸਟ ਦੇ ਨਾਲ, ਔਰ ਇਸ ਦੇ ਉੱਤੇ ਈਵਨ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਮੈਂਬਰ ਪਾਰਲੀਮੈਂਟ ਨੇ, ਔਰ ਉਹਨਾਂ ਨੇ ਇਸ ਫੰਕਸ਼ਨ ਨੂੰ ਅਟੈਂਡ ਵੀ ਕੀਤਾ ਹੈ, ਔਰ ਉਹਨਾਂ ਦੀ ਜਿਹੜੀ ਇੱਕ ਸਟੇਟਮੈਂਟ ਪੰਜਾਬੀ 'ਚ ਅੱਜ ਆਈ ਹੈ ਫਤਿਹਗੜ੍ਹ ਸਾਹਿਬ ਦੀ ਡੇਟ ਲਾਈਨ ਨਾਲ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜਦੋਂ ਵੀ ਕਿਸੇ ਮੁਲਕ ਸੂਬੇ ਆਦਿ ਦਾ ਕੋਈ ਵੱਡਾ ਪ੍ਰੋਗਰਾਮ ਹੁੰਦਾ ਹੈ, ਉੱਥੇ ਹਰ ਪੱਖੋਂ ਚਹਿਲ ਪਹਿਲ, ਖੁਸ਼ੀਆਂ ਭਰਿਆ ਰੌਣਕ ਵਾਲਾ ਮਾਹੌਲ ਹੁੰਦਾ ਹੈ, ਵਾਜੇ ਗਾਜੇ ਢੋਲ ਢਮੱਕੇ ਦੀ ਖੂਬ ਰੌਣਕ ਹੁੰਦੀ ਹੈ। ਪਰ ਕੱਲ ਜਦੋਂ ਦਿੱਲੀ ਨਵੀਂ ਪਾਰਲੀਮੈਂਟ ਦੇ ਉਦਘਾਟਨੀ ਸਮਾਰੋਹ ਵਿੱਚ ਮੈਂ ਸ਼ਾਮਲ ਹੋਇਆ ਤੇ ਤਾਂ ਉੱਥੇ ਸ਼ਾਮਲ ਹੋਣ ਵਾਲਿਆਂ ਦੇ ਚਿਹਰੇ ਉੱਤੇ ਨਾ ਕੋਈ ਰੌਣਕ ਸੀ, ਨਾ ਹੀ ਉੱਥੇ ਮਿਲਟਰੀ ਬੈਂਡ ਬਾਜਾ ਅਤੇ ਕਿਸੇ ਤਰ੍ਹਾਂ ਦੇ ਵੀ ਆਓ ਭਾਗਤ ਲਈ ਕੋਈ ਚਾਹ ਪਾਣੀ ਆਦਿ ਦਾ ਪ੍ਰਬੰਧ ਵੀ ਨਹੀਂ ਸੀ। ਮਾਨ ਸਾਹਿਬ ਲੰਗਰ ਲੱਭਦੇ ਹੋਣੇ ਨੇ ਉੱਥੇ। ਜਦੋਂ ਕਿ ਮੈਂ ਸੁਝਾਅ ਦਿੱਤਾ ਕਿ ਇਸ ਮੌਕੇ ਮਿਲਟਰੀ ਬੈਂਡ ਨੂੰ ਬੁਲਾਇਆ ਜਾਏ ਅਤੇ ਦੂਸਰੇ ਸਭ ਕੌਮਾਂ ਧਰਮਾਂ ਦੀਆਂ ਰਵਾਇਤਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਵਿਰਸੇ ਵਿਰਾਸਤ ਦੀ ਝਲਕ ਵੀ ਇਸ ਮੌਕੇ ਉੱਤੇ ਦੁਨੀਆ ਭਰ ਵਿੱਚ ਪ੍ਰਤੱਖ ਹੋਏ। ਜੋ ਉੱਥੇ ਤਕਰੀਰਾਂ ਹੋਈਆਂ ਉਸ ਵਿੱਚ ਸਭ ਨੂੰ ਸਮਝ ਆਉਣ ਵਾਲੀ ਬੋਲੀ ਭਾਸ਼ਾ ਛੱਡ ਕੇ ਸੰਸਕ੍ਰਿਤ ਤੇ ਟੁੱਟੀ ਫੁੱਟੀ ਹਿੰਦੀ ਦੀ ਵਰਤੋਂ ਕੀਤੀ ਗਈ ਅਤੇ ਬਹੁ ਗਿਣਤੀ ਹਿੰਦੂਤਵੀ ਰਿਵਾਜਾਂ ਦਾ ਬੋਲਬਾਲਾ ਕਰਦੇ ਹੋਏ ਇਸ ਸਮਾਰੋਹ ਨੂੰ ਕੱਟੜਵਾਦੀ ਹਿੰਦੂਤਵਾ ਰੂਪ ਹੀ ਦਿੱਤਾ ਗਿਆ। ਮਾਨ ਸਾਹਿਬ ਹੈ ਹੀ ਹੈ ਹਿੰਦੂਤਵਾਦੀ ਦੇ ਪਹਿਲੇ ਬਾਦਸ਼ਾਹ ਦੀ 21ਵੀਂ ਸਦੀ ਦੇ ਵਿੱਚ ਕੋਰੋਨੇਸ਼ਨ ਸੀ, ਉਹ ਕੋਰੋਨੇਸ਼ਨ ਵੀ ਅੰਗਰੇਜ਼ੀ ਲਫ਼ਜ਼ ਹੈ, ਰਾਜਿਆਭਿਸ਼ੇਕ ਜੀ, ਰਾਜ ਤਿਲਕ ਉਹਨਾਂ ਨੇ ਦੇਣਾ ਸੀ ਔਰ ਉਹਨਾਂ ਨੇ ਉਵੇਂ ਹੀ ਕੀਤਾ। ਜੇ ਅੰਗਰੇਜ਼ੀ ਦੀਆਂ ਤਕਰੀਰਾਂ, ਜੋ ਅੰਗਰੇਜ਼ੀ ਦੀਆਂ ਤਕਰੀਰਾਂ ਦਾ ਰੱਥਾ ਕਰਨ ਵਾਲੇ ਸਨ, ਉਹਨਾਂ ਦੇ ਵੀ ਭਾਸ਼ਾ ਬੋਲੀ ਅਜਿਹੀ ਸੀ ਕਿ ਜੋ ਇੱਥੇ ਸਭ ਵਰਗਾਂ ਦੇ ਨੁਮਾਇੰਦਿਆਂ ਨੂੰ ਸਮਝ ਹੀ ਨਹੀਂ ਸੀ ਪੈਂਦੀ, ਉਹ ਸਮਝਾਉਣਾ ਵੀ ਨਹੀਂ ਸੀ ਚਾਹੁੰਦੇ। ਉਹ ਤਾਂ ਸਿਰਫ ਸੰਸਕ੍ਰਿਤ ਹਿੰਦੀ ਵਾਲਿਆਂ ਨੂੰ ਔਰ ਜਿਹੜੀ ਕਰਾਊਡ ਨੂੰ ਉਹਨਾਂ ਨੇ ਟਾਰਗੇਟ ਕੀਤਾ ਹੋਇਆ ਸੀ। ਜਿਵੇਂ ਤਿਰੰਗੇ ਝੰਡੇ 'ਚ ਸਿੱਖ ਕੌਮ ਦੀ ਕੋਈ ਯਾਦਗਾਰ ਨਹੀਂ ਰੱਖੀ ਗਈ, ਉਸੇ ਤਰ੍ਹਾਂ ਸਿੱਖ ਕੌਮ ਦੀ ਕਿਸੇ ਵੀ ਮਹੱਤਵਪੂਰਨ ਗੱਲ ਨੂੰ ਇਸ ਸਮੇਂ ਯਾਦ ਨਾ ਕਰਕੇ ਨਜ਼ਰਅੰਦਾਜ਼ ਕੀਤਾ ਗਿਆ। ਜੋ ਪਾਰਲੀਮੈਂਟ ਉਦਘਾਟਨ ਸਮਾਰੋਹ ਨੂੰ ਖੁਸ਼ੀਆਂ ਵਿੱਚ ਉਜਾਗਰ ਕਰਨ ਦੀ ਬਜਾਏ ਫਿੱਕਾ ਤੇ ਨਮੋਸ਼ੀ ਭਰਿਆ ਜ਼ਾਹਰ ਕਰ ਰਿਹਾ ਸੀ। ਉਹ ਫਿਰੇ ਨੱਥ ਕਢਾਉਣ ਨੂੰ, ਉਹ ਕਹੇ ਨੱਕ, ਉਹ ਫਿਰੇ ਨੱਕ ਵਢਾਉਣ ਨੂੰ, ਉਹ ਕਹੇ ਨੱਥ ਕਢਾਉਣ ਨੂੰ। ਉਹ ਤਾਂ ਹੈ ਹੀ ਉਹਨਾਂ ਦਾ ਸਾਰਾ ਜਿਹੜਾ, ਬਲਕਿ ਕਿਸੇ ਵੀ ਤਰ੍ਹਾਂ ਦਾ ਖੁਸ਼ੀਆਂ ਵਾਲਾ ਚਾਵਾਂ ਵਾਲਾ ਜਲੌ ਨਹੀਂ ਸੀ। ਜਦੋਂ ਕਿ ਇੰਡੀਆ ਦੀ ਇਹ ਰਵਾਇਤ ਰਹੀ ਹੈ ਕਿ ਅਜੇ ਸਮਿਆਂ ਤੇ ਪੂਰੇ ਜਲੌ ਖੁਸ਼ੀਆਂ ਚਾਵਾਂ ਨਾਲ ਅਜੇ ਸਮਾਗਮਾਂ ਦੀ ਆਰੰਭਤਾ ਹੋਏ। ਸੋ ਮਾਨ ਸਾਹਿਬ ਨੂੰ ਵੀ ਸ਼ਾਇਦ ਅਜੇ ਕੋਈ ਜੇ ਭੁਲੇਖਾ ਹੈ ਤੇ ਮੇਰਾ ਖਿਆਲ ਹੈ ਉਹਨਾਂ ਦਾ ਵੀ ਭੁਲੇਖਾ ਦੂਰ ਹੋ ਜਾਣਾ ਚਾਹੀਦਾ ਸੀ। ਹਾਲਾਂਕਿ ਉਹਨਾਂ ਨੇ ਇਸ ਨੂੰ ਆਪਣੇ ਅੰਦਾਜ਼ ਦੇ ਵਿੱਚ ਇਸ ਗੱਲ ਨੂੰ ਪੇਸ਼ ਕੀਤਾ। ਉਹਨਾਂ ਨੇ ਕਲੀਅਰਲੀ ਇਹ ਕਿਹਾ ਵੀ ਇਹ ਤਾਂ ਹਿੰਦੂਤਵੀ ਰਵਾਇਤਾਂ ਹੀ ਸੀ। ਤਾਂ ਕੁੱਲ ਦੁਨੀਆ ਨੇ ਦੇਖਿਆ ਕਿ ਭਾਈ ਉੱਥੇ ਕੀ ਚੱਲ ਰਿਹਾ ਔਰ ਕਿਵੇਂ ਉਹਨਾਂ ਨੇ ਉੱਥੇ ਬਾਕੀ ਭਾਵੇਂ ਸਾਰੇ ਧਰਮਾਂ ਦੀਆਂ ਰਵਾਇਤਾਂ ਜਾਂ ਲੋਕ, ਜਾਂ ਪਹਿਲਾਂ ਅਸੀਂ ਜ਼ਿਕਰ ਕੀਤਾ ਸੀ ਨਾ ਪ੍ਰੈਜ਼ੀਡੈਂਟ ਨੂੰ ਇਨਵਾਈਟ ਕੀਤਾ ਕਿਉਂਕਿ ਉਹ ਸ਼ੂਦਰ ਹੈ, ਉਦਘਾਟਨ ਵੀ ਆਪ, ਕੈਮਰੇ ਵੀ, ਔਰ ਇੰਚ ਤੇ ਇੰਨੇ ਕੁ ਕੈਮਰੇ ਕਿ ਵੀ ਗਿਣਤੀ ਨਹੀਂ ਹੋ ਸਕਦੀ ਹਰ ਐਂਗਲ। ਔਰ ਜਿਹੜੀ ਉਹਨਾਂ ਦੀ ਟਾਰਗੇਟਡ ਕਰਾਊਡ ਹੈ ਜਿਨ੍ਹਾਂ ਨੂੰ ਉਹਨਾਂ ਨੇ ਮੈਸੇਜ ਦੇਣਾ ਸੀ ਕਿ ਹਿੰਦੂਤਵਾ ਦਾ ਪਹਿਲਾ ਬਾਦਸ਼ਾਹ ਤਖਤ ਤੇ ਬੈਠ ਗਿਆ, ਉਸ ਨੂੰ ਤਾਂ ਮੈਸੇਜ ਉਹਨਾਂ ਨੇ ਦੇ ਦਿੱਤਾ। ਲੇਕਿਨ ਇਸ ਸਾਰੇ ਦੇ ਚੱਲਦਿਆਂ ਮੈਂ ਇਸ ਸੈਗਮੈਂਟ ਦੀ ਕਲੋਜ਼ਿੰਗ ਦੇ ਵਿੱਚ ਸਾਡੇ ਵੀਰ ਭਾਈ ਸੰਤੋਖ ਸਿੰਘ ਜੀ ਜਿਹੜੇ ਟੋਰਾਂਟੋ ਬੇਸਡ ਨੇ, ਸ਼ਾਇਰ ਨੇ, ਉਹ ਕੁਛ ਨਾ ਕੁਛ ਜਿਹੜਾ ਉਹ ਨਵੀਂ ਨਜ਼ਮ ਲਿਖਦੇ ਨੇ। ਉਹਨਾਂ ਦੀ ਨਜ਼ਮ ਦੇ ਨਾਲ ਮੈਂ ਕਲੋਜ਼ ਕਰਦਾ ਇਸ ਸੈਕਸ਼ਨ ਨੂੰ। ਸੱਚ ਝੂਠ ਦੀ ਜੰਗ। ਇਹ ਠੀਕ ਹੈ, ਬਹੁਤ ਸਾਰਿਆਂ ਨੂੰ ਲੱਗਦਾ ਹੈ ਵੀ ਹੁਣ ਤਾਂ ਹਿੰਦੂ ਸਾਮਰਾਜ ਆ ਗਿਆ, ਸਿੱਖ ਤਾਂ ਕੀ ਕਰਨਗੇ ਔਰ ਕਿਵੇਂ ਸਾਰੇ ਜਿਹੜੇ ਨੇ ਉਹ ਦੁਬਕ ਕੇ ਬੈਠੇ ਹੋਏ ਨੇ। ਪਰ ਉਹਨਾਂ ਦੀ ਹਰ ਨਜ਼ਮ ਦੇ ਵਿੱਚ ਖਾਲਸਾਈ ਸਪਿਰਿਟ ਹੁੰਦੀ ਹੈ, ਡਿਫਾਇੰਸ ਹੁੰਦੀ ਹੈ। ਕੱਚੇ ਕੋਠਿਆਂ ਨੂੰ ਨਹੀਂ ਢਹਿਣ ਦਿੰਦੇ, ਲਿਪ ਦਿੰਦੇ ਜੋ ਸਖਤ ਜਾਨ ਹੁੰਦੇ। ਕੱਚੇ ਕੋਠਿਆਂ ਨੂੰ ਨਹੀਂ ਢਹਿਣ ਦਿੰਦੇ, ਲਿਪ ਦਿੰਦੇ ਜੋ ਸਖਤ ਜਾਨ ਹੁੰਦੇ। ਵਿਰਲੇ ਨਹੀਂ ਗੁਲਾਮੀ ਕਬੂਲ ਕਰਦੇ, ਭਾਵੇਂ ਦੁੱਖ ਗੁਲਾਮੀ ਦੇ ਬੁਰੇ ਹੁੰਦੇ। ਤਵਾਰੀਖ ਇਤਿਹਾਸ ਦੀ ਬਦਲ ਦਿੰਦੇ, ਸੰਗਲ ਤੋੜ ਦਿੰਦੇ, ਗਲ ਜੋ ਪਏ ਹੁੰਦੇ। ਜਿਹੜੇ ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ, ਹਵਾ ਬਦਲ ਦਿੰਦੇ ਜੋ ਸਿੱਧੂ ਦੀਪ ਹੁੰਦੇ। ਭਾਵੇਂ ਝੰਡਾ ਆਣ ਆਜ਼ਾਦੀ ਦਾ ਗੱਢ ਦਿੰਦੇ, ਭਾਵੇਂ ਜੇਲਾਂ ਹੋਣ
ਅੰਮ੍ਰਿਤਪਾਲ ਹੁੰਦੇ। ਜੇਕਰ ਕੌਮੀ ਆਜ਼ਾਦੀ ਦਾ ਇਸ਼ਕ ਹੋਵੇ ਤਾਈਓ ਵਹਿਣ ਦਰਿਆਵਾਂ ਦੇ ਮੋੜ ਹੁੰਦੇ। ਸੁਬੇਗ ਸਿੰਘ ਪੜਪੋਤਾ ਮਹਿਤਾਬ ਸਿੰਘ ਦਾ, ਜਨਰਲ ਸੁਬੇਗ ਸਿੰਘ, ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ 30 ਮਈ ਨੂੰ ਔਰ ਆਉਣ ਵਾਲਾ ਹਫਤਾ ਘੱਲੂਘਾਰਾ 84 ਦੀ ਯਾਦ ਨੂੰ ਸਮਰਪਿਤ ਹੋਏਗਾ। ਬਿਲਕੁਲ। ਸੁਬੇਗ ਸਿੰਘ ਪੜਪੋਤਾ ਮਹਿਤਾਬ ਸਿੰਘ ਦਾ ਨਸਲਾਂ ਬਾਜ਼ ਨਹੀਂ ਟੈਂਕ ਤੋੜ ਹੁੰਦੇ। ਜਦੋਂ ਵਰਦੀਆਂ ਗੋਲੀਆਂ ਕੌਮ ਉੱਤੇ ਅਣਖਾਂ ਵਾਲਿਆਂ ਦੇ ਸੀਨੇ ਛੇਕ ਹੁੰਦੇ। ਬਿਲਕੁਲ। ਹਵਾ ਜਦੋਂ ਆਜ਼ਾਦੀ ਦੀ ਵਗਣ ਲੱਗੇ ਸ਼ਮਾ ਲਈ ਪਰਵਾਨੇ ਤਿਆਰ ਹੁੰਦੇ। ਭਾਊ ਸੱਚ ਤੇ ਝੂਠ ਦੀ ਜੰਗ ਅੰਦਰ ਸਦਾ ਫੈਸਲੇ ਹੱਥ ਅਕਾਲ ਹੁੰਦੇ। ਬੇਸ਼ੱਕ ਅੱਜ ਹਿੰਦੂਤਵੀ ਸਾਮਰਾਜ ਦੀ ਸ਼ੁਰੂਆਤ, ਹਿੰਦੂਤਵੀ ਜਿਹੜਾ ਸਮਰਾਟ, ਮੈਂ ਬਾਦਸ਼ਾਹ ਲਫ਼ਜ਼ ਵੀ ਨਹੀਂ ਇਸਤੇਮਾਲ ਕਰ ਰਿਹਾ ਕਿਉਂਕਿ ਇਹ ਵੀ ਹਿੰਦੂਤਵੀ ਲਫ਼ਜ਼ ਨਹੀਂ ਹੈ। ਉਹਨਾਂ ਨੇ ਤਾਂ ਉਹਨੂੰ ਪਹਿਲਾਂ ਹੀ ਹਿੰਦੂਤਵੀ ਹਿਰਦੇ ਸਮਰਾਟ ਕਿਹਾ ਹੋਇਆ ਸੀ। ਉਹ ਮੋਦੀ ਜਿਹੜਾ ਹਿੰਦੂਤਵੀ ਹਿਰਦੇ ਸਮਰਾਟ ਸੀ, ਹੁਣ ਉਹ ਰੀਅਲ ਹਿੰਦੂਤਵਾ ਦਾ ਇੱਕ ਸਮਰਾਟ ਬਣ ਕੇ ਉਸ ਦਾ ਰਾਜ ਤਿਲਕ ਹੋਇਆ। ਲੇਕਿਨ ਭਾਈ ਸੰਤੋਖ ਸਿੰਘ ਹੋਰਾਂ ਦੀ ਇਹ ਲਾਈਨ ਬੜੀ ਅਹਿਮੀਅਤ ਰੱਖਦੀ ਹੈ ਕਿ ਹਵਾ ਜਦੋਂ ਆਜ਼ਾਦੀ ਦੀ ਵਗਣ ਲੱਗੇ ਸ਼ਮਾ ਲਈ ਪਰਵਾਨੇ ਤਿਆਰ ਹੁੰਦੇ। ਭਾਊ ਸੱਚ ਤੇ ਝੂਠ ਦੀ ਜੰਗ ਅੰਦਰ ਸਦਾ ਫੈਸਲੇ ਹੱਥ ਅਕਾਲ ਹੁੰਦੇ। ਅਲਟੀਮੇਟਲੀ ਅਕਾਲ ਪੁਰਖ ਦੀ ਹੋਂਦ ਬੜੇ ਬੜੇ ਸਾਮਰਾਜ, ਰੋਮਨ ਐਮਪਾਇਰ, ਓਟੋਮੈਨ ਐਮਪਾਇਰ, ਕਿੰਨੇ ਤੁਸੀਂ 7-8 ਹਜ਼ਾਰ ਸਾਲ ਦੀ ਹਿਸਟਰੀ 'ਚ ਜਿਹੜੇ ਲੱਗਦਾ ਸੀ ਵੀ ਜਿਨ੍ਹਾਂ ਨੂੰ ਕੋਈ ਹਿਲਾ ਨਹੀਂ ਸਕਦਾ, ਤੇ ਇਹ ਕਿਹਦੇ ਪਾਣੀ ਹਾਰ ਨੇ। ਅਲਟੀਮੇਟਲੀ ਇਸ ਹਿੰਦੂ ਸਾਮਰਾਜ ਦੀ ਜਿਹੜਾ ਹੁਣ ਉਹਨਾਂ ਨੇ ਬਣਾ ਹੀ ਦਿੱਤਾ ਹੈ ਹਿੰਦੂਤਵੀ ਸਾਮਰਾਜ, ਇਸ ਨੂੰ ਖਾਲਸਾ ਪੰਥ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰੇਗਾ। ਕੱਲਾ ਇਹੀ ਨਹੀਂ, ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਅਸੀਂ ਆਪਣੀ ਜਿਹੜੀ ਆ ਉਹ ਸਰਹੱਦ ਇੱਕ ਸਾਈਡ ਦੀ ਦੱਸਦੇ, ਲੇਕਿਨ ਇਹ ਜਿਹੜਾ ਖਾਲਿਸਤਾਨ ਵੀ ਕਾਇਮ ਕਰੇਗਾ ਔਰ ਬਾਕੀ ਕੌਮੀ ਜਿਹੜੀਆਂ ਨੇ ਵੀ ਉਸ ਖਿੱਤੇ 'ਚੋਂ ਸਾਡੇ ਕਸ਼ਮੀਰੀ ਭਰਾ ਪੈਣਾ ਹੋਣ, ਉਹ ਨਾਰਥ ਈਸਟ ਦੇ ਵੀ ਜਿਵੇਂ ਹੁਣ ਮਣੀਪੁਰ ਦੇ ਲੋਕ ਵੀ ਖੜੇ ਨੇ, ਨਾਗੇ ਪਹਿਲਾਂ ਹੀ ਖੜੇ ਸੀ, ਔਰ ਸਾਰੀ ਹਿੰਦੂਤਵੀ ਬੈਲਟ ਦੇ ਵਿੱਚ ਵੀ। ਹਾਲਾਂਕਿ ਮੈਨੂੰ ਇੱਕ ਗੱਲ ਦਾ ਜ਼ਰੂਰ ਹੈ ਕਿ ਭਾਈ ਜਿਹੜੇ ਅਦਰਵਾਈਜ਼ ਸਿੱਖਾਂ ਦੇ ਮਗਰ ਪਏ ਹੁੰਦੇ ਨੇ ਅੰਬੇਦਕਰਾਈਟ ਬਣ ਕੇ ਜਾਂ ਦੂਜੇ, ਉਹਨਾਂ ਦੇ ਕੋਈ ਬਹੁਤੇ ਬਿਆਨਬਾਜ਼ੀਆਂ ਜਾਂ ਵਿਰੋਧ ਨਜ਼ਰ ਨਹੀਂ ਆਇਆ ਕਿ ਭਾਈ ਇਹ ਸਾਰਾ ਜਿਹੜਾ ਉਹ ਸਿਸਟਮ ਡਿਸਟਰੋਏ ਕਰਕੇ ਜਿਸ ਨੂੰ ਉਹ ਸੈਕੂਲਰ ਸਿਸਟਮ ਮੰਨਦੇ ਨੇ, ਇਹ ਨਵਾਂ ਜਿਹੜਾ ਆਇਆ ਵਿਰੋਧ ਤਾਂ ਅੱਜ ਵੀ ਸਿੱਖਾਂ ਵੱਲੋਂ ਹੈ। ਲੇਕਿਨ ਅਲਟੀਮੇਟਲੀ ਜੇ ਗੁਰੂ ਨੇ, ਅਕਾਲ ਪੁਰਖ ਨੇ ਇਹ ਅਗਵਾਈ ਖਾਲਸੇ ਨੂੰ ਦਿੱਤੀ ਹੋਈ ਹੈ ਤੇ ਫਿਰ ਖਾਲਸਾ ਹੀ ਇਸ ਬ੍ਰਾਹਮਣਵਾਦ ਦਾ, ਜਿਹਦਾ ਅਜੋਕਾ ਨਾਂ ਹਿੰਦੂਤਵ ਹੈ, ਇਸ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਕੇ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਓਸ਼ਨ, ਇੰਡੀਅਨ ਓਸ਼ਨ ਦੇ ਕੋਸੇ ਪਾਣੀਆਂ ਦੇ ਵਿੱਚ ਇਸ ਨੂੰ ਬਹਾਏਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਦੋਸਤਾਂ ਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਦੋਸਤਾਂ ਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। राजे पाप कमावदे उल्टी वाड़ खेत को खाई। ਘੱਲੂਘਾਰਾ ਜੂਨ 1984 ਤੇ ਬਣੀ ਦਸਤਾਵੇਜ਼ੀ ਫਿਲਮ ਬੈਟਲ ਆਫ ਅੰਮ੍ਰਿਤਸਰ ਕੈਵਰਸ਼ਮ ਮੈਮੋਰੀਅਲ ਹਾਲ ਵਿਖੇ 3 ਜੂਨ 2023 ਸ਼ਾਮ 5:30 ਵਜੇ ਦਿਖਾਈ ਜਾ ਰਹੀ ਹੈ। ਜਦੋਂ ਇੰਦਰਾ ਗਾਂਧੀ ਨੇ ਰੇਡੀਓ ਤੋਂ ਤੇ ਟੈਲੀਵਿਜ਼ਨ ਤੋਂ ਨੈਸ਼ਨਲ ਐਡਰੈਸ ਜਿਹੜਾ ਉਹ ਸੰਬੋਧਨ ਕੀਤਾ, ਉਹਦੇ 'ਚੋਂ ਪਤਾ ਲੱਗ ਗਿਆ ਕਿ ਕੁਛ ਹੋਣ ਜਾ ਰਿਹਾ ਹੈ। ਪੰਜਾਬੀ ਯੂਥ ਫੈਡਰੇਸ਼ਨ ਆਫ ਵੈਸਟਰਨ ਆਸਟ੍ਰੇਲੀਆ, ਸਿੱਖ ਸੇਵਕ ਜਥਾ ਪਰਥ ਅਤੇ ਸਥਾਨਕ ਸੰਗਤ ਦੇ ਸਹਿਯੋਗ ਨਾਲ ਅੱਜ ਦੀ ਪੀੜ੍ਹੀ ਨੂੰ ਅਜੋਕੇ ਇਤਿਹਾਸ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਜਦੋਂ ਤੱਕ ਆਪਣੇ ਘਰੇ ਨਾ ਵੜੇ, ਕਾਤਰੇ ਕਿਰਪਾਨ ਤੇ ਤੇਲ ਸ਼ਰਤ ਰਸਮਤ ਗੁਰਬਾਣੀ ਤੇ ਹੱਥ ਛੱਡਾ ਨਾ ਆਇਆ,
ਉਦੋਂ ਤੱਕ ਆਪਣੇ ਤੇ ਕੁੱਟ ਪੈਣੀ ਹੈ। ਇਸ ਦਸਤਾਵੇਜ਼ੀ ਫਿਲਮ ਵਿੱਚ 1984 ਦੇ ਦੌਰ ਦੀਆਂ ਅਸਲ ਝਲਕੀਆਂ ਅਤੇ ਚਸ਼ਮਦੀਦ ਗਵਾਹਾਂ ਨਾਲ ਕੀਤੀ ਗਈ ਗੱਲਬਾਤ ਦਿਖਾਈ ਗਈ ਹੈ। ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਬੈਟਲ ਆਫ ਅੰਮ੍ਰਿਤਸਰ ਦੀ ਸਕਰੀਨਿੰਗ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਰਾਜੇ ਪਾਪ ਕਮਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ। ਟਰਾਈ ਸਟੇਟ ਦੇ ਕੇਂਦਰੀ ਸਥਾਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਜੂਨ 1984 ਦਾ ਘੱਲੂਘਾਰਾ 2, 3 ਅਤੇ 4 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਬਹੁਤ ਵੱਡੀ ਪੱਧਰ ਦੇ ਉੱਤੇ ਸ਼ਰਧਾ ਭਾਵਨਾ ਅਦਬ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। 2 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਆਰੰਭ ਹੋਣਗੇ। 4 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਭੋਗ ਪੈਣਗੇ। 4 ਜੂਨ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਐਤਵਾਰ ਦਿਨ ਭਰ ਦੇ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਣਗੇ, ਜਿਸ ਵਿੱਚ ਕੀਰਤਨੀ ਜਥੇ, ਪ੍ਰਚਾਰਕ, ਢਾਡੀ ਸਾਹਿਬਾਨ, ਰਾਗੀ ਸਾਹਿਬਾਨ ਅਤੇ ਵਿਦਵਾਨ ਜਨ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਭਰਨਗੇ ਔਰ ਕੌਮ ਦੇ ਉੱਪਰ ਹੋਏ ਘੱਲੂਘਾਰੇ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਗੁਰਦੁਆਰਿਆਂ ਤੇ ਹੋਏ ਹਮਲੇ ਦੇ ਬਾਰੇ 'ਚ ਆਪ ਸਾਰੀਆਂ ਸੰਗਤਾਂ ਨੂੰ ਗੁਰ ਇਤਿਹਾਸ, ਸਿੱਖ ਇਤਿਹਾਸ ਤੇ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਦਿਨ ਵੱਧ ਤੋਂ ਵੱਧ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਤੇ ਮਹਾਨ ਸ਼ਹੀਦਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਦੋਂ ਮੋਦੀ ਦੇ ਰਾਜ ਤਿਲਕ ਦਾ ਜਸ਼ਨ ਚੱਲ ਰਿਹਾ ਸੀ, ਪਾਰਲੀਮੈਂਟ ਭਵਨ ਤੋਂ ਲਗਭਗ 150 ਕਿਲੋਮੀਟਰ ਦੀ ਦੂਰੀ ਤੇ ਜੰਤਰ ਮੰਤਰ ਰੋਡ ਤੇ ਦਿੱਲੀ ਦੀ ਪੁਲਿਸ ਵੱਲੋਂ ਉਹਨਾਂ ਪਹਿਲਵਾਨਾਂ ਨੂੰ ਦਾ ਜਿਹੜਾ ਕਟਾਪਾ ਹੈ ਉਹ ਚਾੜ ਕੇ ਗ੍ਰਿਫਤਾਰੀ ਕਰ ਰਹੇ ਸੀ, ਜਿਹੜੇ ਪਿਛਲੇ 1 ਮਹੀਨੇ ਤੇ ਜ਼ਿਆਦਾ ਸਮੇਂ ਤੋਂ ਇਨਸਾਫ ਲਈ ਧਰਨੇ ਤੇ ਬੈਠੇ ਹਨ। ਇਹਨਾਂ ਪਹਿਲਵਾਨਾਂ ਵਿੱਚ 올림픽 ਮੈਡਲ ਜਿੱਤਣ ਵਾਲੇ ਜਿਹੜੇ ਸਾਕਸ਼ੀ ਮਲਿਕ ਅਤੇ ਏਸ਼ੀਅਨ ਮੈਡਲ ਜਿੱਤਣ ਵਾਲੇ ਪਹਿਲਵਾਨ ਵੀ ਸ਼ਾਮਲ ਸਨ। ਸੋ ਜਾਟ ਭਾਈਚਾਰੇ ਨਾਲ ਸੰਬੰਧਿਤ ਇਹਨਾਂ ਗੈਰਤਮੰਦ ਪਹਿਲਵਾਨਾਂ ਦੇ ਨਾਲ ਕੋਈ ਹਿੰਦੂਤਵੀ ਜਿਹੜਾ ਸੰਗਠਨ ਹੈ ਨਹੀਂ ਖਲੋਤਾ ਹੈ, ਜਦੋਂ ਕਿ ਸਿੱਖ ਕੌਮ ਨੇ ਇਹਨਾਂ ਦਾ ਮੁਕੰਮਲ ਸਾਥ ਦਿੱਤਾ। ਜੋ ਕੁਝ ਇਹਨਾਂ ਨਾਲ ਵਾਪਰਿਆ ਇਹ ਆਉਣ ਵਾਲੇ ਸਮੇਂ ਵਿੱਚ ਹਿੰਦੂ ਰਾਸ਼ਟਰ ਦੇ ਰਾਜ ਝਲਕਾ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬ੍ਰਾਹਮਣ ਔਰ ਵਾਇਲੈਂਸ, ਬ੍ਰਾਹਮਣਵਾਦ ਦਾ ਮੇਰਾ ਮਤਲਬ ਹੈ, ਅੱਛਾ, ਇਹ ਟੁਗੇਦਰ ਨੇ। ਜਿੱਥੇ ਬ੍ਰਾਹਮਣਵਾਦ ਹੈ ਉੱਥੇ ਵਾਇਲੈਂਸ ਹੈ, ਉੱਥੇ ਖੂਨ ਹੈ, ਬਿਲਕੁਲ, ਉੱਥੇ ਧੱਕਾ ਹੈ, ਉੱਥੇ ਅਨਿਆਂ ਹੈ। ਔਰ ਮੈਂ ਇਹ ਗੱਲ ਹਵਾ 'ਚ ਨਹੀਂ ਕਰ ਰਿਹਾ। ਬਹੁਤ ਵਾਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਦੇ ਹੋ, ਇੱਕ ਪਾਸੇ ਤਾਂ ਸਾਡਾ ਉਹ ਕਲਚਰ ਹੈ ਬਾਬਾ, ਜਿਹੜਾ ਤੁਹਾਨੂੰ ਸਿਰਫ ਤੇ ਸਿਰਫ ਸਿਮਰਨ ਦੇ ਨਾਂ ਥੱਲੇ ਜੋ ਆਲੇ ਦੁਆਲੇ ਵਾਪਰ ਰਿਹਾ ਉਸ ਤੋਂ ਤੁਹਾਡੀਆਂ ਅੱਖਾਂ ਬੰਦ ਕਰਵਾ ਦਿੰਦਾ ਹੈ। ਪਰ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀ ਬਾਣੀ, ਜਿਨ੍ਹਾਂ ਦੇ ਰਾਹੀਂ ਇਸ ਧਰਤੀ ਦੇ ਉੱਤੇ ਬਾਣੀ ਨਾਜ਼ਲ ਹੁੰਦੀ ਹੈ, ਔਰ ਅੱਗੋਂ ਫਿਰ 6 ਜਾਮਿਆਂ 'ਚ ਉਹ ਤੁਰਕੀ ਬਾਣੀ, ਜਿਸ ਦੇ ਵਿੱਚ ਫਿਰ ਕਿਵੇਂ 15 ਭਗਤ, 11 ਭੱਟ, 3 ਸਿੱਖ, ਉਹ ਸਾਰੀਆਂ ਹੀ ਜਿਹੜੀਆਂ ਡਿਵਾਈਨ ਸੋਲਸ ਨੇ, ਰੱਬੀ ਰੂਹਾਂ ਨੇ, ਉਹ ਇਨਸਾਨੀਅਤ ਦੇ ਲਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਜਿਸ ਦੇ ਵਿੱਚ ਇਨਸਾਨੀ ਸਮਾਜ ਨੂੰ ਦਰਪੇਸ਼ ਉਹ ਬੇਸ਼ੱਕ ਤੁਹਾਡੀ ਡਿਵਿਨਿਟੀ ਹੈ, ਰੱਬ ਦਾ ਰਸਤਾ, ਸੱਚ, ਹੱਕ, ਇਨਸਾਫ ਹੈ, ਬਿਲਕੁਲ, ਉਹ ਤੁਹਾਡੇ ਆਰਥਿਕ, ਸਮਾਜਿਕ ਸਾਰੇ ਢਾਂਚਿਆਂ ਦੀ ਗੱਲ, ਭਾਈਚਾਰਕ ਉਸ ਸਾਂਝ ਦੀ ਗੱਲ ਕਰਦਾ। ਪਰ ਮੈਂ ਬਹੁਤ ਵਾਰ ਇਹ ਸੋਚਦਾ ਹੈ ਕਿ ਵੀ ਜਿੱਥੇ ਗੁਰਬਾਣੀ ਦੇ ਵਿੱਚ ਬਹੁਤ ਵਾਰ ਈਵਨ ਜਿਹੜੀ ਵਿਰੋਧੀ ਵਿਚਾਰਧਾਰਾ ਹੈ ਉਸ ਦੇ ਲਈ ਵੀ, ਜੇ ਤੁਸੀਂ ਸਿੱਧ ਗੋਸ਼ਟ ਦੇਖਦੇ ਹੋ,
ਤੇ ਤੁਹਾਨੂੰ ਇੱਕ ਬੜਾ ਇੱਕ ਬੈਲੈਂਸਡ ਨੁਕਤਾ ਨਿਗਾਹ ਨਜ਼ਰ ਆਉਂਦਾ ਹੈ ਸਾਰੀ ਡਿਬੇਟ ਦੇ ਵਿੱਚ। ਪਰ ਜਿੱਥੇ ਬ੍ਰਾਹਮਣਵਾਦ ਦਾ ਜ਼ਿਕਰ ਹੁੰਦਾ ਹੈ ਉੱਥੇ ਛੁਰੀ ਦਾ, ਖੂਨ ਦਾ ਔਰ ਜ਼ਿਕਰ ਜ਼ਰੂਰ। ਹੁਣ ਉਸ ਸਭ ਤੋਂ ਅਹਿਮ ਜਦੋਂ ਅਸੀਂ ਰੋਜ਼ਾਨਾ ਆਸਾ ਦੀ ਵਾਰ ਪੜ੍ਹਦੇ ਹਾਂ ਤੇ ਉਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ, ਜਗਤ ਕਸਾਈ। ਇਹ ਡਿਫਾਈਨ ਕਰ ਦਿੰਦਾ ਆਪਣੇ ਆਪ ਚ ਬ੍ਰਾਹਮਣਵਾਦ ਨੂੰ। ਮੱਥੇ ਤੇ ਟਿੱਕਾ, ਇਹਦੇ ਤੇੜ ਇੱਕ ਅੰਦਾਜ਼ ਦੇ ਵਿੱਚ ਕਖਾਈ ਧੋਤੀ ਬੰਨੀ ਹੋਈ ਹੈ, ਇਸ ਦੇ ਹੱਥ ਦੇ ਵਿੱਚ ਛੁਰੀ ਹੈ ਔਰ ਇਹ ਜਗਤ ਦਾ ਕਸਾਈ ਹੈ, ਬੁਚਰ ਆਫ ਦਾ ਵਰਲਡ। ਹੁਣ ਇਸ ਸਾਰੇ ਨੂੰ ਤੁਸੀਂ ਈਵਨ ਬਾਕੀ ਜਿਹੜੀਆਂ ਅਲਾਮਤਾਂ ਨੇ, ਜੇ ਤੁਸੀਂ ਗੁਰੂ ਸਾਹਿਬ ਜਿਨ੍ਹਾਂ ਨੂੰ ਇਹਨਾਂ ਨੇ ਸ਼ੂਦਰ ਬਣਾਇਆ ਹੋਇਆ ਸੀ, ਚੰਡਾਲ ਔਰ ਦੂਸਰੇ ਜਿਹੜੀਆਂ ਡੂਮ ਔਰ ਦੂਸਰੀਆਂ ਜਾਤਾਂ, ਜੇ ਤੁਸੀਂ ਬਾਣੀ ਚ ਪੜ੍ਹਦੇ ਹੋ ਬ੍ਰਾਹਮਣ ਨੂੰ ਹੀ ਐਡਰੈਸਡ ਹੈ, ਕਬੁੱਧ ਡੂਮਣੀ ਕੁਦਿਆ ਕਸੈਣ, ਪਰ ਨਿੰਦਾ ਕੱਟ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੇ ਕੱਢੇ ਕਿਆ ਥੀਏ ਜੇ ਚਾਰੇ ਬੈਠੀਆਂ ਨਾਲ। ਇਹ ਫਿਰ ਬ੍ਰਾਹਮਣ ਜਿਹੜਾ ਕਾਰ ਕੱਢ ਕੇ ਆਪਣੀ ਰੋਟੀ ਬਣਾਉਂਦਾ ਹੈ ਉਸ ਨੂੰ ਕਿਹਾ ਵੀ ਤੂੰ ਕਬੁੱਧ ਹੈ, ਤੂੰ ਜਿਨ੍ਹਾਂ ਨੂੰ ਤੂੰ ਸ਼ੂਦਰ ਨਹੀਂ, ਡੂਮ ਦੀ ਘਰ ਵਾਲੀ ਡੂਮਣੀ, ਕਸੈਣ, ਚੂੜੀ ਔਰ ਚੰਡਾਲਣੀ, ਉਹਨੂੰ ਕਿਹਾ ਵੀ ਨਹੀਂ, ਇਹ ਸਾਰੇ ਜਿਹੜੇ ਜਿਨ੍ਹਾਂ ਨੂੰ ਤੂੰ ਜ਼ਾਤ ਨਾਲ ਵੰਡਿਆ ਹੋਇਆ ਹੈ ਇਹਨਾਂ ਵਿੱਚ ਨਹੀਂ, ਇਹ ਤੇਰੇ ਚ ਨੇ, ਤੂੰ ਹੀ ਕਬੁੱਧ ਹੈ, ਤੇਰੀ ਮਾੜੀ ਪਿੱਟੀ ਭ੍ਰਿਸ਼ਟ ਬੁੱਧੀ ਹੈ, ਕਬੁੱਧ ਡੂਮਣੀ ਕੁਦਿਆ ਕਸੈਣ, ਕਿ ਤੇਰੇ ਚ ਦਇਆ ਨਾਂ ਦੀ ਕੋਈ ਚੀਜ਼ ਨਹੀਂ, ਕੋਈ ਕੰਪੈਸ਼ਨ ਨਹੀਂ ਹੈ। ਔਰ ਇਹ ਤੂੰ ਨਿੰਦਿਆ ਦੇ ਵਿੱਚ ਬਾਕੀ ਸਾਰਿਆਂ ਨੂੰ ਥੱਲੇ ਸੁੱਟ ਕੇ ਆਪਣੀ ਸੁਪਰਮੇਸੀ ਰੱਖੀ ਹੋਈ ਹੈ। ਔਰ ਤੂੰ ਜਦੋਂ ਕੋਈ ਤੈਨੂੰ ਚੈਲੰਜ ਕਰਦਾ ਹੈ ਤੇਰੇ ਵਿਚਲਾ ਜਿਹੜਾ ਗੁੱਸੇ ਦਾ ਚੰਡਾਲ ਹੈ ਉਹ ਜਾਗ ਪੈਂਦਾ ਹੈ। ਮੁੱਠੀ ਕ੍ਰੋਧ ਚੰਡਾਲ, ਕਾਰੇ ਕੱਢੇ ਕਿਆ ਥੀਏ ਜੇ ਚਾਰੇ ਬੈਠੀਆਂ ਨਾਲ, ਵੀ ਇਹ ਤੂੰ ਚਾਰੋਂ ਹੀ ਔਗਣ ਜਿਹੜੇ ਨੇ ਉਹ ਤੇਰੇ ਅੰਦਰ ਭਰੇ ਹੋਏ ਨੇ। ਸੋ ਇਸ ਕਿਸਮ ਦਾ ਤੁਹਾਨੂੰ ਬਹੁਤ ਸਾਰਾ ਵਰਤਾਰਾ ਨਜ਼ਰ ਆਉਂਦਾ। ਸੋ ਇਸ ਲਈ ਜੇ ਤੁਸੀਂ ਬੀਤੇ ਦਾ ਵੀ ਇਹਨਾਂ ਦਾ ਪੀਰੀਅਡ ਦੇਖੋ ਜੋ, ਔਰ ਦੁਨੀਆ 'ਚ ਮੈਂ ਸਮਝਦਾ ਵੀ ਵਰਣ ਆਸ਼ਰਮ ਜ਼ਾਤ ਪਾਤੀ ਸਿਸਟਮ ਤੋਂ ਵੱਧ ਕੇ ਜ਼ਾਲਮਾਨਾ ਸਿਸਟਮ ਕੋਈ ਨਹੀਂ ਹੈ ਔਰ ਹਜ਼ਾਰਾਂ ਸਾਲਾਂ ਤੋਂ। ਔਰ ਉਹਦੀ ਜਸਟੀਫਿਕੇਸ਼ਨ ਅੱਜ ਵੀ ਤੁਸੀਂ ਹਾਈਲੀ ਐਲੋਕੁਐਂਟ ਇਹਨਾਂ ਦੇ ਵੱਡੇ ਵੱਡੇ ਲਰਨਡ ਸਕਾਲਰ ਉਹ ਜਸਟੀਫਾਈ ਕਰਨਗੇ, ਉਹ ਕਹਿਣਗੇ ਜੀ ਇਹ ਠੀਕ ਹੈ, ਮਾੜਾ ਸਲੂਕ ਨਹੀਂ ਹੋਣਾ ਚਾਹੀਦਾ ਸ਼ੂਦਰਾਂ ਨਾਲ, ਲੇਕਿਨ ਇਹ ਤਾਂ ਕਿੱਤੇ ਤੇ ਆਧਾਰਿਤ ਵੰਡ ਸੀ, ਬੇਸਡ ਔਨ ਪ੍ਰੋਫੈਸ਼ਨ ਸੀ। ਦੇਖੋ ਜੀ, ਇੱਕ ਡਾਕਟਰ ਦਾ ਮੁੰਡਾ ਚੰਗਾ ਡਾਕਟਰ ਹੁੰਦਾ, ਉਹਨੂੰ ਮਾਹੌਲ ਫਲਾਣਾ ਮਿਲਦਾ। ਸੋ ਇਸ ਤੇ ਜਦੋਂ ਉਹਨਾਂ ਨੂੰ ਕਿਹਾ ਜਾਏਗਾ ਕਿ ਭਾਈ ਇਹ ਮਨੂ ਸਮ੍ਰਿਤੀ ਬਾਰੇ ਕੀ ਖਿਆਲ ਹੈ ਜਾਂ ਦੂਜਾ, ਨਹੀਂ ਇਹ ਬਾਅਦ ਦੇ ਵਿੱਚ ਹਾਰਡ ਹੋ ਗਿਆ, ਪਹਿਲਾਂ ਇਵੇਂ ਨਹੀਂ ਸੀ, ਪਹਿਲਾਂ ਬਹੁਤ ਲਿਬਰਲ ਸੀ ਤੇ ਫਲਾਣਾ ਟਾਈਮ। ਅੱਜ ਵੀ ਗਾਂਧੀ ਵਰਗਾ ਫਰਾਡੀਆ ਵੀ ਜਿਹਨੂੰ ਇੱਕ ਬੁੱਧ ਬਣਾ ਕੇ ਪੇਸ਼ ਕੀਤਾ ਜਾਂਦਾ ਉਹਨੂੰ ਜਸਟੀਫਾਈ ਕਰਦਾ। ਸੋ ਇਹ ਹੋ ਹੀ ਨਹੀਂ ਸਕਦਾ ਕਿ ਬ੍ਰਾਹਮਣ ਦੀਆਂ ਰਸਮਾਂ ਦੇ ਮੁਤਾਬਕ ਰਾਜ ਤਿਲਕ ਹੋ ਰਿਹਾ ਹੋਏ, ਰਾਜ ਅਭਿਸ਼ੇਕ ਹੋ ਰਿਹਾ ਹੋਏ ਤਾਂ ਹਿੰਸਾ ਨਾ ਹੋਏ। ਇਹ ਤਾਂ ਫਿਰ ਬ੍ਰਾਹਮਣ ਨੂੰ ਸੂਟ ਨਹੀਂ ਕਰਦਾ ਜੇ ਹਿੰਸਾ ਨਾ ਹੋਏ। ਉਹਦਾ ਤਾਂ ਰਾਜ ਹੀ ਜਿਹੜਾ ਉਹ ਜ਼ਬਰ ਔਰ ਜ਼ੁਲਮ ਦਾ ਰਾਜ ਹੈ। ਹਾਲਾਂ ਇਹ ਤਾਂ ਹੁਣ ਤਾਂ ਹਿੰਦੂਤਵਾ ਸਮਰਾਟ ਦਾ ਰਾਜ ਤਿਲਕ ਸੀ। ਈਵਨ ਜਦੋਂ ਸੈਕੂਲਰ ਭਾਰਤ ਦਾ ਸਮਰਾਟ ਇੰਦਰਾ ਗਾਂਧੀ ਤੋਂ ਬਾਅਦ ਰਾਜੀਵ ਗਾਂਧੀ, ਉਸ ਨੂੰ ਰਾਜ ਦੀ ਜਿਹੜੀ ਹੈ ਸਹੁੰ ਚੁਕਾਈ ਜਾ ਰਹੀ ਸੀ ਸੈਕੂਲਰ ਜ਼ਬਾਨ ਦੇ ਵਿੱਚ, ਔਰ ਉਦੋਂ ਦਿੱਲੀ ਔਰ ਭਾਰਤ ਭਰ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਖੂਨ ਡੋਲਿਆ ਜਾ ਰਿਹਾ ਸੀ। ਔਰ ਕਸ਼ਮੀਰੀ ਬ੍ਰਾਹਮਣ, ਕੌਲ ਬ੍ਰਾਹਮਣ ਰਾਜੀਵ ਗਾਂਧੀ ਜਦੋਂ ਪਹਿਲੇ ਇਕੱਠ ਨੂੰ ਐਡਰੈਸ ਕਰਦਾ ਹੈ ਦਿੱਲੀ ਦੇ ਉਸ ਰਾਮਲੀਲਾ ਗਰਾਊਂਡ 'ਚ, ਤੇ ਉਹ ਕਹਿੰਦਾ ਹੈ ਕਿ ਜਦ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਸੋ ਉਸ ਦਾ ਰਾਜ ਤਿਲਕ ਜਿਹੜਾ ਹੈ ਉਹ ਵੀ ਸਿੱਖਾਂ ਦੇ ਲਹੂ ਦੇ ਨਾਲ ਹੋਇਆ। ਹੁਣ ਤਾਂ ਹਿੰਦੂ ਹਿਰਦੇ ਸਮਰਾਟ, ਔਰ ਇਹ ਜਿਹੜੀ ਗੱਲ ਇਹਨਾਂ ਨੂੰ ਚੁੱਭਦੀ ਹੈ। ਔਰ ਆਉਣ ਵਾਲੇ ਪੀਰੀਅਡ 'ਚ ਕੁਝ ਚੀਜ਼ਾਂ ਜਿਹੜੀਆਂ ਹੈ, ਅੱਜ ਕੁਝ ਕਮਿਊਨਿਟੀਜ਼ ਦੇ ਵਿਰਲੇ ਟਾਵੇਂ ਲੋਕ ਇਸ ਗੱਲ ਨੂੰ ਸਮਝ ਰਹੇ ਨੇ। ਔਰ ਜਿਵੇਂ ਅੱਜ ਹੀ ਮਨੋਜ ਦੂਹਨ ਜਿਹੜਾ ਜਾਟ ਹਰਿਆਣੇ ਦਾ ਜੇਲ੍ਹ 'ਚ ਸੀ, ਝੂਠੇ ਮੁਕੱਦਮੇ ਬਣਾਏ ਉਹਦੇ ਤੇ, ਉਹ ਜੇਲ੍ਹ 'ਚ ਹੀ ਉਹਨੇ ਸਿੱਖੀ ਬਾਰੇ ਵੀ ਪੜ੍ਹਿਆ ਔਰ ਬਾਬੇ ਨਾਨਕ ਅੱਗੇ ਅਰਦਾਸ ਕੀਤੀ। ਉਹਦਾ ਆਪਣਾ ਕਹਿਣਾ ਵੀ ਮੇਰੇ ਮਹੀਨੇ ਦੇ ਵਿੱਚ ਸਾਰੇ ਮੁਕੱਦਮੇ ਵੀ ਮੁੱਕ ਗਏ ਬਾਹਰ। ਔਰ ਅੱਜ ਉਹ ਪੁਕਾਰ ਕੇ ਕਹਿ ਰਿਹਾ ਆਪਣੇ ਜਾਟ ਭਾਈਚਾਰੇ ਨੂੰ ਕਿ ਇਹ ਬ੍ਰਾਹਮਣਵਾਦ 'ਚ ਤੁਹਾਡੀ ਥਾਂ ਨਹੀਂ ਹੈ, ਤੁਹਾਡੀ ਥਾਂ ਸਿੱਖੀ ਦੇ ਵਿੱਚ ਹੈ। ਔਰ ਅੱਜ ਵੀ ਉਹਦੀ ਸਟੇਟਮੈਂਟ ਦਾ ਮੈਂ ਜ਼ਿਕਰ ਕਰਾਂਗਾ। ਪਰ ਪਹਿਲਾਂ ਜਿੱਥੇ ਹਿੰਦੂ ਹਿਰਦੇ ਸਮਰਾਟ ਹੁਣ ਰੀਅਲ ਹਿਰਦੇ ਸਮਰਾਟ ਬਣ ਕੇ ਹਿੰਦੂਤਵਾ ਰਾਸ਼ਟਰ ਦਾ ਉਸ ਦਾ ਰਾਜ ਅਭਿਸ਼ੇਕ ਹੋ ਰਿਹਾ ਹੈ, ਉਹਦਾ ਰਾਜ ਤਿਲਕ ਹੋ ਰਿਹਾ ਹੈ, ਠੀਕ 1.5 ਕਿਲੋਮੀਟਰ ਦੀ ਦੂਰੀ ਦੇ ਉੱਤੇ ਜੰਤਰ ਮੰਤਰ ਰੋਡ ਤੇ ਅਪ੍ਰੈਲ ਦੇ ਮਹੀਨੇ ਤੋਂ ਜਿਹੜੇ ਜਾਟ ਭਾਈਚਾਰੇ ਨਾਲ ਜਿਨ੍ਹਾਂ ਨੇ
ਜਿਨ੍ਹਾਂ ਨੂੰ ਮੋਦੀ ਨੇ ਆਪਣੇ ਘਰ ਡਿਨਰ ਤੇ ਸੱਦਿਆ ਸੀ, ਕਿਉਂਕਿ ਰਿਓ 올림픽 ਦੇ ਵਿੱਚ ਸਾਕਸ਼ੀ ਮਲਿਕ ਨੇ ਪਹਿਲਵਾਨੀ ਦੇ ਵਿੱਚ ਤਮਗਾ ਜਿੱਤਿਆ। ਇਸੇ ਤਰ੍ਹਾਂ ਦੂਸਰੇ ਜਿਹੜੇ ਨੇ ਉਹ ਏਸ਼ੀਅਨ ਮੈਡਲ ਔਰ ਦੂਸਰੇ ਜਿੱਤਣ ਵਾਲੇ ਨੇ ਕਾਮਨਵੈਲਥ ਗੇਮਾਂ ਦੇ ਵਿੱਚ। और भारत की बेटियां और फलाना सिर ते बड़े बड़े मैडल वो जित के आई हैं सी किस मेहनत दे नाल उन्होंने। और वो अप्रैल और उन्होंने कोई वो मंग उन्होंने ऐसी नहीं है, उन्होंने है कि भाई जड़ा तुसी बीजेपी दा MP जिन्होंने रैसलिंग काउंसिल दा प्रेजिडेंट बनाया होया, उहदा नाम की है ब्रिजभूषण शरण सिंह, कि भी ये तां कामी कुत्ता है, ਇਹ ਐਕਸਪਲੋਇਟ ਕਰਦਾ ਹੈ ਸਾਡੇ ਨਾਲ ਵੀ ਕੀਤਾ ਇਹਨੇ ਕੋਸ਼ਿਸ਼ ਕੀਤੀ, ਅਸੀਂ ਆਪਣਾ ਆਨਰ ਬਚਾਇਆ ਵੀ ਇਹਦੇ ਖਿਲਾਫ FIR ਦਰਜ ਕਰੋ ਔਰ ਇਹਨੂੰ ਜਿਹੜਾ ਉਹ ਜੇਲ੍ਹ ਦੇ ਅੰਦਰ ਸੁੱਟੋ। ਇਹ ਉਹਨਾਂ ਦੀ ਮੰਗ ਹੈ। ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਇਹ ਹਿੰਦੂ ਤਵੀ ਜਿਹੜੇ ਜਦੋਂ ਤੁਸੀਂ ਇਹ ਕਹੋਗੇ ਕਿ ਜੀ ਤੁਸੀਂ ਤਾਂ ਤੁਹਾਡੇ ਮੰਨੂ ਨੇ ਤਾਂ ਔਰਤ ਨੂੰ ਸ਼ੂਦਰ ਬਣਾਇਆ, ਪੈਰਾਂ ਦੀ ਜੁੱਤੀ ਬਣਾਇਆ, ਗੋਸਵਾਮੀ ਤੁਲਸੀਦਾਸ ਨੇ ਕੀ ਕਿਹਾ ਹੋਇਆ, और फिर वो कह जी असी तो देवी की पूजा करते हैं, देखो साड़ियां देवियां किवें। हुण उसे ही भारत दे विच उन्हां दियां बच्चियां वो कोई सिख धर्म नूं मनण वालियां नहीं ने, और वो कह रही ने भी साडे नाल इह होया, कोई हिंदुत्वी जमात उन्हां दे नाल नहीं खलोती है, रादर उन्हां दी करैक्टर असैसीनेशन करन दी भी कोशिश करते रहे। लेकिन आफरीन है उन्हां नूं, जिस मैं समझदा कि यही रीयल ट्रू स्पिरिट है। हालांकि ਉਹ ਆਲ ਦਾ ਵੇ ਆਏ, ਉਹਨਾਂ ਨੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਨਾਲ ਮੁਲਾਕਾਤ ਕੀਤੀ, ਫਤਿਹਗੜ੍ਹ ਸਾਹਿਬ ਕੀਤੀ, ਸਿੱਖ ਨਾਲ ਖਲੋਤੇ, ਪਹਿਲਾਂ ਸਿੱਖ ਕਿਸਾਨ ਗਏ ਸੀ, ਹੁਣ ਸ਼੍ਰੋਮਣੀ ਕਮੇਟੀ ਦਾ ਇੱਕ ਡੈਲੀਗੇਸ਼ਨ ਜਾਣਾ ਸੀ। ਇਸ ਸਭ ਦੇ ਬਾਵਜੂਦ ਕਿ ਭਾਈ ਉਹਨਾਂ ਦਾ ਧਰਨਾ ਪੀਸਫੁਲ, ਐਨ ਜਦੋਂ ਮੋਦੀ ਦਾ ਆਇਆ ਸੀ ਉਹਨਾਂ ਨੇ ਕਿਹਾ ਜੀ ਅਸੀਂ ਪੀਸਫੁਲ ਹੀ ਪ੍ਰੋਟੈਸਟ ਕਰਨਾ ਹੈ। ਜਿਵੇਂ ਉਹਨਾਂ ਨੂੰ ਧੂ ਕੇ ਜਿਵੇਂ ਉਹ ਜ਼ਲੀਲ ਕੀਤਾ ਗਿਆ ਔਰ ਕਿਵੇਂ ਉਹਨਾਂ ਨੂੰ ਸੁੱਟਿਆ ਗਿਆ, ਦਰਸ਼ਕ ਦੇਖ ਸਕਦੇ ਨੇ ਪਿਕਚਰਸ ਜੇ ਕਿ ਉਸ ਸਾਰੇ ਦੇ ਚੱਲਦੇ ਆ ਤੁਹਾਨੂੰ ਇਹ ਨਜ਼ਰ। ਔਰ ਜਿਹੜਾ ਇੰਟਰਨੈਸ਼ਨਲ ਮੀਡੀਆ ਜਾਂ ਦੂਸਰਾ ਉਹਨੇ ਜ਼ਰੂਰ ਕਵਰ, BBC ਦੀ ਪੰਜਾਬੀ ਸਰਵਿਸ ਦਾ ਵੀ ਸੀ, ਜਿਹੜੀ ਉਹਨਾਂ ਦੀ ਹੈਡਲਾਈਨ ਹੈ ਕਿ ਨਵੀਂ ਸੰਸਦ ਦਾ ਜਦੋਂ ਉਦਘਾਟਨ ਹੋ ਰਿਹਾ ਸੀ ਤਾਂ ਕਿਵੇਂ ਮੈਡਲ ਜੇਤੂ ਪਹਿਲਵਾਨਾਂ ਨੂੰ ਸੜਕ ਤੇ ਘਸੀਟਿਆ ਗਿਆ। ਦੇਖੋ ਇਹ ਉਹਨਾਂ ਦੀ ਹੈਡਲਾਈਨ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਸਾਰੇ ਤੋਂ TV ਸਕਰੀਨ ਤੇ ਦ੍ਰਿਸ਼ ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਤੋਂ ਪਹਿਲਾਂ ਪੂਜਾ ਰਸਮਾਂ ਸ਼ਿਰਕਤ ਕਰਦੇ ਹੋਏ ਤੇ ਦੂਸਰੇ ਪਾਸੇ ਪਹਿਲਵਾਨਾਂ ਨੂੰ ਘੜੀਸਿਆ ਜਾ ਰਿਹਾ ਹੈ। ਲੰਬੀ ਚੌੜੀ ਕਹਾਣੀ ਹੈ, ਮੇਰੇ ਕੋਲ ਇੰਨਾ ਵਕਤ ਨਹੀਂ ਹੈ ਕਿ ਭਾਈ ਉਹਨਾਂ ਨੇ ਹੁਣ ਜਦੋਂ ਇਸ ਸਾਰੇ ਤੋਂ ਬਾਅਦ ਭਾਵੇਂ ਕੁਛ ਨੂੰ ਉਹਨਾਂ ਨੇ ਛੱਡਿਆ, ਈਵਨ ਪੱਤਰਕਾਰਾਂ ਨੂੰ ਵੀ ਚੁੱਕ ਕੇ ਲੈ ਗਏ, ਬਿਲਕੁਲ ਖਾਲੀ ਕਰਾ ਲਈ ਗਈ ਥਾਂ। ਫਿਰ ਉਹਨਾਂ ਨੇ ਪਹਿਲਵਾਨਾਂ ਨੇ ਕਿਹਾ ਕਿ ਜੀ ਹੁਣ ਸਾਡੇ ਲਈ ਕੋਈ ਜੀਣ ਦਾ ਹੱਜ ਨਹੀਂ, ਸਾਡੇ ਕੋਲ ਇਹਨਾਂ ਮੈਡਲਾਂ ਨੂੰ ਵੀ ਅਸੀਂ ਬਿਲਕੁਲ ਜਿਹੜਾ ਅਸੀਂ ਆਪਣੀ ਇੱਕ ਮਿਹਨਤ ਕਰਕੇ ਆਪਣੀ ਕਮਾਈ ਨਾਲ ਮੁਲਕ ਦੀ ਝੋਲੀ 'ਚ ਪਾਏ ਸੀ, ਤੇ ਗੰਗਾ ਦਰਿਆ ਜਿਹੜਾ ਪਾਪਾਂ ਨੂੰ ਧੋਣ ਵਾਲਾ ਹੈ, ਅਸੀਂ ਇਹਨਾਂ ਮੈਡਲਾਂ ਨੂੰ ਹਰ ਕੀ ਪੌੜੀ ਹਰਿਦੁਆਰ ਜਾ ਕੇ ਗੰਗਾ ਮਾਤਾ ਦੇ ਜਿਹੜਾ ਹੈ ਉਹਦੇ ਹਵਾਲੇ ਕਰ ਦੇਣਾ। ਔਰ ਪੂਰਾ ਉਹ ਨਿਕਲ ਗਈਆਂ, ਹਰ ਕੀ ਪੌੜੀ ਤੱਕ ਵੀ ਪਹੁੰਚੀਆਂ। ਫਿਰ ਜਿਹੜੀ ਲੇਟੈਸਟ ਖਬਰ ਆਈ ਕਿ ਭਾਈ ਉਹਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਚੀਫ ਨਰੇਸ਼ ਟਕੈਤ ਉਹਨਾਂ ਨੇ ਰੋਕ ਦਿੱਤਾ ਕਿ ਭਾਈ ਤੁਸੀਂ ਇਹ ਇਮਰਸ ਨਾ ਕਰੋ। 5 ਦਿਨ ਦਾ ਟਾਈਮ ਉਹਨਾਂ ਨੇ ਲਿਆ ਕਿ ਵੀ ਅਸੀਂ ਇਸ ਮਾਮਲੇ ਨੂੰ ਨਜਿੱਠਾਂਗੇ। ਪਰ ਜਿਹੜਾ ਮੈਂ ਜਿਵੇਂ ਮਨੋਜ ਸਿੰਘ ਦੂਨ ਦੀ ਗੱਲ ਕੀਤੀ ਹੈ, ਉਹਨੇ ਬਿਲਕੁਲ ਠੀਕ ਉਹਨਾਂ ਨੂੰ ਕਿਹਾ ਕਿ ਵੀ ਗੰਗਾ 'ਚ ਤੁਸੀਂ ਪਾ ਕੇ ਇਹਨਾਂ ਮੈਡਾਂ ਨੂੰ ਕੀ ਕਰਨਾ, ਇਹ ਤਾਂ ਪਹਿਲਾਂ ਹੀ ਗੰਦੀ ਹੈ। ਔਰ ਤੁਸੀਂ ਗੰਗਾ ਦੀ ਆਈਡੀਓਲੋਜੀ ਵਾਲਿਆਂ ਦਾ ਹਾਲ ਦੇਖ ਲਓ, ਜਿਹੜੇ ਇਹਨੂੰ ਮੰਨਣ ਵਾਲੇ ਨੇ, ਕੋਈ ਤੁਹਾਡੇ ਨਾਲ ਖਲੋਤਾ। ਮਨੋਜ ਦੂਨ ਨੇ ਕਿਹਾ ਵੀ ਤੁਸੀਂ ਸਾਰੀਆਂ ਆ ਕੇ ਦਰਬਾਰ ਸਾਹਿਬ ਗੁਰੂ ਦੇ ਚਰਨਾਂ ਦੇ ਵਿੱਚੋਂ ਆਪਣੇ ਮੈਡਲ ਰੱਖ ਕੇ ਅਰਦਾਸ ਕਰੋ ਕਿ ਗੁਰੂ ਤੁਹਾਨੂੰ ਇਨਸਾਫ ਦੇਣ। ਉਹਨੇ ਫਿਰ ਆਪਣੀ ਕਹਾਣੀ ਕਹੀ ਕਿ ਭਾਈ ਮੈਂ ਅਰਦਾਸ ਕੀਤੀ ਅੰਦਰ ਗੁਰੂ ਨਾਨਕ ਦੇ ਚਰਨਾਂ 'ਚ, ਮੇਰੇ ਸਾਰੇ ਮੁਕੱਦਮੇ ਖਤਮ ਹੋਏ। ਜੇ ਤੁਹਾਡੀ ਕੋਈ ਥਾਂ ਹੈ, ਉਹਨੇ ਆਪਣੇ ਜਾਟ ਭਾਈਚਾਰੇ ਨੂੰ ਵੀ ਕਿਹਾ ਕਿ ਵੀ ਮਤ ਇਹ ਬ੍ਰਾਹਮਣਵਾਦ ਦੇ ਹੱਥਾਂ 'ਚ ਤੁਸੀਂ ਖਵਾਰ ਹੋਏ ਹੋ, ਅੱਗੋਂ ਵੀ ਹੋਵੋਗੇ, ਤੁਹਾਡੇ ਲਈ ਇਹੀ ਰਸਤਾ ਹੈ ਕਿ ਤੁਸੀਂ ਗੁਰੂ ਨਾਨਕ ਦੇ ਘਰ 'ਚ ਆਓ। ਸੋ ਮੈਂ ਸਮਝਦਾ ਕਿ ਵੀ ਕਈ ਵਾਰ ਕੁਝ ਜਿਹੜੇ ਪਲ ਹੁੰਦੇ ਨੇ ਉਹ ਆਪਣੇ ਆਪ ਦੇ ਵਿੱਚ ਹੀ ਦੱਸ ਰਹੇ ਹੁੰਦੇ ਨੇ। ਔਰ ਇਹ ਬਹੁਤ ਸਾਰੇ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ, ਜਿਹੜੇ ਕਾਮਨ ਲੋਕ ਨੇ ਉਹਨਾਂ ਨੂੰ ਲੱਗਦਾ ਕਿ ਵੀ ਇੰਨਾ ਇਨਜਸਟਿਸ ਕਿ ਵੀ ਔਰ ਲੇਕਿਨ ਕਿਉਂਕਿ ਇਹ ਤਾਂ ਖੁਦ ਕ੍ਰਿਮੀਨਲ ਨੇ, 1/3 ਪਾਰਲੀਮੈਂਟ ਕ੍ਰਿਮੀਨਲ ਹੈ,
ਜਿਹੜਾ ਮੋਦੀ ਹੁਣ ਉਹਨਾਂ ਨੂੰ ਕਹਿੰਦਾ ਜੀ ਬ੍ਰਿਜ ਮੋਹਨ ਸਿੰਘ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਬਈ ਉਹ ਇੱਕ ਸ਼ਕਲੋਂ ਹੀ ਇੱਕ ਰੇਪਿਸਟ ਲੱਗਦਾ ਹੈ, ਔਰ ਉਹ ਜਿਹੜੀਆਂ ਵਿਚਾਰੀਆਂ ਇਲਜ਼ਾਮ ਲਾ ਰਹੀਆਂ ਵੀ ਸਾਡੇ ਨਾਲ ਕੀ ਹੋਇਆ, ਤੇ ਮੈਂ ਕਿਹਾ ਜੀ ਉਹ ਪੁਕਾਰ ਕਿਹਨੂੰ ਕਰ ਰਹੀਆਂ ਨੇ? ਬਿਲਕੁਲ ਮੋਦੀ ਅਮਿਤ ਸ਼ਾਹ ਨੇ ਹਜ਼ਾਰਾਂ ਮੁਸਲਮਾਨ ਮਾਰੇ, ਬਿਲਕੁਲ ਤੁਹਾਨੂੰ ਉਹਨਾਂ ਦੇ ਹੱਥਾਂ 'ਚੋਂ ਖੂਨ ਡ੍ਰਿਪ ਕਰਦਾ ਨਜ਼ਰ ਨਹੀਂ ਆਉਂਦਾ? ਉਹੀ ਹਿੰਦੂਤਵੀ ਗੁਜਰਾਤ ਸਰਕਾਰ ਉਹਨਾਂ ਦੀ ਜਿਹੜੀ ਬਿਲਕਿਸ ਬਾਨੋ ਦੇ ਪਰਿਵਾਰ ਦੇ 8-9 ਜੀਆਂ ਨੂੰ ਮਾਰਨ ਵਾਲੇ, ਉਹਦੇ ਨਾਲ ਰੇਪ ਕਰਨ ਵਾਲੇ ਉਹ ਜਿਹੜੇ ਕਾਤਲ ਨੇ, ਉਹਨਾਂ ਨੂੰ ਇਸ ਲਈ ਛੱਡ ਦਿੰਦੇ ਨੇ ਕਿ ਵੀ ਇਹ ਬ੍ਰਾਹਮਣ ਨੇ, ਤੇ ਇਹ ਜਿਹਦੇ ਖਿਲਾਫ ਉਹ ਡਿਮਾਂਡ ਕਰ ਰਹੀਆਂ ਵੀ ਉਹ ਰਿਜ਼ਾਈਨ ਕਰੇ, ਉਹਨੂੰ ਅਰੈਸਟ ਕਰੋ, ਉਹ ਤਾਂ ਉਹਨਾਂ ਦਾ ਪਾਵਰਫੁਲ ਐਮਪੀ ਹੈ। ਜਿਵੇਂ ਕਾਂਗਰਸ ਅੱਜ ਤੱਕ ਜਗਦੀਸ਼ ਟਾਈਟਲਰ, HKL ਭਗਤ, ਸੱਜਣ ਕੁਮਾਰ, ਹੁਣ ਕੋਈ ਮਰ ਗਏ ਕੋਈ ਮਰ ਜਾਣਗੇ, ਉਹਨਾਂ ਨੂੰ ਡਿਫੈਂਡ ਕਰਦੀ ਰਹੀ। ਕਦੇ ਕਾਂਗਰਸ ਨੇ ਤਾਂ ਨਹੀਂ ਕਿਹਾ ਕਿ ਜੀ ਇਹਨਾਂ ਨੇ ਹਜ਼ਾਰਾਂ ਸਿੱਖ ਮਾਰੇ ਨੇ, ਇਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਏ, ਕਿਉਂਕਿ ਅਲਟੀਮੇਟਲੀ ਜੋ ਕੋਈ ਵੀ ਕਰ ਰਿਹਾ ਸਭ ਦੀਆਂ ਜੜ੍ਹਾਂ ਹਿੰਦੂਤਵਾ ਦੇ ਨਾਲ ਜੁੜੀਆਂ ਹੋਈਆਂ। ਔਰ ਇਹੀ ਗੱਲ ਜਦੋਂ ਔਰ ਮਨੋਜ ਸਿੰਘ ਦੂਨ ਦੀ ਬੇਸ਼ੱਕ ਐਡਵਾਈਸ ਪਤਾ ਨਹੀਂ ਕਿੰਨੀ ਕੁ ਦੇਰ ਤੱਕ ਆਪਣੇ ਉਹਨਾਂ ਦੇ ਭਾਈਚਾਰੇ ਤੱਕ ਪਹੁੰਚੇਗੀ, ਪਰ ਜੇ ਸਿੱਖ ਹੀ ਮੰਨ ਲੈਣ ਅੱਜ ਵੀ ਕਿ ਭਾਈ ਮੱਥਾ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਏ, ਬੁੱਚਰ ਆਫ ਦਾ ਵਰਲਡ, ਕਿ ਸਾਡੀ ਲੜਾਈ ਕਿਸੇ ਐਵੇਂ ਜਿਹੜਾ ਐਵੇਂ ਕੈਵੇਂ ਨਾਲ ਨਹੀਂ ਹੈ, ਇਹ ਬੁੱਚਰ ਆਫ ਦਾ ਵਰਲਡ ਨਾਲ ਹੈ, ਔਰ ਇਹ ਕਿਸੇ ਹੱਦ ਤੱਕ ਵੀ ਜਾਣਗੇ। ਔਰ ਅਸੀਂ ਵੀ ਇਸ ਨੂੰ ਸਮਝੀਏ ਕਿ ਇਹ ਲੜਾਈ ਸੌਖੀ ਨਹੀਂ ਹੈ, ਪਰ ਅਸੀਂ ਇਹ ਵੀ ਮੰਨ ਕੇ ਤੁਰਦੇ ਹਾਂ ਕਿ ਅਲਟੀਮੇਟਲੀ ਜਦੋਂ ਤੁਸੀਂ ਗੁਰੂ ਦਾ ਆਸਰਾ ਪਰਨਾਮ ਲੈ ਕੇ ਤੁਰਦੇ ਹੋ, ਤੇ ਫਿਰ ਮੁਗਲਿਆ ਸਾਮਰਾਜ, ਅਫਗਾਨ ਧਾੜਵੀ, ਦਰਾ ਖੈਬਰ ਪਾਰ ਦੇ ਬ੍ਰਿਟਿਸ਼ ਕਲੋਨੀਅਲਸ, ਇਹਨਾਂ ਦੀ ਖਾਲਸੇ ਨੇ ਸਫ ਵਲੇਟੀ ਹੈ, ਪਰ ਇਹਨਾਂ ਸਾਡੇ ਜਾਟ ਭਾਈਚਾਰੇ ਦੇ ਵੀਰਾਂ ਭੈਣਾਂ ਨੂੰ ਸੂਨਰ ਔਰ ਲੇਟਰ ਸਿੱਖੀ ਦੇ ਦਾਇਰਾਕਾਰ 'ਚ ਹੀ ਆਉਣਾ ਹੋਏਗਾ। ਖਾਲਸੇ ਦੇ ਰੂਪ ਦੇ ਵਿੱਚ ਹੀ ਇਹ ਬਹਾਦਰ ਲੋਕ ਨੇ, ਮਿਹਨਤੀ ਲੋਕ ਨੇ, ਸਚਿਆਰੇ ਲੋਕ ਨੇ। ਸਿਰਫ ਗਲਤ ਵਿਚਾਰਧਾਰਾ, ਕੁਝ ਉਧਰ ਵੜ ਗਏ ਸਨਾਤਨੀਆਂ 'ਚ, ਕੁਝ ਸਵਾਮੀ ਦਇਆਨੰਦ ਦੇ ਢਹਿ ਚੜ੍ਹ ਕੇ ਆਰੀਆ ਸਮਾਜੀ ਹੋ ਗਏ। ਹੁਣ ਇਹ ਅੰਦਰੋਂ ਅੰਦਰ ਜਿਹੜਾ ਪ੍ਰਚਾਰ ਵੀ ਚੱਲ ਰਿਹਾ, ਔਰ ਕਿਸਾਨ ਮੂਵਮੈਂਟ ਤੋਂ ਬਾਅਦ ਇਹਨਾਂ ਦੇ ਇੱਕ ਤਬਕੇ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਸਾਡੀ ਥਾਂ ਸਿੱਖੀ ਦੇ ਵਿੱਚ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ। ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਘੱਲੂਘਾਰਾ ਜੂਨ 1984 ਤੇ ਬਣੀ ਦਸਤਾਵੇਜ਼ੀ ਫਿਲਮ ਬੈਟਲ ਆਫ ਅੰਮ੍ਰਿਤਸਰ ਕੈਵਰਸ਼ਮ ਮੈਮੋਰੀਅਲ ਹਾਲ ਵਿਖੇ 3 ਜੂਨ 2023 ਸ਼ਾਮ 5:30 ਵਜੇ ਦਿਖਾਈ ਜਾ ਰਹੀ ਹੈ। ਜਦੋਂ ਇੰਦਰਾ ਗਾਂਧੀ ਨੇ ਰੇਡੀਓ ਤੋਂ ਤੇ ਟੈਲੀਵਿਜ਼ਨ ਤੋਂ ਨੈਸ਼ਨਲ ਐਡਰੈਸ ਜਿਹੜਾ ਉਹਨੂੰ ਸੰਬੋਧਨ ਕੀਤਾ, ਉਹਦੇ 'ਚੋਂ ਪਤਾ ਲੱਗ ਗਿਆ ਕਿ ਕੁਛ ਹੋਣ ਜਾ ਰਿਹਾ ਹੈ। ਪੰਜਾਬੀ ਯੂਥ ਫੈਡਰੇਸ਼ਨ ਆਫ ਵੈਸਟਰਨ ਆਸਟ੍ਰੇਲੀਆ, ਸਿੱਖ ਸੇਵਕ ਜਥਾ ਪਰਥ ਅਤੇ ਸਥਾਨਕ ਸੰਗਤ ਦੇ ਸਹਿਯੋਗ ਨਾਲ ਅੱਜ ਦੀ ਪੀੜ੍ਹੀ ਨੂੰ ਅਜੋਕੇ ਇਤਿਹਾਸ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਜਦੋਂ ਤੱਕ ਆਪਣੇ ਘਰੇ ਨਾ ਵੜੇ, ਕਾਤਰੇ ਕਿਰਪਾਨ ਤੇ ਤੇਲ ਸ਼ਰਤ ਰਸਮ ਤੇ ਗੁਰਬਾਣੀ ਤੇ ਹੱਥ ਠੰਡਾ ਨਾ ਆਇਆ, ਉਦੋਂ ਤੱਕ ਆਪਣੇ ਤੇ ਕੁੱਟ ਪੈਣੀ ਹੈ। ਇਸ ਦਸਤਾਵੇਜ਼ੀ ਫਿਲਮ ਵਿੱਚ 1984 ਦੇ ਦੌਰ ਦੀਆਂ ਅਸਲ ਝਲਕੀਆਂ ਅਤੇ ਚਸ਼ਮਦੀਦ ਗਵਾਹਾਂ ਨਾਲ ਕੀਤੀ ਗਈ ਗੱਲਬਾਤ ਦਿਖਾਈ ਗਈ ਹੈ। ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਬੈਟਲ ਆਫ ਅੰਮ੍ਰਿਤਸਰ ਦੀ ਸਕਰੀਨਿੰਗ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत सरकार ने आस्ट्रेलियन हुकूमत ते सिखां दे खिलाफ पूरा दबाव जिहड़ा बनाया होया और दूसरे पासे कुछ कच्चे पिल्ले सिखां नूं इह कह के भरमाया होया है कि तुसीं लगातार हिंदू सिख एकता दे मंत्र दा जाप करदे रहो। इस किस्म दीआं कुछ सिख जथेबंदियां नूं हिंदू तवी जथेबंदियां नाल मिल के एक स्टेटमेंट भी जारी की गई है जिस बारे गलबात करन जा रहे हैं। सो असीं चाहांगे कि तुसीं इसे तरह बने रहना। देखण सुन लिया लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो ये भी लफज जिस जमाने भी जिन्हें भी घड़िया है। हालांकि मैं जो पंजाबी सूबा मोर्चे वेले दी बहुत सारी डॉक्यूमेंटेशन देखदा तो उदों भी ये लफज आ चुका सी यूज़ दे विच, जिन्हों बहुत वार जिहड़े ने हिंदू तो भी मीडिया उस वेले दा वीर प्रताप जिन्हों वरिंदर हैड करदा सी, यश जिहड़ा हिंदी मिलाप चलाउंदा सी, हिंद समाचार, लाला जगत नारायण, ये वो। तो जदों सिख कोई मंग करते सी कि भाई जिवें पंजाबी जबान साडी माँ बोली है, जो बाकी सूबे बन सकते हैं तो ये ते क्यों नहीं बन सकता। तो ये उच्ची उच्ची रौला शुरू कर दिंदा सी इन्हां दा मीडिया कि जी ये हिंदू सिख एकता नूं खतरा है, हिंदू सिख एकता, हिंदू सिख एकता। तो जिहड़े कच्चे पिल्ले जे किस्म दे उदों भी वकाऊ जे जिहड़े ने जिन्हां नूं पता ही नहीं है ਜਾਂ ਜਿਹੜੇ ਬਿਲਕੁਲ ਕੁੱਤੇ ਦਾ ਇੱਕ ਭੌਂਕਣਾ ਦੇਖਣ ਤੇ ਨਾਲ ਹੀ ਭੌਂਕਣੇ ਸ਼ੁਰੂ ਕਰ ਦਿੰਦੇ ਨੇ, ਉਸ ਕਿਸਮ ਦੇ ਉਹ ਵੀ ਉੱਚੀ ਉੱਚੀ ਰੌਲਾ ਪਾਉਂਦੇ ਸੀ ਜੀ ਕਿ ਇਹ ਹਿੰਦੂ ਸਿੱਖ ਏਕਤਾ ਨੂੰ ਔਰ ਅਕਾਲੀਆਂ ਨੂੰ ਜਾਂ ਮਾਸਟਰ ਤਾਰਾ ਸਿੰਘ ਨੂੰ ਉਸ ਵੇਲੇ ਫਿਰ ਡਿਫੈਂਸ ਦੇ ਵਿੱਚ ਬਿਆਨ ਦੇਣੇ ਪੈਂਦੇ ਸੀ ਕਿ ਨਹੀਂ ਜੀ ਇਹ ਕੋਈ ਇਹ ਪੰਜਾਬੀ ਜ਼ਬਾਨ ਮਾਂ ਬੋਲੀ ਦਾ ਇਸ਼ੂ ਹੈ, ਕੋਈ ਹਿੰਦੂ ਸਿੱਖ ਇਸ਼ੂ ਨਹੀਂ ਹੈ, ਨਾ ਹੀ ਅਸੀਂ ਕੋਈ ਕਿਸੇ ਦੇ ਖਿਲਾਫ ਹੈ। ਪਰ ਇਹ ਹਿੰਦੂ ਸਿੱਖ ਏਕਤਾ ਦੇ ਨਾਂ ਥੱਲੇ फिर जो यही हिंदू तवी कोई ना कोई बलवा कर देंदे सी, जलंधर च खास तौर पर जिथे इन्हां दी मेजोरिटी सी, जां कालीचरण एक बिठाया होया सी लुधियाने दे विच, कोई ना कोई सिखां दे उत्ते हमला करा देना जां दूजा करा देना। फिर क्योंकि हिंदू ही जिले के डिप्टी कमिश्नर दूजे हुंदे सी, वो मीटिंग सद लैंदे सी कि जी गुरुद्वारियां दे प्रधान सद ले, मंदिरां दे सद ले, दूजे सद ले कि जी आपस दे विच मिल के चलो मिल। फिर एक अगला टकवंज हुंदा सी जी कि हिंदू सिख एकता मार्च। फिर उस किस्म के जिहड़े टुचे टाउट जे किस्म दे ने, सो प्रभाव उदों भी ये देने की कोशिश की जाती सी उन्हां दी कि एज इफ जिहड़ी कोई मंग सिख जैन्यूनली कर रहे ने वो पंजाबी सूबे दी होए, बाद पंजाबी बोलते इलाकों जां चंडीगढ़ दी जां धर्म युद्ध मोर्चे दे वेले भी हुण जिहड़ा 82 तो 84 तक मोर्चा चलिया वो कोई खालिस्तान दे लई तां नहीं सी। आनंदपुर दा मता फैडरल स्ट्रक्चर की गल करदा सी। एक पासे इनू भारत भर दे विच सैसैशनिस्ट दे तौर ते प्रचारिया जा रहा सी, पर दूसरे पासे कि जी ये तो हिंदू सिख डिवाइड, पंजाब च इन्ने % हिंदू ने उन्हां दा की बनेगा, बाहर सूबे च इन्ने % सिख रहिंदे ने उन्हां दा की बनेगा। सो ये एक इस किस्म दा इन्हां दा एक तौर तरीका ताकि तुसी जैन्यून मंग भी ना करो, तो जे तुसी मंग करो तो तुहानू कहो जी तुसी तां राइटिंग कराने वाले ना। तो पंजाबी सूबे की मंग पंजाब के हिंदुओं तो सी, स्टेट तो सी, ज़ाहिर है उस दे विच उन्हां दा कोई रोल नहीं सी। धर्म युद्ध मोर्चे वेले भी जे सिख आनंदपुर के मथे की मंग करते सी तो उहदा कोई हिंदुओं नाल ताल्लुक नहीं सी। जे कोई फैडरेशन वर्गा सिस्टम बनता है तो उहदा फायदा बाकी हिंदुओं नूं भी होना सी। इसे तरह जे नदियां दरियाई पानियां ते अपना हक मंगते सी, कोई हिंदुओं के खिलाफ नहीं सी। और असी भी जो रिपीटडली कहते हैं कि भाई खालिस्तान की स्ट्रगल जां खालिस्तान रेफरेंडम जिहड़ा मैलबर्न दे विच होया, ब्रिस्बेन च होया, 4 जून नूं सिडनी च होण जा रहा, उहदा कोई हिंदुओं दे नाल तां कोई ताल्लुक नहीं है। सिखां दी जिहड़ी जैन्यून मंग है UN चार्टर दे थल्ले वो इंडियन स्टेट तो है, हिंदू सिख इशू कित्थों आ गया। हुण फिर जदों इन्हां ने अपने तौर के उत्ते ही इस किस्म की वैंडलाइजेशन करा के पहला तो सारी सिख कौम नूं बदनाम कीता खुद ही, और कोई फड़े नहीं गए, कोई कन्विक्ट नहीं। हालांकि इस दे उल्ट जे कन्विक्शन हो के डिपोर्टेशन हुई तो जादू यादव के कौन ते 2 हिंदुओं की हुई, हिंदू तवियां की। लेकिन किवें अज ईवन उससे ही स्टेट मैनूं पंजाब बारे तो मैनूं सी कि बई उत्थे ये रौला शुरू पा दिंदे ने, और बादल ने भी बाद बादल ने अपनी अजारेदारी कायम रखने लई हमेशा ये कहा जी देखो साडी सरकार बनी, असी हिंदू सिख एकता नहीं कदे तुसी ईवन जो वर्स्ट डेज पंजाब दे विच इन्हां ने लियांदे, नवंबर का पहला हफ्ता भारत भर सिखां दा कतलेआम हो रहा सी, एक भी वाकया ऐसा पंजाब च नहीं होया जिहदे च ये होया होए कि जी सिखां दी भीड़ ने चेज करके किसी हिंदू नूं मारिया होए।
ਸੋ ਹਿੰਦੂ ਸਿੱਖ ਏਕਤਾ ਕਿੱਥੋਂ ਆ ਗਈ? ਲੇਕਿਨ ਆਸਟ੍ਰੇਲੀਆ ਦੇ ਵਿੱਚ ਵੀ ਪਹਿਲਾਂ ਇਹਨਾਂ ਨੇ ਹੀ ਉਹ ਸਾਰੀਆਂ ਕਰਤੂਤਾਂ ਕੀਤੀਆਂ। ਬਿਲਕੁਲ। ਹੁਣ ਇਹ ਕੋਸ਼ਿਸ਼ ਕਰ ਰਹੇ ਨੇ ਇਸ ਨੂੰ, ਔਰ ਉਹਦੇ 'ਚ ਇਹਨਾਂ ਨੂੰ ਤੁਸੀਂ ਕੱਚੇ ਪਿੱਲੇ ਕਹੋ, ਇਹਨਾਂ ਨੂੰ ਤੁਸੀਂ ਵਿਕਾਊ ਮਾਲ ਕਹੋ, ਇਹਨਾਂ ਨੂੰ ਤੁਸੀਂ ਫੈਂਸ ਸਿਟਰ ਕਹੋ, ਇਹਨਾਂ ਨੂੰ ਤੁਸੀਂ ਅਕਲ ਦੇ ਅੰਨੇ ਕਹੋ। ਉਹ ਹਰ ਕੋਈ ਲਫ਼ਜ਼ ਜਿਹਨੂੰ ਇਹਨਾਂ ਬਾਰੇ ਪਤਾ ਹੈ, ਕਿਉਂਕਿ ਮੈਂ ਤਾਂ ਆਸਟ੍ਰੇਲੀਆ ਨਹੀਂ ਗਿਆ ਹੋਇਆ ਤੇ ਮੈਨੂੰ ਨਹੀਂ ਪਤਾ ਵੀ ਇਹਨਾਂ ਜਥੇਬੰਦੀਆਂ ਨੂੰ ਜਾਂ ਗੁਰਦੁਆਰਾ ਕਮੇਟੀਆਂ ਨੂੰ ਕੌਣ ਰਿਪਰੈਜ਼ੈਂਟ ਕਰਦੇ ਨੇ। ਪਰ ਮੈਂ ਇੱਕ ਸਟੇਟਮੈਂਟ ਜਿਹੜੀ ਕਿ ਡਾਕਟਰ ਟੋਨੀ ਬੁੱਟੀ ਜਿਹੜੇ ਆਸਟ੍ਰੇਲੀਆ ਦੇ ਉਸ ਖਿੱਤੇ ਦੇ MLA ਨੇ, ਔਰ ਉਹਨਾਂ ਦੇ ਨਾਲ 2-3 ਹੋਰ ਦਸਤਖਤ ਯੈਜ਼ ਮੁਬਾਰਕੀ MLA, ਡਾਕਟਰ ਜੈਗਸ MLA ਔਰ ਜੈਸਿਕਾ ਸ਼ਾਹ MLA, ਉਹਨਾਂ ਨੇ ਕੋ-ਸਾਈਨ ਕੀਤੇ ਨੇ। ਔਰ ਇਸ ਦੇ ਉੱਤੇ ਡਾਕਟਰ ਟੋਨੀ ਬੁੱਟੀ ਨੇ ਲਿਖਿਆ ਹੈ, ਬਿਲੋ ਇਜ਼ ਅ ਸਟੇਟਮੈਂਟ ਆਫ ਯੂਨਿਟੀ ਐਂਡ ਪੀਸ ਬਾਈ ਵੈਸਟਰਨ ਆਸਟ੍ਰੇਲੀਅਨ Hindu and Sikh community leaders which I fully support। ਇਹ ਕਹਿ ਰਿਹਾ MLA ਟੋਨੀ ਬੁੱਟੀ ਕਿ ਵੀ ਇਹ ਥੱਲੇ ਸਟੇਟਮੈਂਟ ਹੈ ਜਿਹੜੀ ਏਕਤਾ ਔਰ ਅਮਨ ਦੇ ਲਈ ਵੈਸਟਰਨ ਆਸਟ੍ਰੇਲੀਆ ਦੇ ਹਿੰਦੂ ਤੇ ਸਿੱਖ ਕਮਿਊਨਿਟੀ ਦੇ ਲੀਡਰਾਂ ਵੱਲੋਂ ਹੈ, ਜਿਹਨੂੰ ਮੈਂ ਪੂਰੀ ਹਮਾਇਤ ਕਰਦਾ। I commend the leaders in taking this positive initiative and thank the Hindu and Sikh communities for their contribution to all spheres of life in Western Australia। ਹੁਣ ਸਿੱਖਾਂ ਨੇ ਆਪਣੀ ਕੰਟਰੀਬਿਊਸ਼ਨ ਲਈ ਕਿਸੇ ਟੋਨੀ ਬੁੱਟੀ ਜਾਂ ਹਿੰਦੂ ਲੀਡਰਾਂ ਦੀ ਐਂਡੋਰਸਮੈਂਟ ਲੈਣੀ ਹੈ, ਜਾਂ ਹਿੰਦੂ ਸਿੱਖਾਂ ਨੂੰ ਬਿਠਾ ਕੇ ਸਮਝੌਤਾ ਕਰਾਉਣ ਦਾ ਮਤਲਬ ਇਹ ਹੈ ਕਿ ਜੀ ਇਹ ਜਿਵੇਂ ਲੜੇ ਹੋਏ ਸੀ ਆਪਸ 'ਚ, ਕੋਈ ਇਹਨਾਂ ਦਾ ਆਪਸੀ ਇਸ਼ੂ ਸੀ, ਉਹ ਹੁਣ ਇਕੱਠੇ ਹੋ ਕੇ ਉਹਨਾਂ ਨੇ ਬਿਆਨ ਦੇ ਦਿੱਤਾ। ਸੋ ਮੈਂ ਸਮਝਦਾ ਵੀ ਇਹ ਗਲੀਬਲ, ਵਲਨਰੇਬਲ ਔਰ ਡਿਸਆਨੈਸਟ ਜਿਹੜੇ ਵੀ ਔਰ ਇਹਨਾਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ, ਉਹਨਾਂ ਦੇ ਵਿੱਚ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਔਰ ਜ਼ਾਹਰ ਹੈ ਹਿੰਦੂ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ, ਇਹ ਉਹ ਸਿੱਖ ਗੁਰਦੁਆਰਾ ਪਰਥ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਔਰ ਬਾਕੀ ਹਿੰਦੂ ਸਾਰੀਆਂ ਆਰਗੇਨਾਈਜੇਸ਼ਨਾਂ ਨੇ, ਸੋ ਉਹਦੇ ਵਿੱਚ ਜਿਹੜਾ ਉਹਨੂੰ ਇੱਕ ਡਿਊ ਕ੍ਰੈਡਿਟ ਦਿੱਤਾ ਹੋਇਆ ਕਿ ਜੀ ਡਾਕਟਰ ਬੂਟੀ MLA ਮਿਨਿਸਟਰ ਫॉर ਸਿਟੀਜ਼ਨਸ਼ਿਪ ਐਂਡ ਮਲਟੀਕਲਚਰ ਇੰਟਰਸਟ ਪਾਰਲੀਮੈਂਟ ਹਾਊਸ 'ਚ ਅਸੀਂ ਉਹਨੂੰ ਮਿਲੇ, ਔਰ ਇਸ ਮੀਟਿੰਗ ਦਾ ਪਰਪਸ ਸੀ ਕਿ ਉਹਨਾਂ ਇਸ਼ੂਜ਼ ਨੂੰ ਡਿਸਕਸ ਕਰਨਾ ਜਿਹਦੇ 'ਚ ਹਿੰਦੂ ਤੇ ਸਿੱਖ ਕਮਿਊਨਿਟੀਜ਼ ਵੈਸਟਰਨ ਆਸਟ੍ਰੇਲੀਆ ਦੀਆਂ ਪ੍ਰਭਾਵਿਤ ਹੋ ਰਹੀਆਂ ਨੇ, ਔਰ ਅਸੀਂ ਕਿਵੇਂ ਇਕੱਠੇ ਕੰਮ ਕਰ ਸਕਦੇ ਹਾਂ ਟੂ ਸਪੋਰਟ ਕਮਿਊਨਿਟੀ ਸੇਫਟੀ ਐਂਡ ਵੈਲਬੀਇੰਗ। ਪਹਿਲਾਂ ਤਾਂ ਇਹ ਦੱਸਿਆ ਜਾਏ ਕੌਣ ਕਮਿਊਨਿਟੀ ਸੇਫਟੀ ਨੂੰ ਚੈਲੰਜ ਕਰ ਰਿਹਾ ਹੈ, ਕਿਹਨਾਂ ਨੇ ਛੋਟੇ ਸਿੱਖ ਬੱਚਿਆਂ ਦੀਆਂ ਪਿਕਚਰਸ ਲਾ ਕੇ ਜਿਹੜਾ ਉਹ ਵਾਇਰਲ ਕੀਤੀਆਂ, ਕਿਵੇਂ ਸਿੱਖਾਂ ਦੇ ਖਿਲਾਫ ਨਫ਼ਰਤ ਪਰੋਸੀ ਗਈ, ਔਰ ਇਹ ਜਿਹੜਾ ਉਹਨਾਂ ਨੇ ਹਿੰਦੂ ਕਮਿਊਨਿਟੀ ਲੀਡਰਸ ਦਾ ਉਹੀ ਫਰਾਡ ਜੋ ਮੋਦੀ ਕਹਿੰਦਾ ਹੁੰਦਾ ਹੈ ਕਿ ਜੀ ਵਾਸੂਦੇਵਾ ਕੁਟੁੰਬਾ ਕੰਮ, ਕਿ ਜੀ ਤੁਸੀਂ ਮਾਰੋ ਜਿਹੜਾ ਘੱਟ ਗਿਣਤੀਆਂ ਨੂੰ ਤੇ ਨਾਲ ਕਹੋ ਜੀ ਅਹਿੰਸਾ ਪਰਮੋ ਧਰਮ, ਸਾਰਾ ਸੰਸਾਰ ਹੀ ਸਾਡਾ ਕੁਟੁੰਬ ਹੈ ਤੇ ਸਿੱਖਾਂ ਦੇ ਸਰਬੱਤ ਦੇ ਭਲੇ ਨੂੰ ਉਹਨਾਂ ਦੇ ਹਿੰਦੂਤਵਾਦ ਦੀ ਕੋਈ ਹਿੰਦੂਤਵਾਦ ਦਾ ਵਾਸੂਦੇਵਾ ਕੁਟੁੰਬਮ ਨਹੀਂ ਹੈ, ਉਹ ਤਾਂ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਉਹਨਾਂ ਦੇ ਧਰਮ ਨੇ, ਉਹਨਾਂ ਦਾ ਸਰਬੱਤ ਦੇ ਭਲੇ ਦਾ ਕੋਈ ਕਨਸੈਪਟ ਹੀ ਨਹੀਂ। ਹਾਂ, ਬ੍ਰਾਹਮਣ ਦੇ ਭਲੇ ਦਾ ਕਨਸੈਪਟ ਜ਼ਰੂਰ ਹੈ। ਉਹਨਾਂ ਨੇ ਕਿਹਾ ਜੀ ਇਹ ਮੀਟਿੰਗ ਨੇ ਸਾਨੂੰ ਓਪਰਚੁਨਿਟੀ ਪ੍ਰੋਵਾਈਡ ਕੀਤੀ, ਅਸੀਂ ਸ਼ੇਅਰਡ ਹਿਸਟਰੀ ਐਂਡ ਸ਼ੇਅਰਡ ਕਮਿਟਮੈਂਟ, ਹਾਂ ਤੁਹਾਡੀ ਸ਼ੇਅਰਡ ਹਿਸਟਰੀ ਤੁਹਾਨੂੰ ਨਵੰਬਰ 84 ਭੁੱਲ ਗਿਆ, ਤੁਹਾਨੂੰ ਜੂਨ 84 ਭੁੱਲ ਗਿਆ ਜਿਹੜਾ ਇਹਨਾਂ ਨੇ ਸ਼ੇਅਰਡ ਹਿਸਟਰੀ ਵਾਲਿਆਂ ਨੇ ਤੁਹਾਡੇ ਨਾਲ ਕੀਤਾ। ਔਰ ਇਹ ਜਿਹੜਾ ਵਿੱਚ ਮਤਲਬ ਇਹ ਹੈ ਵੀ ਜਿਵੇਂ ਮੋਦੀ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਜਿਹੜੀ ਉਹਨੇ ਦਿੱਤੀ, ਜਿਹੜਾ ਜਦੋਂ ਆਸਟ੍ਰੇਲੀਆ 'ਚ ਆਇਆ, ਕਿਉਂਕਿ ਸਿੱਖਾਂ ਦੀ ਤਾਂ ਰੈਕਗਨੀਸ਼ਨ ਹੈ ਕੋਵਿਡ ਦੇ ਵੇਲੇ ਸਾਡੇ ਗੁਰਦੁਆਰੇ ਸਾਂਝੇ ਤੌਰ ਦੇ ਉੱਤੇ ਜਿਹੜੇ ਨੇ ਸਾਰੇ ਆਸਟ੍ਰੇਲੀਅਨਸ ਲਈ ਖੁੱਲੇ, ਦੁਨੀਆ ਭਰ 'ਚ ਖੁੱਲੇ, ਪਰ ਉਹ ਕਹਿ ਕੇ ਕਿ ਜੀ ਦੇਖੋ ਗੁਰੂ ਅਰਜਨ ਸਾਹਿਬ ਨੇ ਦਸਵੰਧ ਦਾ ਦਿੱਤਾ ਸੀ, ਉਹ ਗੁਰਦੁਆਰੇ ਖੁੱਲੇ, ਹਿੰਦੂਆਂ ਕੀ ਮੰਦਿरों की ਰਸੋਈਆਂ ਵੀ ਖੁੱਲ ਗਈ। ਇਹਨਾਂ ਦੇ ਪੱਲੇ ਕੁਝ ਨਹੀਂ ਹੈ, ਇਹ ਤੁਹਾਨੂੰ ਘੜੀਸ ਕੇ ਆਪਣੇ ਨਾਲ ਜਿਹੜਾ ਹੈ ਤੁਹਾਡੇ ਨਾਲ ਜਿਹੜਾ ਉਹ ਆਪਣਾ ਆਪ ਜੋੜ ਕੇ ਆਪ ਜਿਹੜਾ ਉਹ ਆਪਣੀ ਇੰਪੋਰਟੈਂਸ ਬਣਾ ਰਹੇ ਨੇ। ਔਰ ਫਿਰ ਇਹ ਜਿਹੜਾ ਸਾਰਾ ਐਜ਼ ਹਿੰਦੂਜ਼ ਐਂਡ ਸਿੱਖਸ ਵੀ ਹੈਵ ਦਾ ਸਕਿੱਲਸ, ਨੌਲੇਜ, ਐਕਸਪੀਰੀਅੰਸ ਟੂ ਵਰਕ। ਹਾਂ, ਤੁਹਾਨੂੰ ਹਿੰਦੂ ਬਿਜ਼ਨਸਿਸ ਵਾਲੇ ਨੌਕਰੀਆਂ ਵੀ ਦਿੰਦੇ ਨੇ, ਤੁਹਾਡੇ ਨਾਲ ਜੋ ਵਿਹਾਰ ਕਰਦੇ ਨੇ ਕਿਤੇ ਵੀ। ਅੱਜ ਹੀ ਕੁਦਰਤੀ ਮੇਰੇ ਮਾਈਂਡ 'ਚ ਆ ਰਿਹਾ ਸੀ, ਮੈਂ ਕਿਹਾ ਕਿ ਵੀ ਅਸੀਂ ਇਹਨਾਂ ਨੂੰ ਵੀ ਸੂਬਾ ਵਾਈਜ਼ ਆਇਡੈਂਟੀਫਾਈ ਕਰੀਏ ਕਿ ਵੀ ਇਹ ਗੁਜਰਾਤ ਜਿਹਦੇ ਅੱਜ ਮੋਦੀ ਤੇ ਅਮਿਤ ਸ਼ਾਹ ਨੇ, ਇਹਨਾਂ ਨੇ ਤਾਂ ਬੜੇ ਬੜੇ ਸ਼ਰਾਰਤੀ ਦਿਆਨੰਦ ਇਹਨਾਂ ਨੇ ਪੈਦਾ ਕੀਤਾ। ਆਰੀਆ ਸਮਾਜ ਜਿਹਨੇ ਪੰਜਾਬ 'ਚ ਆ ਕੇ ਨਫ਼ਰਤ ਫੈਲਾਈ ਸਿੱਖਾਂ ਦੇ ਖਿਲਾਫ, ਗਾਂਧੀ ਵਰਗਾ ਪਖੰਡੀ ਉਹ ਇਹਨਾਂ ਨੇ ਜੰਮਿਆ, ਪਟੇਲ
ਔਰ ਦੂਸਰੇ ਸੋ ਸਾਨੂੰ ਬਾਕੀਆਂ ਦੇ ਨਾਲ ਹੁਣ ਬੰਗਾਲੀ ਮੈਂ ਦੇਖ ਰਿਹਾ ਸੀ ਵੀ ਜਿੰਨਾ ਮਰਜ਼ੀ ਉਹ ਹੋਵੇ ਪ੍ਰੈਜੂਡਿਸ ਸਿੱਖਾਂ ਪ੍ਰਤੀ ਉਸ ਦਾ ਐਟੀਟਿਊਡ ਡਿਫਰੈਂਟ ਹੋਏਗਾ ਕਿਉਂਕਿ ਉਹਨਾਂ ਦੇ ਕੋਲ ਟੈਗੋਰ ਹੋਏ ਵਿਵੇਕਾਨੰਦ ਹੋਏ ਦੂਜੇ ਹੋਣ ਜਿਨ੍ਹਾਂ ਨੇ ਸਿੱਖਾਂ ਬਾਰੇ ਐਡਮਾਇਰਿੰਗ ਥਿੰਗਸ ਕਹੀਆਂ ਨੇ ਰੈਵੋਲੂਸ਼ਨਰੀ ਮੂਵਮੈਂਟ ਔਰ ਉੱਥੋਂ ਦੇ ਔਰ ਮੈਂ ਦੇਖ ਰਿਹਾ ਸੀ ਮੈਂ ਕਿਹਾ ਗੁਜਰਾਤ ਦਾ ਕੋਈ ਭਗਤ ਵੀ ਨਹੀਂ ਹੋਇਆ ਜਿਹਦੀ ਬਾਣੀ ਹੋਏ ਗੁਰੂ ਗ੍ਰੰਥ ਸਾਹਿਬ 'ਚ ਕਿਉਂਕਿ ਜੇ ਤੁਸੀਂ ਦੇਖਦੇ ਹੋ ਹੁਣ ਜੈਦੇਵ ਨੇ ਬੰਗਾਲ ਦੇ ਬ੍ਰਾਹਮਣ ਨੇ ਭਾਵੇਂ ਲੇਕਿਨ ਤੁਹਾਨੂੰ ਇਸੇ ਤਰ੍ਹਾਂ ਤੁਹਾਨੂੰ ਦੂਸਰੀਆਂ ਥਾਵਾਂ ਤੇ ਯੂਪੀ ਬਿਹਾਰ ਭਾਵੇਂ ਹਿੰਦੂ ਕਾਊ ਬੈਲਟ ਹੈ ਪਰ ਇਹਨਾਂ 'ਚ ਵੀ ਤੁਹਾਨੂੰ ਇੱਕ ਸਿੰਪੈਥੀ ਫੈਕਟਰ ਕਿਤੇ ਨਾ ਕਿਤੇ ਮਿਲ ਜਾਏਗਾ ਲੇਕਿਨ ਇਹ ਜਿਹੜੀ ਸਾਰੀ ਲਾਈਨ ਹੈ ਜਿਹਨੂੰ ਹੁਣ ਆਰਐਸਐਸ ਲੀਡ ਕਰ ਰਹੀ ਹੈ ਇਹਨਾਂ 'ਚ ਉਹ ਜਿਹੜੇ ਉੱਥੇ ਗਏ ਵੀ 8-9 ਹਜ਼ਾਰ ਬੰਦਾ ਸਿਡਨੀ ਵਾਲੇ 'ਚੋਂ ਸਾਰੇ ਹੀ 80% ਤੋਂ ਜ਼ਿਆਦਾ ਗੁਜਰਾਤੀ ਸੀ ਉਹਨਾਂ ਦੀਆਂ ਆਪਣੀਆਂ ਰਿਪੋਰਟਸ ਸੀ ਸੋ ਕੱਲੀ ਇੱਕ ਪਾਸੇ ਤਾਂ ਇਹ ਸ਼ਰਾਰਤ ਹਿੰਦੂ ਸਿੱਖ ਅਮਲਗਮੇਸ਼ਨ ਦੇ ਨਾਂ ਥੱਲੇ ਕਰਨਾ ਚਾਹੁੰਦੇ ਨੇ ਪਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿਉਂਕਿ ਜੂਨ ਦਾ ਹਫਤਾ ਆ ਰਿਹਾ ਘੱਲੂਘਾਰਾ ਹਫਤਾ ਔਰ ਉਹਨੂੰ ਔਰ ਅਸੀਂ ਪਰਸੋਂ ਹੀ ਸਾਡੇ ਨਾਲ ਵਰਜੀਨੀਆ 'ਚ ਇੱਕ ਸੱਜਣ ਗੱਲ ਕਰਨ ਲੱਗੇ ਕਹਿੰਦੇ ਵੀ ਜਦੋਂ ਘੱਲੂਘਾਰਾ ਆਉਂਦਾ ਹੈ ਹੁਣ ਅਮਰੀਕਾ 'ਚ ਵੀ ਬਹੁਤ ਸਾਰੇ ਸ਼ੋਅ ਜਿਹੜੇ ਪੰਜਾਬੀ ਦੇ ਨਾਂ ਥੱਲੇ ਉਹ ਪਹਿਲੇ ਹਫਤੇ 'ਚ ਘੱਲੂਘਾਰੇ ਤੋਂ ਉਹਨੂੰ ਕਹਿੰਦੇ ਇਹਨਾਂ ਨੂੰ ਜੂਨ ਦਾ ਮਹੀਨਾ ਕਿਉਂ ਨਜ਼ਰ ਆਉਂਦਾ ਹੈ ਕਿ ਕਿਉਂ ਐਨਕਰੇਜ ਕੀਤਾ ਜਾਂਦਾ ਮੈਂ ਕਿਹਾ ਜੀ ਇਸ ਲਈ ਕਿਉਂਕਿ ਇਹ ਤੁਹਾਡੇ ਨਾਲ ਜੋ ਵਾਪਰਿਆ ਉਹ ਤੁਹਾਨੂੰ ਭੁਲਾਉਣਾ ਚਾਹੁੰਦੇ ਨੇ ਕਿਉਂਕਿ ਇਹੀ ਹਫਤਾ ਘੱਲੂਘਾਰਾ ਹਫਤੇ ਨਾਲ ਸੰਬੰਧਿਤ ਹੁੰਦਾ ਹੈ ਸਾਰਾ ਜੂਨ ਦਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵੀ ਹੁੰਦੀ ਹੈ ਹਿੰਦੂ ਕੈਲੰਡਰ ਨੇ ਭਾਵੇਂ ਉਹਨੂੰ ਐਤਕੀ ਮਈ ਚ ਲੈ ਆਂਦਾ ਔਰ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਪਰ ਸਭ ਤੋਂ ਵੱਡੀ ਗੱਲ ਕਿ ਤੁਹਾਨੂੰ ਘੱਲੂਘਾਰਾ ਉਹਨਾਂ ਨੇ ਯਾਦ ਨਹੀਂ ਕਰਨ ਦੇਣਾ ਤੁਸੀਂ ਜਾ ਕੇ ਨੱਚੋ ਗਾਓ ਔਰ ਇਹ ਲੱਗੇ ਕਿ ਭਾਈ ਤੁਹਾਨੂੰ ਹੁਣ ਇਵੇਂ ਹੀ ਜਿਵੇਂ ਆਸਟ੍ਰੇਲੀਆ ਦੇ ਹਵਾਲੇ ਨਾਲ ਇੱਕ ਪਾਸੇ ਹਿੰਦੂ ਸਿੱਖ ਯੂਨਿਟੀ ਦੇ ਨਾਂ ਥੱਲੇ ਜੋ ਡਰਾਮੇਬਾਜ਼ੀ ਇਹਨਾਂ ਨੇ ਕੀਤੀ ਹੁਣ ਐਨ ਜੂਨ 3 ਨੂੰ ਔਰ ਜੂਨ 3 ਦਾ ਉਹ ਦਿਨ ਹੈ ਜਦੋਂ 1984 ਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ ਉਹਨਾਂ ਨੇ ਹਮਲਾ ਕੀਤਾ ਸੀ ਸਾਈਕਲ ਰੈਲੀ ਰੱਖੀ ਹੈ ਔਰ ਇਹਨਾਂ ਨੂੰ ਵਰਲਡ এনवायरमेंट ਡੇ ਯਾਦ ਆ ਗਿਆ ਔਰ ਇਹ ਜਿਹੜਾ ਆਰਗੇਨਾਈਜ਼ ਇਹਨੂੰ ਕੌਂਸਲ ਜਨਰਲ ਇੰਡੀਆ ਕਰ ਰਿਹਾ ਪਰਥ ਤੋਂ ਬੈਠਾ ਹੁਣ ਕੀ ਮੰਤਵ ਹੈ ਉਹਨਾਂ ਦਾ ਕਿ ਭਾਈ ਸਾਰੇ ਪਾਸਿਓਂ ਤੁਹਾਡਾ ਧਿਆਨ ਹਟਾਣਾ ਔਰ ਉਹਦੇ ਨਾਲ ਜੁੜੀ ਹੋਈ ਹੈ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਹੁਣ ਇੰਡੀਅਨ ਕੌਂਸੂਲੇਟ ਖੁੱਲ ਕੇ ਹਿੰਦੂ ਕੌਂਸਲ ਜ਼ਾਹਿਰ ਹੈ ਕਿ ਭਾਈ ਕਮਿਊਨਲ ਆਰਐਸਐਸ ਬਾਡੀ ਹੈ ਉਹਨਾਂ ਨਾਲ ਕਰ ਰਹੇ ਨੇ ਲੇਕਿਨ ਕੋਈ ਕਹੇਗਾ ਜੀ ਚਲੋ ਹਿੰਦੂ ਬਾਡੀ ਕਰ ਰਹੀ ਹੈ ਕੌਂਸੂਲੇਟ ਕਰ ਰਿਹਾ ਸਿੱਖਾਂ ਨੂੰ ਇਹਦੇ ਨਾਲ ਕੀ ਹੈ ਹੁਣ ਤੁਸੀਂ ਉਹ ਦੇਖੋਗੇ ਸਟਾਰਟਿੰਗ ਪੁਆਇੰਟ ਇਹ ਰੈਲੀ ਜਿਹੜੀ ਉਹਨਾਂ ਨੇ 10 ਤੋਂ 11 ਵਜੇ ਤੱਕ ਸਟਾਰਟਿੰਗ ਪੁਆਇੰਟ ਪਰਥ ਹਿੰਦੂ ਟੈਂਪਲ ਉਹਦਾ ਐਡਰੈਸ ਹੈ 271 ਵਾਰਟਨ ਰੋਡ ਕੈਨਿੰਗਵੇਲ ਐਂਡ ਪੁਆਇੰਟ ਸਿੱਖ ਗੁਰਦੁਆਰਾ ਸਾਹਿਬ 280 ਸ਼ਰੀਫ ਰੋਡ ਕੈਨਿੰਗਵੇਲ ਚਲੋ ਹੁਣ ਉੱਥੇ ਆ ਗੁਰਦੁਆਰੇ ਐਂਡ ਹੋਏਗੀ ਰੋਟੀਆਂ ਮੁਫਤੀਆਂ ਖਾਣਗੇ ਸਿੱਖਾਂ ਦੀਆਂ ਉਹ ਜਿਹੜੇ ਗੁਰਦੁਆਰੇ ਦੇ ਅੰਦਰ ਵੜਦੇ ਆ ਉਹ ਪਿਕਚਰਾਂ ਔਰ ਉਹ ਵੀਡੀਓਜ਼ ਵਾਇਰਲ ਕਰਨਗੇ ਕਿ ਜੀ ਦੇਖੋ ਹਿੰਦੂ ਸਿੱਖ ਏਕਤਾ ਹੋ ਗਈ ਵੀ ਸਿੱਖਾਂ ਨੂੰ ਕੋਈ ਫਿਕਰ ਨਹੀਂ ਹੈ ਵੀ 3 ਜੂਨ ਜਾਂ ਉਹਨਾਂ ਨਾਲ ਹੋਇਆ ਦੇਖੋ ਉਹਨਾਂ ਨੂੰ ਤਾਂ এনवायरमेंट ਡੇ ਦੇ ਉੱਤੇ ਜਿਹੜਾ ਉਹਨਾਂ ਨੇ ਹਿੰਦੂਆਂ ਭਰਾਵਾਂ ਦਾ ਕਿਵੇਂ ਉਹਨਾਂ ਨੇ ਖੁੱਲੀਆਂ ਬਾਹਾਂ ਦੇ ਨਾਲ ਸਵਾਗਤ ਕੀਤਾ ਇਹ ਹੈ ਮੱਥਾ ਟਿੱਕਾ ਤੇੜ ਤੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ ਜਗਤ ਕਸਾਈਆਂ ਦੇ ਟੈਕਟਿਕ ਨੇ ਪਰ ਅਫਸੋਸ ਕਿ ਆਪਣਿਆਂ ਨੂੰ ਕਦੋਂ ਸਮਝ ਆਏਗੀ ਸੋ ਮੈਂ ਜੇ ਆਸਟ੍ਰੇਲੀਆ ਵਾਸੀ ਕੋਈ ਠੀਕ ਮਾਈਂਡਡ ਲੋਕ ਸੁਣਦੇ ਨੇ ਸਮਝਦੇ ਨੇ ਇਸ ਗੱਲ ਨੂੰ ਇਹਨਾਂ ਕਮਲਿਆਂ ਤੱਕ ਸ਼ੋਧਿਆਂ ਤੱਕ ਜਾਂ ਵਕਾਊ ਮਾਲ ਜਿਹੜੇ ਨੇ ਇਹਨਾਂ ਤੱਕ ਇਹ ਸੁਨੇਹਾ ਜ਼ਰੂਰ ਪਹੁੰਚਣਾ ਚਾਹੀਦਾ ਹੈ ਕਿ ਭਾਈ ਅਲਟੀਮੇਟਲੀ ਜੇ ਸਿੱਖ ਕਿਸੇ ਉਪਕਾਰ ਕਰਨ ਵਾਲੇ ਨੂੰ ਨਹੀਂ ਭੁੱਲਦੇ ਸਾਨੂੰ ਅੱਜ ਤੱਕ ਅਰੂੜ ਸਿੰਘ ਨਹੀਂ ਭੁੱਲਿਆ ਹੈ ਜਿਸ ਨੇ ਡਾਇਰ ਨੂੰ ਸਿਰੋਪਾਓ ਦਿੱਤਾ ਸੀ ਔਰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਔਰ ਇਹ ਸੰਤ ਪਿੰਡਾਂ ਵਾਲਿਆਂ ਦੇ ਵੀ ਇੱਕ ਥਾਂ ਉਹਨਾਂ ਦਾ ਸੀ ਉਹਨਾਂ ਕਿਹਾ ਵੀ ਠੀਕ ਹੈ ਅੱਜ ਟੋਪੀ ਵਾਲਿਆਂ ਦੇ ਕੋਲ ਹਕੂਮਤ ਹੈ ਉਹ ਜ਼ੁਲਮ ਕਰ ਸਕਦੇ ਨੇ ਪੱਗਾਂ ਵਾਲਿਆਂ ਨੂੰ ਜੇਲ੍ਹਾਂ 'ਚ ਡੱਕ ਸਕਦੇ ਨੇ ਮਾਰ ਸਕਦੇ ਨੇ ਪਰ ਪੱਗਾਂ ਵਾਲੇ ਭੁੱਲਣ ਵਾਲੇ ਨਹੀਂ ਹੈ ਇਹ ਗੱਲ ਜਾ ਕੇ ਇੰਗਲੈਂਡ ਵਾਲਿਆਂ ਨੂੰ ਵੀ ਪੁੱਛ ਲਿਓ ਕਿ 21 ਸਾਲ ਬਾਅਦ ਡਾਇਰ ਨੂੰ ਸਜ਼ਾ ਦੇਣ ਵੀ ਪਹੁੰਚ ਗਏ ਸੀ ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਅਸੀਂ ਇਹ ਸਾਡੇ ਆਪਣੇ ਨੇ ਆਪਣਿਆਂ ਨੂੰ ਅਸੀਂ ਐਡਰੈਸ ਕਰ ਰਹੇ ਹਾਂ ਕਿ ਭਾਈ ਦੁਸ਼ਮਣ ਦੇ ਹੱਥ ਦਾ ਟੂਲ ਨਾ ਬਣੋ ਤੁਸੀਂ ਘੱਟੋ ਘੱਟ ਜੇ ਹਮਾਇਤ ਨਹੀਂ ਕਰ ਸਕਦੇ ਜੇ ਘੱਲੂਘਾਰਾ ਹਫਤੇ 'ਚ ਤੁਸੀਂ ਆਪਣੇ ਗੁਰਦੁਆਰਿਆਂ 'ਚ ਕੋਈ ਉਹਨਾਂ ਸ਼ਹੀਦਾਂ ਦੀ ਯਾਦ ਸਮਾਗਮ ਨਹੀਂ ਕਰ ਸਕਦੇ ਮਤ ਕਰੋ ਪਰ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਦਾ ਟੂਲ ਨਾ ਬਣੋ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ
ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਜੂਨ 1984 ਦਾ ਘੱਲੂਘਾਰਾ 2, 3 ਅਤੇ 4 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਬਹੁਤ ਵੱਡੀ ਪੱਧਰ ਦੇ ਉੱਤੇ ਸ਼ਰਧਾ ਭਾਵਨਾ ਅਦਬ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। 2 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਆਰੰਭ ਹੋਣਗੇ। 4 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਭੋਗ ਪੈਣਗੇ। 4 ਜੂਨ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਐਤਵਾਰ ਦਿਨ ਭਰ ਦੇ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਣਗੇ, ਜਿਸ ਵਿੱਚ ਕੀਰਤਨੀ ਜਥੇ, ਪ੍ਰਚਾਰਕ, ਢਾਡੀ ਸਾਹਿਬਾਨ, ਰਾਗੀ ਸਾਹਿਬਾਨ ਅਤੇ ਵਿਦਵਾਨ ਜਨ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਭਰਨਗੇ ਔਰ ਕੌਮ ਦੇ ਉੱਪਰ ਹੋਏ ਘੱਲੂਘਾਰੇ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਗੁਰਦੁਆਰਿਆਂ ਤੇ ਹੋਏ ਹਮਲੇ ਦੇ ਬਾਰੇ 'ਚ ਆਪ ਸਾਰੀਆਂ ਸੰਗਤਾਂ ਨੂੰ ਗੁਰ ਇਤਿਹਾਸ, ਸਿੱਖ ਇਤਿਹਾਸ ਤੇ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਦਿਨ ਵੱਧ ਤੋਂ ਵੱਧ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਤੇ ਮਹਾਨ ਸ਼ਹੀਦਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਘੱਲੂਘਾਰਾ ਜੂਨ 1984 ਤੇ ਬਣੀ ਦਸਤਾਵੇਜ਼ੀ ਫਿਲਮ ਬੈਟਲ ਆਫ ਅੰਮ੍ਰਿਤਸਰ ਕੈਵਰਸ਼ਮ ਮੈਮੋਰੀਅਲ ਹਾਲ ਵਿਖੇ 3 ਜੂਨ 2023 ਸ਼ਾਮ 5:30 ਵਜੇ ਦਿਖਾਈ ਜਾ ਰਹੀ ਹੈ। ਜਦੋਂ ਇੰਦਰਾ ਗਾਂਧੀ ਨੇ ਰੇਡੀਓ ਤੋਂ ਤੇ ਟੈਲੀਵਿਜ਼ਨ ਤੋਂ ਨੈਸ਼ਨਲ ਐਡਰੈਸ ਜਿਹੜਾ ਉਹ ਸੰਬੋਧਨ ਕੀਤਾ, ਉਹਦੇ 'ਚੋਂ ਪਤਾ ਲੱਗ ਗਿਆ ਕਿ ਕੁਛ ਹੋਣ ਜਾ ਰਿਹਾ ਹੈ। ਪੰਜਾਬੀ ਯੂਥ ਫੈਡਰੇਸ਼ਨ ਆਫ ਵੈਸਟਰਨ ਆਸਟ੍ਰੇਲੀਆ, ਸਿੱਖ ਸੇਵਕ ਜਥਾ ਪਰਥ ਅਤੇ ਸਥਾਨਕ ਸੰਗਤ ਦੇ ਸਹਿਯੋਗ ਨਾਲ ਅੱਜ ਦੀ ਪੀੜ੍ਹੀ ਨੂੰ ਅਜੋਕੇ ਇਤਿਹਾਸ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਜਦੋਂ ਤੱਕ ਆਪਣੇ ਘਰੇ ਨਾ ਵੜੇ, ਕਾਤਰੇ ਕਿਰਪਾਨ ਤੇ ਤੇਗ ਸ਼ਰਤ ਰਸਮ ਤੇ ਗੁਰਬਾਣੀ ਤੇ ਹੱਥ 'ਚ ਠੰਡਾ ਨਾ ਆਇਆ, ਉਦੋਂ ਤੱਕ ਆਪਣੇ ਤੇ ਕੁੱਟ ਪੈਣੀ ਹੈ। ਇਸ ਦਸਤਾਵੇਜ਼ੀ ਫਿਲਮ ਵਿੱਚ 1984 ਦੇ ਦੌਰ ਦੀਆਂ ਅਸਲ ਝਲਕੀਆਂ ਅਤੇ ਚਸ਼ਮਦੀਦ ਗਵਾਹਾਂ ਨਾਲ ਕੀਤੀ ਗਈ ਗੱਲਬਾਤ ਦਿਖਾਈ ਗਈ ਹੈ। ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਬੈਟਲ ਆਫ ਅੰਮ੍ਰਿਤਸਰ ਦੀ ਸਕਰੀਨਿੰਗ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦਾ ਇੱਕ ਸਿਖਰ ਸੰਮੇਲਨ ਭਾਰਤ ਵਿੱਚ ਹੋਣ ਜਾ ਰਿਹਾ, ਕਿਉਂਕਿ ਭਾਰਤ ਰੋਟੇਸ਼ਨ ਵਾਈਜ਼ ਇਸ ਸੰਸਥਾ ਦਾ ਤਾਜ਼ਾ ਚੇਅਰਮੈਨ ਹੈ। ਪਰ ਭਾਰਤ ਨੇ ਇਸ ਸੰਮੇਲਨ ਨੂੰ ਕਰਵਾਉਣ ਦੀ ਥਾਂ ਵਰਚੁਅਲ ਮੋਡ ਤੇ ਕਰ ਦਿੱਤਾ ਹੈ। ਸੋ ਜ਼ਾਹਿਰ ਹੈ ਕਿ ਇਹ ਅਮਰੀਕਾ ਨੂੰ ਖੁਸ਼ ਕਰਨ ਲਈ ਕੀਤਾ ਗਿਆ ਹੈ, ਕਿਉਂਕਿ ਜੇ ਭਾਰਤ ਵਿੱਚ ਇਸ ਸਮਾਗਮ ਨੂੰ ਕਰਵਾਇਆ ਜਾਂਦਾ ਤਾਂ ਇਸ ਵਿੱਚ ਰੂਸ ਤੇ ਚੀਨ ਦੇ ਪ੍ਰੈਜ਼ੀਡੈਂਟਸ ਵੀ ਉਹਨਾਂ ਨੇ ਸ਼ਾਮਲ ਹੋਣਾ ਸੀ। ਸੋ ਇਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਤੁਹਾਡੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਕਾਫੀ ਸਾਰੇ ਮੈਸੇਜ ਅੱਜ ਸਾਡੇ ਕੋਲ ਆਏ ਨੇ। ਸੋ ਸਾਡੇ ਕੋਲ ਬਲਜੀਤ ਵਰਾਜ ਜੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਅਤੇ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਪਾਲ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਜਸਵੀਰ ਜਿਹੜੇ ਬਰਾੜ ਜੀ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ 6 ਫॉर ਜਸਟਿਸ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਸਾਡੇ ਕੋਲ ਮੈਸੇਜ ਆਏਗਾ ਪਾਲ ਸਿੰਘ ਗਰਵਾਲ ਜੀ, ਉਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਪਲੇਅਰ ਬਾਸਕਟਬਾਲ ਔਰਾਂ ਦੇ ਬਹੁਤ ਸਾਰੇ ਮੈਸੇਜ ਨੇ, ਉਹਨਾਂ ਦਾ ਪਹਿਲਾਂ ਹੀ ਮੈਂ ਸ਼ੁਕਰੀਆ ਅਦਾ ਕਰ ਦਾਨੀ ਆ। ਸੋ ਕਹਿੰਦੇ ਨੇ ਕਿ ਯਾਰ ਮੋਦੀ ਦਾ ਮੂੰਹ ਸ਼ੂਦਰ ਵਾਲਾ ਹੈ। ਸੋ ਮੋਦੀ ਭਈਆ ਸ਼ੂਦਰ ਹੈ, ਉਸਦੀ ਜਿਹੜੀ ਜਾਤ ਹੈ ਉਹ ਤੇਲੀ ਹੈ। ਸੋ ਖਾਲਸਾ ਰਾਜ ਜੀ ਕਹਿੰਦੇ ਨੇ ਕਿ ਵਾਹਿਗੁਰੂ ਆਜ਼ਾਦੀ ਦੀ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੋਰ ਹੱਲ ਨਹੀਂ ਹੋ ਸਕਦਾ। ਵਾਹਿਗੁਰੂ ਜੀ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗਾ ਜਸਵੰਤ ਸੂਰਮਾ ਜੀ, ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਚੜ੍ਹਦੀ ਕਲਾ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਨੇ ਫਿਰ ਹਾਂਜੀ ਪਲੇਅਰ ਬਾਸਕਟਬਾਲ ਜੀ ਰਾਂ ਦਾ, ਇਹ ਕਹਿੰਦੇ ਨੇ ਯਾਰ ਬਾਬਾ ਜੀ ਬ੍ਰਾਹਮਣ ਤਾਂ 35,000 ਪਹਿਲਾਂ ਸ਼ੀਆ ਨੇ ਮਾਰ ਮੁਕਾਇਆ ਸੀ ਤੇ ਮੋਦੀ ਦੇ ਨਾਲ ਜਿਹੜੇ ਕਾਲੇ ਕਾਲੇ ਬ੍ਰਾਹਮਣ ਨਹੀਂ ਹੋ ਸਕਦੇ। ਸੋ ਟੌਪ ਜੱਟ 47 LA ਵੀ ਕਹਿੰਦੇ ਨੇ ਕਿ ਡੋਂਟ ਬੀ ਏ ਡਰਟੀ ਬ੍ਰਾਹਮਣ ਦਾ ਗੁਲਾਮ।
ਸੋ ਇਹਨਾਂ ਦੇ ਵੀ ਕਾਫੀ ਸਾਰੇ ਮੈਸੇਜ ਨੇ, ਇਹ ਵੀ ਕਹਿੰਦੇ ਨੇ ਕਿ ਪਲੀਜ਼ ਵੋਟ ਫॉर 6 ਫॉर ਜਸਟਿਸ। ਐਂਡ ਇਸੇ ਤਰ੍ਹਾਂ ਮੈਸੇਜ ਹੈਗੇ ਮੇਰੇ ਕੋਲ ਕਰਨਪ੍ਰੀਤ ਸਿੰਘ ਜੀ, ਕਹਿੰਦੇ ਨੇ ਕਿ ਵਧੀਆ ਭਰਾਵੋ, ਹਿੰਦੂ ਰਿਸ਼ਤਾ ਦੀਆਂ ਹੁਣ ਅਸੀਂ ਸਿੱਖ ਨਹੀਂ ਬਚਦੇ। ਐਂਡ ਇਸੇ ਤਰ੍ਹਾਂ ਸਾਨੂੰ ਟੌਪ ਜੱਟ 47 ਵਾਲੇ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਇਹਨਾਂ ਕਾਫੀ ਸਾਰੇ ਮੈਸੇਜ ਲਿਖੇ ਨੇ, ਬਹੁਤ ਬਹੁਤ ਸ਼ੁਕਰੀਆ। ਔਰ ਸਾਡੇ ਕੋਲ ਮੈਸੇਜ ਹੈ, ਮੈਂ ਥੱਲੇ ਜਾ ਕੇ ਪੜ੍ਹਦੀ ਹਾਂ। ਸੁਰਿੰਦਰ ਧਾਲੀਵਾਲ ਜੀ ਵੀ ਸਾਨੂੰ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਮਨਜੀਤ ਸਿੰਘ ਮਠਾਰੂ ਜੀ ਵੀ ਆਏ ਨੇ, ਉਹਨਾਂ ਨੇ ਵੀ ਸਾਨੂੰ ਫਤਿਹ ਬੁਲਾਈ ਹੈ। ਔਰ ਇਸੇ ਤਰ੍ਹਾਂ ਮੈਸੇਜ ਹੈਗਾ ਇਹ ਅਮਰਜੀਤ ਸੈਣੀ ਵੀ ਫਤਿਹ ਬੁਲਾਉਂਦੇ ਨੇ, ਔਰ ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ, ਮੈਂ ਉਹਨਾਂ ਦਾ ਪੜ੍ਹਨਾ ਚਾਹੁੰਦੀ ਹਾਂ, ਮਨਜੀਤ ਸਿੰਘ ਮਠਾਰੂ ਜੀ ਹੋਰਾਂ ਦਾ। ਔਰ ਕਹਿੰਦੇ ਨੇ ਕਿ TV 84 ਹੀ ਸਿੱਖਾਂ 'ਚ ਸਾਫ਼ ਸਮਝ 'ਚ ਸੌਖੇ ਹੀ ਭਰ ਦਿੰਦਾ ਹੈ, ਵਰਨਾ ਇੱਕ ਸਿੱਖ ਦੂਜੇ ਨੂੰ ਦੱਸੋ ਤਾਂ ਜਲਦੀ ਨਹੀਂ ਸਮਝਦਾ, ਪਰ ਹੁਣ ਬਹੁਤ ਹੀ ਆਤਮ ਵਿਸ਼ਵਾਸ ਭਰ ਦਿੰਦਾ ਹੈ, ਜੋ ਜ਼ਰੂਰੀ ਵੀ ਹੈ। ਔਰ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਸ਼ੁਕਰੀਆ ਮਠਾਰੂ ਸਾਹਿਬ। ਸਾਡੀ ਕੋਸ਼ਿਸ਼ ਹੁੰਦੀ ਹੈ ਸੱਚ ਨੂੰ ਸੱਚੇ ਅੰਦਾਜ਼ ਦੇ ਵਿੱਚ ਹੀ ਪੇਸ਼ ਕਰਨ ਦੀ। ਬਿਲਕੁਲ। ਤੁਹਾਡੇ ਵਰਗੇ ਵੀਰ ਜਦੋਂ ਸਰੋਤਾ ਕਰਦੇ ਨੇ ਤਾਂ ਫਿਰ ਸਾਨੂੰ ਹੌਸਲਾ ਵੀ ਮਿਲਦਾ ਹੈ ਗੱਲ ਨੂੰ ਜੀ। ਔਰ ਕਰਮਜੀਤ ਸਿੰਘ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਸੱਚ ਬੋਲ ਕੇ ਜੱਗ ਦੇ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸਾਰਿਆਂ ਨੂੰ, ਸੋ ਬਹੁਤ ਬਹੁਤ ਸ਼ੁਕਰੀਆ। ਔਰ ਇਸੇ ਤਰ੍ਹਾਂ ਫਿਰ ਉਹਨਾਂ ਨੇ ਮੈਸੇਜ ਲਿਖਿਆ ਕਿ ਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਔਰ ਬਲਕਾਰ ਸਿੰਘ ਜੀ ਕਰੇਗਾ ਖਾਲਸਾ ID ਤੋਂ ਹੈ, ਉਹਨਾਂ ਨੇ ਕਿਹਾ ਵੀ ਮਾਊਂਟ ਬੈਟਨ ਨੈਵਰ ਪ੍ਰੈਜ਼ੈਂਟਡ ਦਾ ਸੈਂਗੋਲ ਟੂ ਨਹਿਰੂ, it was a gift from Tamil Nadu to Nehru. Fascist Modi and fascist RSS BJP Hindutva Rashtraj government has lied big time to all Indians. ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਇਹ ਸਾਹਮਣੇ ਹੈ ਹੁਣ ਤਾਂ। ਈਵਨ ਹਿੰਦੂ ਮੈਡਰਾਸ ਅਖਬਾਰ ਨੇ ਇਹਨਾਂ ਦਾ ਪੋਲ ਖੋਲੇ ਕਿ ਬਈ ਇਹ ਬਿਲਕੁਲ ਡਰਾਮੇਬਾਜ਼ੀ ਹੈ, ਲੇਕਿਨ ਇਹ ਤਾਂ ਉਹ ਵਾਕਿੰਗ ਸਟਿਕ ਇਲਾਹਾਬਾਦ ਦੇ ਮਿਊਜ਼ੀਅਮ ਚੋਂ ਲਿਆ ਕੇ ਜਿਵੇਂ ਇਹਨਾਂ ਨੇ ਉਹ ਸਾਰੇ ਡਰਾਮੇਬਾਜ਼ੀ ਨੂੰ ਕੀਤਾ ਹੈ। ਔਰ ਮੇਰਾ ਖਿਆਲ ਹੈ ਅਸੀਂ ਇੱਥੇ ਹੀ ਖਤਮ ਕਰੀਏ। ਬਿਲਕੁਲ। ਹੁਣ ਜਿਹੜਾ ਤੁਸੀਂ ਟੌਪਿਕ ਡਿਸਕਸ ਕੀਤਾ ਹੈ, ਦੇਖੋ ਇਸ ਵੇਲੇ ਜਦੋਂ ਅਸੀਂ ਸੈਕੰਡ ਵਰਲਡ ਵਾਰ ਤੋਂ ਬਾਅਦ ਦੇਖਦੇ ਹਾਂ ਤੇ ਯੂਨਾਈਟਿਡ ਨੇਸ਼ਨਸ ਇੱਕ ਪਹਿਲੀ ਆਰਗੇਨਾਈਜੇਸ਼ਨ 1948 ਚ ਲਗਭਗ 50 ਦੇਸ਼ਾਂ ਦੀ ਪਾਰਟਿਸਿਪੇਸ਼ਨ ਦੇ ਨਾਲ ਸੈਨ ਫਰਾਂਸਿਸਕੋ ਸੈਸ਼ਨ 'ਚ ਉਸ ਦੀ ਸ਼ੁਰੂਆਤ ਹੋਈ। ਇੱਕ ਆਪਣੀ ਕਿਸਮ ਦਾ, ਕਿਉਂਕਿ ਦੁਨੀਆ ਸਾਰੀ ਅੱਡ-ਅੱਡ ਬਲਾਕ 'ਚ ਵੰਡੀ ਹੋਈ ਸੀ। ਬੇਸ਼ੱਕ ਇੱਕ ਪਾਸੇ ਪੋਲੀਟੀਕਲੀ ਦੋ ਬਲਾਕ ਜਿਹਨੂੰ ਕੋਲਡ ਵਾਰ ਈਰਾ ਕਿਹਾ ਜਾਂਦਾ, ਠੰਡੀ ਜੰਗ ਕਿਹਾ ਜਾਂਦਾ, ਉਹਦੇ 'ਚ ਸੋਵੀਅਤ ਯੂਨੀਅਨ ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੋ ਬਲਾਕ ਬਣੇ। ਇੱਕ ਵਿੱਚੋਂ ਬਲਾਕ ਜਿਹਦੇ 'ਚ 60 ਤੋਂ ਜ਼ਿਆਦਾ ਮੁਲਕ ਆਏ, ਨਾਨ ਅਲਾਈਨਡ ਕੰਟਰੀਜ਼, ਜਿਨ੍ਹਾਂ ਨੂੰ ਭਾਰਤ, ਇਜਿਪਟ, ਯੂਗੋਸਲਾਵੀਆ ਵਰਗੇ ਲੀਡ ਕਰਦੇ ਸੀ। ਲੇਕਿਨ ਜਿਉਂ-ਜਿਉਂ ਪ੍ਰੋਗਰੈਸ ਜਾਂ ਇਹਨਾਂ 75 ਸਾਲਾਂ 'ਚ ਸੈਕੰਡ ਵਰਲਡ ਵਾਰ ਤੋਂ ਬਾਅਦ ਐਸਾ ਕੁਝ ਬਦਲਿਆ, ਰੀਜਨ ਇੰਪੋਰਟੈਂਟ ਹੋਏ, 1988-89 ਤੱਕ ਪਹੁੰਚਦੇ ਆ ਜਦੋਂ ਸੋਵੀਅਤ ਯੂਨੀਅਨ ਟੁੱਟਿਆ, ਅਮਰੀਕਾ ਇੱਕੋ ਇੱਕ ਸੁਪਰ ਪਾਵਰ ਬਣ ਕੇ ਉੱਭਰਿਆ। ਫਿਰ ਅਸੀਂ ਦੇਖਦੇ ਹਾਂ ਵੀ ਦੁਨੀਆ ਦੇ ਵਿੱਚ ਬਹੁਤ ਸਾਰੇ ਆਪਣੇ ਇੰਟਰਸਟ ਨੂੰ ਲੈ ਕੇ ਗਰੁੱਪਿੰਗਸ ਵੀ ਬਣੀਆਂ। ਅਮਰੀਕਾ ਨੇ ਤਾਂ ਆਪਣੇ ਮਿਲਟਰੀ ਇੰਟਰਸਟ ਦੇ ਲਈ ਨੈਟੋ ਬਣਾਈ ਹੋਈ ਸੀ, ਯੂਰਪ ਦੇ ਵਿੱਚ ਦੂਸਰਿਆਂ ਦੇ ਨਾਲ ਡਾਇਰੈਕਟ ਡੀਲਸ ਬਣਾਈਆਂ 1 to 1। ਇੱਧਰ ਅਸੀਂ ਦੇਖਦੇ ਹਾਂ ਕਿ ਵੀ ਚਾਈਨਾ ਦੀ ਜਿਹੜੀ ਐਮਰਜੈਂਸੀ 90s ਦੇ ਵਿੱਚ ਹੋਰ ਤੇਜ਼ੀ ਨਾਲ ਫਿਰ ਨਵੀਂ ਸਦੀ ਤੱਕ ਪਹੁੰਚਦੇ ਆ। ਉਹਨਾਂ ਨੇ ਜਿੱਥੇ ਆਪਣੇ ਬੈਂਕ ਡਿਵੈਲਪ ਕਰਨ ਦੀ ਨਾਂ ਵੀ ਆਈ, ਜਿਹੜੀ ਹੈ ਉਹ ਐਫਰਟ ਵੀ ਹੋਇਆ ਏਸ਼ੀਅਨ ਡਿਵੈਲਪਮੈਂਟ। ਹਾਲਾਂਕਿ ਭਾਰਤ ਔਰ ਸਾਊਥ ਏਸ਼ੀਆ 'ਚ ਵੀ ਇਹਨਾਂ ਕੋਲ ਮੌਕਾ, ਸਾਰਕ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ ਆਈ ਕਿ 8-9 ਮੁਲਕਾਂ ਦਾ ਤੁਸੀਂ ਬਲਾਕ ਬਣਾ ਕੇ ਅੱਗੇ ਤੁਰੋ। ਪਰ ਕਿਉਂਕਿ ਭਾਰਤ ਤਾਂ ਉਸ ਕਿਸਮ ਦਾ ਹੀ ਬੁਲੀ ਐਟੀਟਿਊਡ ਹੈ, ਉਹ ਤਾਂ ਆਪਣੇ ਨੇਬਰਸ ਨੂੰ ਆਰਾਮ ਨਾਲ ਉਹਨੇ ਬਹਿਣ ਨਹੀਂ ਦਿੱਤਾ, ਵਾਇਲੈਂਸ ਉਹਨਾਂ ਦੇ ਮੁਲਕਾਂ 'ਚ ਇੰਟਰਫੇਅਰ ਕਰਕੇ ਕੀਤੀ। ਲੇਕਿਨ ਚਾਈਨਾ ਨੇ ਆਪਣੀ ਐਮਰਜੈਂਸੀ ਦੇ ਵੇਲੇ ਜਿਹੜਾ ਹੈ ਇੱਕ ਜਿਹੜੀ ਬਾਡੀ ਖਾਸ ਤੌਰ ਤੇ SCO ਵੀ ਡਿਵੈਲਪ ਕੀਤੀ, ਉਹਦੇ 'ਚ ਵੀ ਉਹਨਾਂ ਨੇ ਭਾਰਤ ਨੂੰ ਵੀ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਹ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਔਰ ਇਹ SCO ਬਾਡੀ ਇਹ ਹੈ ਕਿ ਇਸ ਦੇ ਜਿਹੜੇ ਮੁੱਖ ਮੈਂਬਰ ਨੇ, ਪਰਮਾਨੈਂਟ ਮੈਂਬਰ ਚਾਈਨਾ, ਰਸ਼ੀਆ, ਕਜ਼ਾਕਿਸਤਾਨ, ਕਿਰਗਿਸਤਾਨ, ਪਾਕਿਸਤਾਨ, ਤਾਜ਼ਿਕਸਤਾਨ ਐਂਡ ਉਜ਼ਬੇਕਿਸਤਾਨ, ਇਹ ਜਿਹੜੇ ਨੇ ਸਾਰੇ ਮੈਂਬਰ ਨੇ। ਇੰਡੀਆ ਵੀ ਮੈਂਬਰ ਹੈ ਉਹਦਾ। ਸੋ ਇਹਨਾਂ ਦੀ ਚੇਅਰਮੈਨਸ਼ਿਪ SCO ਇਸ ਵੇਲੇ ਬੜੀ ਪਾਵਰਫੁਲ ਧਿਆਨ ਵੀ ਹੁੰਦਾ, ਕਿਉਂਕਿ ਜੇ ਚਾਈਨਾ ਔਰ ਰਸ਼ੀਆ ਦੁਨੀਆ ਦੇ ਵਿੱਚ ਹੁਣ ਐਲਡਰ ਬ੍ਰਦਰ ਯੰਗਰ ਬ੍ਰਦਰ ਵਾਂਗ ਇੱਕ ਪੂਰਾ ਬਲਾਕ ਬਣਿਆ ਹੋਇਆ, ਤੇ ਇਹ ਜਿਹੜੇ ਸਾਰੇ ਕਜ਼ਾਕਿਸਤਾਨ, ਕਿਰਗਿਸਤਾਨ, ਤਾਜ਼ਿਕਸਤਾਨ, ਉਜ਼ਬੇਕਿਸਤਾਨ ਨੇ, ਇਹ ਉਹੀ 4 ਰਿਪਬਲਿਕ ਨੇ
ਜਿਹੜੇ ਸੋਵੀਅਤ ਯੂਨੀਅਨ ਤੋਂ ਅੱਡ ਹੋਏ, ਜਦੋਂ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ, ਪਾਕਿਸਤਾਨ ਵੀ ਉਹਦਾ ਮੈਂਬਰ ਹੈ ਔਰ ਇੰਡੀਆ ਵੀ ਹੈ। ਸੋ ਇੱਕ ਪਾਵਰਫੁਲ ਇਕਨੋਮੀ ਪੋਪੂਲੇਸ਼ਨ ਵਾਈਜ਼ ਵੀ, ਜੇ ਚਾਈਨਾ ਔਰ ਇੰਡੀਆ ਦੀ ਪੋਪੂਲੇਸ਼ਨ ਦੋਨਾਂ ਦੀ ਕਰੋ ਤਾਂ 1/3 ਦੁਨੀਆ ਦੀ ਬਣ ਜਾਂਦੀ ਹੈ। ਪਰ ਇਸ ਔਰ ਇਹਦੀ ਚੇਅਰਮੈਨਸ਼ਿਪ ਰੋਟੇਸ਼ਨ ਵਾਈਜ਼ ਹੁੰਦੀ ਹੈ, ਉਸ ਦੀ ਇਕੱਲੀ ਇੱਕ ਮੀਟਿੰਗ ਨਹੀਂ ਹੁੰਦੀ, ਕਪਲ ਆਫ ਮੀਟਿੰਗਸ ਹੁੰਦੀਆਂ ਨੇ। ਔਰ ਇਸ ਵਾਰ ਉਹਨਾਂ ਨੇ ਜਿਹੜਾ ਉਸ ਮੀਟਿੰਗ ਦੇ ਵਿੱਚ ਤੁਰਕਮਾਨਸਤਾਨ ਨੂੰ ਵੀ ਸੱਦਿਆ ਹੋਇਆ ਸੀ ਕਿ ਭਾਈ ਤੁਸੀਂ ਗੈਸਟ ਆਫ ਆਨਰ ਦੇ ਤੌਰ ਤੇ ਆਓ, ਔਰ ਦੂਸਰੀਆਂ ਜਿਹੜੀਆਂ ਨੇ ਸੈਕਟਰੀਏਟ, SCO ਇਹ ਵੀ ਸੱਦੇ ਹੋਏ ਸੀ, ਔਰ ਬਾਕੀ ਵੀ 6 ਆਰਗੇਨਾਈਜੇਸ਼ਨਾਂ ਜਿਹੜੀਆਂ ਦੁਨੀਆ ਦੀਆਂ, ਉਹ UN, ਏਸ਼ੀਆਨ, CIS, CSTO, EA, EU, CICA, ਮੈਂ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ ਵੀ ਇਹਨਾਂ ਦੀ ਫੁੱਲ ਫਾਰਮ ਕੀ ਬਣਦੀ ਹੈ। ਅੱਛਾ, ਆਲਰੇਡੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦਾ ਮੇਨ ਸੈਸ਼ਨ ਤੋਂ ਪਹਿਲਾਂ ਇੱਕ ਸੈਸ਼ਨ ਗੋਆ 'ਚ ਹੋਇਆ ਕੁਝ ਹਫ਼ਤੇ ਪਹਿਲਾਂ। ਉੱਥੇ ਬਿਲਾਵਲ ਭੁੱਟੋ ਨੇ ਇਸ਼ੂ ਚੁੱਕਿਆ ਕਸ਼ਮੀਰ ਦਾ ਵੀ, ਔਰ ਕਿਉਂਕਿ S ਜੈਸ਼ੰਕਰ ਬਾਰ-ਬਾਰ ਜਿਹੜਾ ਟੈਰਰਿਜ਼ਮ ਦੀ ਗੱਲ ਕਰ ਰਿਹਾ ਸੀ, ਉੱਥੇ ਨੋਕ ਝੋਕ ਵੀ ਹੋਈ। ਔਰ ਇਹਨਾਂ ਨੂੰ ਨਜ਼ਰ ਆ ਗਿਆ ਕਿ ਵੀ ਪਹਿਲਾਂ ਤਾਂ ਇਹ ਸੀ ਵੀ ਪਾਕਿਸਤਾਨ ਆਏਗਾ ਨਹੀਂ ਆਏਗਾ, ਪਾਕਿਸਤਾਨ ਨੇ ਮੈਂ ਸਮਝਦਾ ਵੀ ਪੋਜ਼ਿਟਿਵਿਟੀ ਦਿਖਾਈ ਕਿ ਵੀ ਚਲੋ ਅਸੀਂ ਪਾਰਟਿਸਿਪੇਟ ਕਰਦੇ ਹਾਂ, ਤੇ ਘਰ ਆਏ ਤਾਂ ਦੁਸ਼ਮਣ ਦਾ ਵੀ ਤੁਸੀਂ ਜਿਹੜਾ ਉਹ ਅਪਮਾਨ ਨਹੀਂ ਕਰਦੇ। ਤੇ SCO ਦਾ ਫਾਰਮ ਸੀ ਜਿਹਦੀ ਮੇਨ ਸਪਿਰਿਟ ਚਾਈਨਾ ਔਰ ਰਸ਼ੀਆ ਹੈ, ਲੇਕਿਨ ਜਿਵੇਂ ਇੰਡੀਅਨ ਫੋਰਨ ਮਿਨਿਸਟਰ ਨੇ ਉਹਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ, ਪਾਕਿਸਤਾਨ 'ਚ ਵੀ ਇਸ ਗੱਲ ਨੂੰ ਲੈ ਕੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਤੋਏ ਹੋਈ ਵੀ ਤੂੰ ਲੈਣ ਕੀ ਗਿਆ ਸੀ। ਹਾਲਾਂਕਿ ਮੈਨੂੰ ਇਹ ਲੱਗਦਾ ਵੀ ਰਾਦਰ ਇਹਨਾਂ ਦੀ ਧਰਤੀ ਤੇ ਆ ਕੇ ਜਿਵੇਂ ਬਿਲਾਵਲ ਭੁੱਟੋ ਨੇ ਇਹਨਾਂ ਨੂੰ ਚੈਲੰਜ ਕੀਤਾ, ਉਹ ਇੱਕ ਪੋਜ਼ਿਟਿਵ ਲਾਈਨ ਸੀ, ਉਹਨੇ ਉਹ ਕੋਈ ਝੇਂਪਿਆ ਨਹੀਂ ਆਪਣੇ ਜਿਹੜਾ ਨਾਨੇ ਵਾਂਗ ਜਿਹੜਾ ਉਸਨੇ ਉਸ ਮੈਟਰ ਦੇ ਉੱਤੇ ਰੋਲ ਪਲੇ ਕੀਤਾ। ਹੁਣ ਇਹਦੀ ਸਮਿਟ ਪੂਰੀ ਇਹਨਾਂ ਦੀ ਇਨਵਾਈਟਿਸ ਦੀ ਵੀ ਔਰ SCO ਮੈਂਬਰ ਦੇਸ਼ਾਂ ਦੀ ਵੀ ਭਾਰਤ 'ਚ ਹੋਣੀ ਸੀ, ਪਰ ਇਹ ਦੌੜ ਗਏ ਕਰਾਉਣ ਤੋਂ। ਔਰ ਅੱਜ ਦੀ ਇਹ ਮੇਨ ਖਬਰ ਹੈ ਕਿ SCO ਸਮਿਟ ਇਨ ਇੰਡੀਆ ਟੂ ਬੀ ਹੈਲਡ ਇਨ ਵਰਚੁਅਲ ਮੋਡ, ਸੇਜ਼ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ। ਉਹਨਾਂ ਨੇ ਕਿਉਂਕਿ ਰੀਜ਼ਨ ਕਿ ਜੀ ਅਸੀਂ ਅਨਪਲੇਜ਼ੈਂਟਨੈਸ ਨਹੀਂ ਚਾਹੁੰਦੇ, ਅਨਪਲੇਜ਼ੈਂਟ ਇਸ ਲਈ ਕਿਉਂਕਿ ਹੁਣ ਸ਼ਾਹੀ ਦਾਵਤ ਦੇ ਉੱਤੇ 22 ਜੂਨ ਨੂੰ ਮੋਦੀ ਨੂੰ ਇਨਵਾਈਟ ਕੀਤਾ ਹੋਇਆ ਬਾਈਡਨ ਨੇ, ਔਰ ਤਿਆਰੀਆਂ ਤਾਂ ਹੋ ਰਹੀਆਂ ਨੇ। ਸਿੱਖ ਕੌਮ ਵੀ ਪੂਰਾ, ਅਸੀਂ ਵੀ ਸ਼ਾਹੀ ਸਵਾਗਤ ਕਰਾਂਗੇ ਜਿਵੇਂ ਪਹਿਲੇ ਪ੍ਰਾਈਮ ਮਿਨਿਸਟਰਸ ਦਾ ਇੱਥੇ ਹੁੰਦਾ ਰਿਹਾ ਵਾਈਟ ਹਾਊਸ ਦੇ ਡਿਨਰਸ ਵੇਲੇ। ਇਹ ਵੱਖਰਾ ਅੰਦਾਜ਼ ਹੁੰਦਾ ਖਾਲਸਾਈ ਸ਼ਾਨੋ ਸ਼ੌਕਤ ਦਾ, ਔਰ ਇਸ ਦੇ ਚੱਲਦਿਆਂ ਹੁਣ ਉਹਨਾਂ ਨੂੰ ਇਹ ਲੱਗਾ ਕਿ ਵੀ ਜੇ ਐਨ SCO ਮੀਟ ਭਾਰਤ 'ਚ ਹੁੰਦੀ ਹੈ, ਚੀਨ ਦਾ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਵੀ ਔਰ ਰਸ਼ੀਆ ਦਾ ਵੀ, ਔਰ ਜੋ ਭਾਰਤ ਇਸ ਵੇਲੇ ਡਬਲ ਰੋਲ ਪਲੇ ਕਰ ਰਿਹਾ ਹੈ ਯੂਕਰੇਨ ਦੇ ਮੁੱਦੇ ਤੇ, ਤੋਏ ਇਹਨਾਂ ਦੀ ਹੋ ਰਹੀ ਹੈ। ਫਿਰ ਯੂਰਪੀਅਨ ਯੂਨੀਅਨ ਵੀ ਖਫਾ ਹੈ ਵੀ ਰਸ਼ੀਆ ਤੋਂ ਤੁਸੀਂ ਕਰੂਡ ਆਇਲ ਬਾਏ ਕਰਦੇ ਹੋ, 42 ਗੁਣਾ ਜ਼ਿਆਦਾ ਬਾਏ ਕਰ ਰਹੇ ਹੋ, ਉਹਨੂੰ ਟ੍ਰੀਟ ਕਰਕੇ ਡੀਜ਼ਲ ਔਰ ਦੂਜਾ ਬਣਾ ਕੇ ਫਿਰ ਯੂਰਪ ਦੀ ਮਾਰਕੀਟ 'ਚ ਵੇਚ ਰਹੇ ਹੋ। ਇਖਲਾਕੀ ਤੌਰ ਦੇ ਉੱਤੇ ਤੁਸੀਂ ਇਹ ਸਾਰਾ ਪਾਰਟ ਕਰ ਰਹੇ ਹੋ। ਔਰ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਵੀ ਭਾਰਤ ਨੇ ਇੱਕ ਵਾਰ ਫਿਰ ਇਹ ਮੈਸੇਜ ਦਿੱਤਾ ਹੈ ਕਿ ਉਹ ਹੁਣ ਅਮਰੀਕਾ ਦੀ ਗੋਦ 'ਚ ਬੈਠ ਗਿਆ, ਇੱਥੇ ਹੀ ਬੈਠੇਗਾ। ਔਰ ਅੱਜ ਹੀ ਮੈਂ ਇੱਕ ਪੁਰਾਣੀ ਹਾਲਾਂਕਿ ਸੀ ਉਹ ਵੀਡੀਓ ਪ੍ਰਵੀਨ ਸਾਹਨੀ ਜਿਹੜੇ ਡਿਫੈਂਸ ਐਕਸਪਰਟ ਨੇ, ਇਹਨਾਂ ਦੇ ਕਰਨਲ ਜਾਂ ਕਿਸੇ ਰੈਂਕ 'ਚੋਂ ਰਿਟਾਇਰ ਹੋਏ ਨੇ ਫੌਜ ਦੇ, ਉਹ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਇੰਡੀਆ ਨੇ ਜਿਹੜੀ ਇਹ ਨੀਤੀ ਰੱਖੀ ਹੈ ਅਮਰੀਕਾ ਵੀਜ਼ਾ ਵੀ ਚਾਈਨਾ, ਇਹ ਆਪਣੇ ਪੈਰਾਂ ਤੇ ਕੁਹਾੜੀ ਮਾਰ ਰਹੇ ਨੇ ਕਿ ਵੀ ਚਾਈਨਾ ਨੇ ਆਪਣਾ ਟਾਈਮ ਤੇ ਡਿਸਾਈਡ ਕਰਨਾ ਵੀ ਉਹਨਾਂ ਨੇ ਕੀ ਕਰਨਾ। ਉਹਨੇ ਕਿਹਾ ਵੀ ਭਾਰਤ ਨੇ ਡਰਾਮੇਬਾਜ਼ੀ ਪਹਿਲਾਂ ਸ਼ੁਰੂ ਕੀਤੀ ਜਦੋਂ, ਤੇ ਉਹਨਾਂ ਨੇ ਚੁੱਪਚਾਪ ਆ ਕੇ ਉਹ ਡੋਕਲਾਮ 'ਚ ਬੈਠ ਗਏ ਭੂਟਾਨ ਦੇ ਨਾਲ ਜਿਹੜਾ ਲੱਗਦਾ, ਔਰ ਕਹਿੰਦੇ ਵੀ ਇੰਨੇ ਦਿਨ 70 ਦਿਨ ਚੱਲੇ ਕਨਫਲਿਕਟ ਤੋਂ ਬਾਅਦ ਚਾਈਨਾ ਦੀਆਂ ਟਰਮਸ ਦੇ ਉੱਤੇ ਇੰਡੀਆ ਉੱਥੋਂ ਨਿਕਲਿਆ। ਔਰ ਅੱਜ ਹਾਲਾਤ ਇਹ ਨੇ ਕਿ ਭੂਟਾਨ ਇੰਡੀਪੈਂਡੈਂਟਲੀ ਚਾਈਨਾ ਨਾਲ ਆਪਣਾ ਬਾਰਡਰ ਡੀਲ ਸਾਈਨ ਕਰ ਰਿਹਾ, ਔਰ ਨੈਕਸਟ ਸਟੈਪ ਹੋਏਗਾ ਚਾਈਨਾ ਔਰ ਭੂਟਾਨ ਦੇ ਡਿਪਲੋਮੈਟਿਕ ਸੰਬੰਧਾਂ ਦਾ ਜੋੜਨਾ। ਵੀ ਇਹ ਭਾਰਤ ਦੀ ਉਸ ਕਿਸਮ ਦੀ ਐਗਰੈਸਿਵਨੈਸ ਸੀ ਜਿਹਦੇ ਥੱਲੇ ਇਹਨਾਂ ਨੇ ਭੂਟਾਨ ਨੂੰ ਵੀ ਹੱਥੋਂ ਗਵਾਇਆ, ਔਰ ਉਹ ਡੋਕਲਾਮ ਦੇ ਉੱਤੇ ਵੀ ਜਿਹੜਾ ਉਹ ਚਾਈਨਾ ਦਾ ਵੀ ਕੰਟਰੋਲ ਹੋਏਗਾ, ਔਰ ਇਵੈਂਚੁਅਲੀ ਜਿਹੜਾ ਚਿਕਨ ਨੈਕ ਹੈ ਇਹਨਾਂ ਦਾ ਬਣਦਾ ਉੱਥੇ ਬੈਠ ਕੇ ਆਬਜ਼ਰਵ ਕਰਦੇ ਆ, ਉਹ ਵੀ ਉਹਨਾਂ ਨੇ ਗਵਾਇਆ। ਫਿਰ ਉਹਨਾਂ ਨੇ ਕਿਹਾ ਜੀ ਇਹਨਾਂ ਨੇ ਅਮਰੀਕਾ ਪੱਖੀ ਹੋਰ ਜਦੋਂ ਲਾਈਨ ਲਈ ਤੇ ਚੁੱਪਚਾਪ ਆ ਕੇ 15 ਜੂਨ 2020 ਨੂੰ ਚੀਨ ਨੇ ਗਲਵਾਨ ਵੈਲੀ ਦੇ ਵਿੱਚ ਆ ਕੇ ਆਪਣਾ ਜ਼ੋਰ ਦਿਖਾ ਦਿੱਤਾ। ਜੰਗ ਵੀ ਨਹੀਂ ਹੋਈ, ਕੋਈ ਗੋਲੀ ਨਹੀਂ ਚੱਲੀ, ਪਰ ਉਸ ਤੋਂ ਬਾਅਦ ਉਹਨਾਂ ਨੇ ਡੈਪਸੋਂਗ ਹੋਏ, ਦੂਜਾ ਹੋਏ, 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜ਼ਮੀਨ ਉਹਨਾਂ ਨੇ ਲੈ ਲਈ। ਔਰ
ਪ੍ਰਵੀਨ ਸਾਨੀ ਦਾ ਕਹਿਣਾ ਸੀ ਕਿ ਜਿਸ ਅੰਦਾਜ਼ 'ਚ ਐਗਰੈਸਿਵਲੀ ਅਮਰੀਕਾ ਪੱਖੀ ਲਾਈਨ ਭਾਰਤ ਲੈ ਰਿਹਾ, ਉਹਨੇ ਕਿਹਾ ਵੀ ਚਾਈਨਾ ਦੀ ਟਾਈਮਿੰਗ ਆਪਣੀ ਹੁੰਦੀ ਹੈ, ਕਦੋਂ ਉਹਨਾਂ ਨੇ ਸਿੱਕਮ ਨੂੰ ਲੈ ਲੈਣਾ ਤੇ ਕਦੋਂ ਉਹਨਾਂ ਨੇ ਸਾਊਥ ਤਿੱਬਤ ਜਿਹਨੂੰ ਅਰੁਣਾਚਲ ਕਹਿੰਦੇ ਨੇ ਕਿ ਵੀ ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਹੈ। ਜਿਵੇਂ ਗਲਵਾਨ ਵਾਲਾ ਜਾਂ ਡੋਕਲਾਮ ਵਾਲਾ, ਇਹ ਤਾਂ ਆਪਣੇ ਡੋਲਿਆਂ ਨੂੰ ਤੇਲ ਲਾ ਕੇ ਕਹਿੰਦੇ ਨੇ ਵੀ ਅਸੀਂ, ਇਹਨਾਂ ਦੇ ਜਨਰਲ ਵੀ ਕਹਿਣਗੇ ਜੀ ਅਸੀਂ 2 prong ਵਾਰ ਲਈ ਤਿਆਰ ਹੈ, ਇੱਕੋ ਵੇਲੇ ਅਸੀਂ ਚਾਈਨਾ ਔਰ ਪਾਕਿਸਤਾਨ। ਉਹਨੇ ਕਿਹਾ ਜੀ ਬਿਲਕੁਲ ਨਹੀਂ ਹੈ, ਕੋਈ ਮੈਚ ਹੀ ਨਹੀਂ ਹੈ ਚਾਈਨਾ ਨਾਲ ਇਹਨਾਂ ਨੇ ਕੀ ਲੜਨਾ ਹੈ। ਔਰ ਦੂਸਰੀ ਗੱਲ ਜਿਹੜੀ ਉਹਨੇ ਕਹੀ ਵੀ ਜੇ ਉਹ ਸਮਝਦੇ ਨੇ ਕਿ ਚਾਈਨਾ ਕੱਲ ਨੂੰ ਅਰੁਣਾਚਲ ਲੈ ਲੇ ਤੇ ਅਮਰੀਕਾ ਇਹਨਾਂ ਦੀ ਮਦਦ ਤੇ ਆਏਗਾ, ਹਥਿਆਰ ਦੇ ਦੇਗਾ, ਲੌਜਿਸਟਿਕ ਸਪੋਰਟ ਦੇ ਦੇਗਾ, ਇਹਨਾਂ ਦੇ ਲਈ ਉਹਨੇ ਜੰਗ ਦੇ ਮੰਦਾ। ਉਹਨਾਂ ਨੇ ਕਿਹਾ ਵੀ ਆਪਣੀ ਔਕਾਤ 'ਚ ਰਹੋ ਔਰ ਐਸਾ ਕੰਮ ਨਾ ਕਰੋ ਕਿ ਭਾਈ ਅਲਟੀਮੇਟਲੀ ਜਿਹੜਾ ਤੁਹਾਨੂੰ ਪਛਤਾਣਾ ਪਏ। ਔਰ ਮੈਨੂੰ ਇਹ ਲੱਗਦਾ ਵੀ ਇਹ ਵੀ ਜਿਹੜਾ SCO ਦੀ ਚੇਅਰਮੈਨਸ਼ਿਪ ਇਹਨਾਂ ਨੂੰ ਮਿਲੀ ਹੋਈ ਸੀ ਰੋਟੇਸ਼ਨ 'ਚ, ਔਰ ਇਹਨੂੰ ਵਰਚੁਅਲ ਮੋਡ ਤੇ ਕਰਨ ਦੇ ਬਹਾਨੇ ਜਿਹੜਾ ਉਹਨਾਂ ਨੂੰ ਮੌਕਾ ਨਾ ਦੇਣਾ ਰਸ਼ੀਅਨ ਔਰ ਚਾਈਨੀਜ਼ ਪ੍ਰੈਜ਼ੀਡੈਂਟ ਔਰ ਬਾਕੀਆਂ ਨੂੰ, ਇਹ ਚਾਈਨਾ ਦੇ ਜਿਹੜਾ ਇਸ ਦੇ ਉੱਤੇ ਆਉਣ ਵਾਲੇ ਉਹਨਾਂ ਦਾ ਆਪਣਾ ਅੰਦਾਜ਼ ਹੈ, ਪਰ ਉਹ ਇਹਦਾ ਜਵਾਬ ਜ਼ਰੂਰ ਦੇਣਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ। ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸੋਸ਼ਲ ਮੀਡੀਆ ਤੇ ਇੱਕ ਜਿਹੜੀ ਵੀਡੀਓ ਹੈ ਬੜੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਹਾਰਾਸ਼ਟਰ ਦੇ ਇੱਕ ਪਿੰਡ ਵਿੱਚ 3 ਸਿੱਖ ਬੱਚਿਆਂ ਨੂੰ ਹਿੰਦੂ ਭੀੜ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਮੌਬ ਲਿੰਚਿੰਗ ਵਿੱਚ 14 ਸਾਲਾ ਕਿਰਪਾਲ ਸਿੰਘ ਜੀ ਦੀ ਜਿਹੜੀ ਮੌਤ ਹੋ ਗਈ ਹੈ ਔਰ 15 ਤੇ 16 ਸਾਲ ਦੇ ਅਵਤਾਰ ਸਿੰਘ ਅਤੇ ਅਰੁਣ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਨੇ। ਸੋ ਵਿਊਅਰਸ, ਪੰਜਾਬ ਵਿੱਚ ਜਿਹੜੀ ਅਸੀਂ ਭਾਈਆਂ ਦੀ ਜਿਹੜੀ ਵੱਧ ਰਹੀ ਗਿਣਤੀ ਅਤੇ ਉਹਨਾਂ ਵੱਲੋਂ ਜਿਹੜੇ ਕੀਤੇ ਜਾ ਰਹੇ ਕ੍ਰਾਈਮ ਨੂੰ ਲੈ ਕੇ ਚਿੰਤਤ ਹਾਂ, ਔਰ ਅਸੀਂ ਕਿਉਂ ਨਹੀਂ ਇਹਨਾਂ ਗਰੀਬ ਜਿਹੜੇ ਬੰਜਾਰੇ ਨੇ ਸਿੱਖਾਂ ਨੂੰ ਪੰਜਾਬ ਵਿੱਚ ਲਿਆ ਕੇ ਵਸਾਉਂਦੇ। ਇਹ ਜਿਹੜਾ ਸਵਾਲ ਹੈ ਸਾਡੇ ਅੱਗੇ ਜਿਹੜਾ ਮੂੰਹ ਅੱਡੀ ਖੜਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਬੜਾ ਅਹਿਮ ਇਸ਼ੂ ਹੈ ਔਰ ਇਸ ਬਾਰੇ ਅੱਜ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਦੀ ਕਾਲ ਵੀ ਆਈ, 2-3 ਹੋਰ ਕਾਲਾਂ ਵੀ ਸੀ। ਪਰ ਇਸ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਮੈਂ ਫੇਸਬੁੱਕ ਰਾਹੀਂ ਜਿਹੜੇ ਸਾਡੇ ਵੀਰ ਭੈਣਾਂ ਜੁੜੇ ਨੇ ਉਹਨਾਂ ਨੂੰ ਐਕਨੋਲੇਜ ਕਰਨਾ ਚਾਹੁੰਦਾ। ਕਿਰਨਜੀਤ ਕੌਰ ਭੈਣ ਜੀ ਲਿਖਦੇ ਨੇ, ਡਾਕਟਰ ਸਾਹਿਬ ਮੈਨੂੰ ਲੱਗਦਾ ਹੈ ਕਿ ਪਹਿਲਵਾਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ। ਸਾਕਸ਼ੀ ਨੂੰ ਆਪਣਾ ਮੈਡਲ ਓਲੰਪਿਕ ਕਮੇਟੀ ਨੂੰ ਵਾਪਸ ਕਰਨਾ ਚਾਹੀਦਾ ਹੈ। ਇਸ ਨਾਲ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਦੇ ਕੇਸ ਨੂੰ ਸਪੋਰਟ ਤੇ ਹਮਦਰਦੀ ਮਿਲੇਗੀ, ਨਾਲੇ ਦੁਨੀਆ ਨੂੰ ਵੀ ਪਤਾ ਲੱਗੇਗਾ ਕਿ ਇੰਡੀਆ ਵਿੱਚ ਕੀ ਚੱਲ ਰਿਹਾ। ਤੁਸੀਂ ਬਿਲਕੁਲ ਠੀਕ ਫਰਮਾਇਆ। ਵੈਸੇ ਅੱਜ ਮੈਂ ਇੱਕ ਸਟੇਟਮੈਂਟ ਦੇਖ ਰਿਹਾ ਸੀ, ਆਲਰੇਡੀ ਇੰਟਰਨੈਸ਼ਨਲ ਰੈਸਲਰਸ ਦੀ ਜਿਹੜੀ ਕੋਈ ਬਾਡੀ ਹੈ ਉਹਨਾਂ ਨੇ ਇਹਦਾ ਨੋਟਿਸ ਲਿਆ ਔਰ ਉਹਨਾਂ ਨੇ ਇੰਡੀਆ ਨੂੰ ਕਿਹਾ ਵੀ ਅਸੀਂ ਮੋਨੀਟਰ ਕਰ ਰਹੇ ਸੀ ਕਾਫੀ ਦਿਨਾਂ ਤੋਂ, ਔਰ ਇਸ ਦੀਆਂ ਕੁਝ ਉਹਨਾਂ ਦੀਆਂ ਡਾਇਰੈਕਸ਼ਨਸ ਮੁਤਾਬਕ ਇਲੈਕਸ਼ਨਸ ਵੀ ਡਿਊ ਨੇ ਜਿਹੜੀ ਉਹਦਾ ਕਾਊਂਟਰ ਪਾਰਟ ਇੰਡੀਅਨ ਰੈਸਲਿੰਗ ਬਾਡੀ ਹੈ। ਔਰ ਇਹ ਆਲਰੇਡੀ ਜੇ ਇਹ ਖਬਰ ਠੀਕ ਹੈ, ਕਿਉਂਕਿ ਮੈਂ ਇੱਕ ਸੋਰਸ ਤੋਂ ਹੀ ਦੇਖੀ ਸੀ, ਦੁਬਾਰਾ ਮੈਂ ਹੋਰ ਕਿਸੇ ਪਾਸੋਂ ਕਨਫਰਮ ਨਹੀਂ ਕਰ ਸਕਿਆ, ਤੇ ਇਹ ਆਲਰੇਡੀ ਇਸ਼ੂ ਜਿਹੜਾ ਹੈ ਈਵਨ ਵਿਦਨ ਓਲੰਪਿਕ ਕਮੇਟੀ ਜਿਹੜੀ ਵੀ ਰੈਸਲਰਸ ਦੀ ਹੈ ਉਹਦੇ ਵਿੱਚ ਇੰਟਰਨੈਸ਼ਨਲਾਈਜ਼ ਹੋ ਚੁੱਕਾ ਹੈ। ਗੁਰਨੇਕ ਸਿੰਘ ਮਸਾਣੀਆ, ਇਹ ਆਪ ਸਭਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਸ਼ੁਕਰੀਆ। ਔਰ ਪ੍ਰਣਾਮ ਸ਼ਹੀਦਾਂ ਨੂੰ ਵੀ ਉਹਨਾਂ ਨੇ ਕਿਹਾ। ਦਲਵਿੰਦਰ ਸਿੰਘ ਸੰਧੂ, ਮੁਹੰਮਦ ਅਫਸਲ, ਉਹਨਾਂ ਨੇ ਫਤਿਹ ਬੁਲਾਈ ਹੈ। ਕਮਲ ਸਿੰਘ ਲਿਖਦੇ ਨੇ, ਕਿਸੇ ਸਿੰਘ ਨੇ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਹੈ ਉਹਨਾਂ ਬਾਰੇ, ਜੋ ਸਿੱਖ ਕਿਸਾਨ ਤੇ ਹੋਰ ਜਥੇਬੰਦੀਆਂ ਤੇ ਬੁੱਧੀਜੀਵੀ ਭਾਈ
ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਦੇ ਸੀ। ਕਵਿਤਾ ਹੈ, ਠੰਡੀਆਂ ਠਾਰ ਤਸਵੀਰਾਂ ਵਾਲਿਓ, ਡੂੰਘੀਆਂ ਤਕਰੀਰਾਂ ਵਾਲਿਓ, ਦੂਰ ਅੰਦੇਸ਼ ਵਿਚਾਰਾਂ ਵਾਲਿਓ, ਉੱਚੇ ਸੁੱਚੇ ਕਿਰਦਾਰਾਂ ਵਾਲਿਓ, ਜਰਨੈਲੋ ਕੁਰਬਾਨੀਆਂ ਵਾਲਿਓ, PhDਆਂ ਗਿਆਨੀਆਂ ਵਾਲਿਓ, ਨੀਲੇ ਚਿੱਟੇ ਬਾਣਿਆਂ ਵਾਲਿਓ, ਹਾੜੀ ਸੌਣੀ ਦਾਣਿਆਂ ਵਾਲਿਓ, ਤੁਹਾਡੇ ਰਾਹ ਵਿੱਚ ਅੜਦੇ ਸੀ ਜੋ, ਤਤੀਆਂ ਗੱਲਾਂ ਕਰਦੇ ਸੀ ਜੋ, ਇਹ ਜੋ ਮਾਹੌਲ ਵਿਗਾੜਨ ਡਹਿ ਸੀ, ਦਿੱਲੀ ਤਾਈਂ ਵੰਗਾਰਨ ਡਹਿ ਸੀ, ਤੁਹਾਡੇ ਆਖੇ ਠੱਲ ਦਿੱਤੇ ਨੇ, ਕਾਲੇ ਪਾਣੀ ਘੱਲ ਦਿੱਤੇ ਨੇ, ਖਾਲੀ ਹੁਣ ਮੈਦਾਨ ਪਿਆ ਜੇ, ਹੁਣੋਂ ਬਚ ਨੁਕਸਾਨ ਗਿਆ ਜੇ, ਬੇਅਦਬੀ ਅਜੇ ਰੁਕੀ ਨਹੀਂ ਹੈ, ਨਸ਼ੇ ਦੀ ਦਲਦਲ ਸੁੱਕੀ ਨਹੀਂ ਹੈ, ਭਈਏ ਪੱਗਾਂ ਰੋਲ ਰਹੇ ਨੇ, ਪਾਸਟਰ ਉੱਦਾਂ ਹੀ ਬੋਲ ਰਹੇ ਨੇ, ਰੁਕਿਆ ਵੀ ਪ੍ਰਵਾਸ ਨਹੀਂ ਹੈ, ਤੁਹਾਡੇ ਬਿਨ ਕੋਈ ਆਸ ਨਹੀਂ ਹੈ, ਆਓ ਹੁਣ ਤੁਸੀਂ ਅੱਗੇ ਆਓ, ਨੌਜਵਾਨੀ ਨੂੰ ਪਿੱਛੇ ਲਾਓ, ਸਿਰ ਵਰਤੋ ਕੋਈ ਜੁਗਤ ਬਣਾਓ, ਉਜੜਦਾ ਪੰਜਾਬ ਬਚਾਓ। ਇਹ ਵੀਰ ਗੁਰਪ੍ਰੀਤ ਸਿੰਘ ਹੋਰਾਂ ਨੇ ਲਿਖੀ ਹੈ ਔਰ ਬਿਲਕੁਲ ਠੀਕ ਚੈਲੰਜ ਹੈ, ਬਿਲਕੁਲ, ਕਿਉਂਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਔਰ ਉਹ ਸਾਰੀ ਜਿਹੜੀ ਇਹ ਡਿਸਕਸ਼ਨ ਚੱਲ ਰਹੀ ਸੀ, ਲਫ਼ਜ਼ ਵੀ ਉਹਨਾਂ ਨੇ ਤੇ ਇਸ ਕਿਸਮ ਦੇ ਕਹਿੰਦੇ ਸੀ ਜੀ ਸਿਰ ਦੇਣ ਦੀ ਲੋੜ ਨਹੀਂ, ਸਿਰ ਵਰਤਣ ਦੀ ਲੋੜ ਹੈ। ਉਹਨਾਂ ਨੇ ਕਿਹਾ ਵੀ ਆਓ ਹੁਣ ਸਿਰ ਵਰਤੋ। ਸੋ ਜ਼ਾਹਿਰ ਹੈ ਕਿ ਭਾਈ ਇਸ ਵੇਲੇ ਅਸੀਂ ਦੇਖਦੇ ਹਾਂ ਕਿ ਕਿਵੇਂ ਵਾਪਸ ਉਹੀ ਲੋਕ ਦੁਬਾਰਾ ਸਿਰ ਤੇ ਚੜ ਗਏ ਨੇ ਔਰ ਜੋ ਕੁਝ ਚੱਲ ਰਿਹਾ ਪੰਜਾਬ ਦਾ ਮਾਹੌਲ ਰੋਜ਼ਾਨਾ ਖਬਰਾਂ ਰਾਹੀਂ ਅਸੀਂ ਦੇਖ ਰਹੇ ਹਾਂ। ਸੋਹਣ ਸਿੰਘ ਮਾਲ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਭੇਜੀ ਹੈ। ਜਗਤਾਰ ਸਿੰਘ ਜੌਲ ਕਹਿੰਦੇ ਨੇ ਡਾਕਟਰ ਸਾਹਿਬ ਭਾਵੇਂ ਸਭ ਸਤਿਕਾਰਯੋਗ ਨੇ ਪਰ ਕਦੇ ਮੋਦੀ ਨੂੰ ਗਰੀਬਾਂ ਦਾ ਮਸੀਹਾ ਮਾਨ ਸਾਹਿਬ ਸਤਿਕਾਰਯੋਗ ਨੇ ਪਰ ਕਦੇ ਮੋਦੀ ਨੂੰ ਗਰੀਬਾਂ ਦਾ ਮਸੀਹਾ ਕਹਿੰਦੇ ਨੇ, ਕਦੇ ਭਾਰਤ ਮਾਤਾ ਦਾ ਫਿਕਰ ਕਰਦੇ ਨੇ, ਰੱਬ ਹੀ ਜਾਣੇ ਦਿਲਾਂ 'ਚ ਕੀ ਹੈ। ਮੈਂ ਇਸ ਤੇ ਕਮੈਂਟ ਨਹੀਂ ਕਰਾਂਗਾ। ਹਾਲਾਂ ਇਹ ਹੈ ਕਿ ਵੀ ਖਾਲਿਸਤਾਨ ਵੀ ਉਹੀ ਕਹਿੰਦੇ ਨੇ ਪਰ ਕਈ ਵਾਰ ਉਹਨਾਂ ਦਾ ਇੱਕ ਪਤਾ ਨਹੀਂ ਜਾਂ ਉਹ ਆਪਣੇ ਅੰਦਾਜ਼ ਕੋਈ ਕਹਿਣਾ ਚਾਹੁੰਦੇ ਨੇ, ਗੱਲ ਕਲੀਅਰ ਨਹੀਂ ਹੁੰਦੀ ਪਰ ਕਿਤੇ ਨਾ ਕਿਤੇ ਇਸ ਕਿਸਮ ਦਾ ਸਾਨੂੰ ਵੀ ਦੇਖਣ ਚ ਆਉਂਦਾ। ਮੇਘਰਾਜ ਸਿੰਘ ਸਾਡੇ ਰੈਗੂਲਰ ਵਿਊਅਰ ਵੀ ਨੇ, ਐਡਮਾਇਰਰ ਵੀ ਨੇ, ਕਾਲ ਕਰਕੇ ਵੀ ਥਾਪੀ ਦੇ ਦਿੰਦੇ ਨੇ। ਉਹਦੇ 'ਚ ਉਹਨਾਂ ਨੇ ਹਿੰਦੀ 'ਚ ਲਿਖੀ ਹੈ ਵੈਸੇ तो उन्होंने लिखा भी ये नई पार्लियामेंट का उद्घाटन नहीं है, ये हिंदू के राज का आगाज़ है। मनुवादी क्यों जीत गए और अम्बेडकरवादी क्यों हार गए हैं? मनुवादी संविधान के दायरे में रहकर गैर संवैधानिक काम करके भी कामयाब हो गए, अम्बेडकरवादी संविधान के दायरे में रहकर भी संवैधानिक काम करके भी नाकाम रह गए। मनुवादियों ने अपने बेईमानी के काम को पूरी ईमानदारी से किया, इसके लिए वे कामयाब हुए। अम्बेडकरवादियों ने ईमानदारी के काम को भी ईमानदारी से नहीं किया, इसीलिए अम्बेडकरवादी फेल हो गए। अम्बेडकरवादी कामयाब ऐसे होंगे जैसे कि अगर अम्बेडकरवादी संगठनों के लीडर अपने घमंड को, लालच को छोड़ करके एक प्लेटफॉर्म पर आएंगे, अगर अपनी मानसिक शक्ति का, शरीर की शक्ति का और धन की शक्ति का एक साथ इस्तेमाल करेंगे तो कामयाब हो जाएंगे। जो अम्बेडकर के असली वारिस होंगे और सच्चे और ईमानदार होंगे वही अम्बेडकर के सपने को पूरा करके दिखाएंगे। अगर अम्बेडकरवादी संगठनों के लीडर जिंदे होंगे तो एक साथ इकट्ठा होकर संघर्ष करके कामयाब हो जाएंगे। और थले उन्होंने लिखा मेघराज सिंह जी, मैं तो ये समझदा भी इन्हां सारिਆਂ ਨੂੰ ਇੰਨੇ ਔਖੇ ਔਖੇ ਲਫ਼ਜ਼ਾਂ 'ਚ ਕਹਿਣ ਦੀ ਬਜਾਏ ਕਹੋ ਜੀ ਸਿੱਖ ਹੋ ਜਾਓ, ਸਿੱਖੀ 'ਚ ਆ ਕੇ ਤੁਹਾਨੂੰ ਬ੍ਰਾਹਮਣਵਾਦ ਸਮਝ ਆਏਗਾ, ਰਲ ਕੇ ਲੜੀਏ ਜੀ ਇਹਨਾਂ ਦੇ ਖਿਲਾਫ। ਬਾਕੀ ਨਾ ਕੋਈ ਅੰਬੇਦਕਰਵਾਦੀ ਹੈ, ਇਹ ਵੀ ਆਪੋ ਆਪਣੇ ਉਹਨਾਂ ਨੇ ਜਿਹੜੇ ਨੇ ਗਰੁੱਪ ਬਣਾ ਲਏ ਨੇ, ਉਨੇ ਕੁ 'ਚ ਉਹਨਾਂ ਦਾ ਜਿਹਨੂੰ ਹਲਵਾ ਮਾਂਡਾ ਚੱਲਦਾ ਹੈ ਤੇ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ। ਔਰ ਇਸ ਸਭ ਦੇ ਉੱਤੇ ਸਿੱਖ ਤੜਫ ਰਹੇ ਨੇ। ਮੈਂ ਦੇਖਦਾ ਵੀ ਜਿਹੜੀ ਗਿਣਤੀ ਜਦੋਂ ਅੱਜ ਵੀ ਉਹ ਕਹਿਣਗੇ ਜੀ ਜੇ ਅੰਬੇਦਕਰ ਨੂੰ ਉਸ ਵੇਲੇ ਨਾ ਰੋਕਦੇ ਅਕਾਲੀ ਤੇ 9 ਕਰੋੜ ਸਿੱਖ ਬਣ ਜਾਣੇ ਸੀ, ਚਲੋ ਨਹੀਂ ਬਣੇ, ਬੁੱਧਿਸਟ ਬਣ ਗਏ, ਕੁਝ ਹੋਰ ਬਣ ਗਏ, ਉਹ ਕਿੱਥੇ ਹੈ ਉਹਨਾਂ ਦਾ ਵਿਰੋਧ? ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦਾ। ਇੱਕ ਦੋ ਟਾਕ ਸ਼ੋ ਉਹਨਾਂ ਦੇ ਨਹੀਂ ਜਿਹੜੇ ਕਰਦੇ ਨੇ, ਬਾਕੀ ਸਭ ਜਿਹੜੇ ਨੇ ਉਹ ਸੁੱਤੇ ਹੋਏ ਨੇ। ਸਰ ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਜੀ ਮੇਰੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਖਾਲਿਸਤਾਨ ਦਾ ਵਿਰੋਧ ਕਰਦੇ ਨੇ ਉਹਨਾਂ ਦਾ ਇਹ ਕੰਮ ਹੈ ਕਿ ਕੁੱਤੇ ਵਾਂਗ ਭੌਂਕਣਾ, ਕਿਉਂਕਿ ਇਹਨਾਂ ਦਾ ਦਿਮਾਗ ਹੀ ਗਿੱਟਿਆਂ ਤੇ ਲੱਗਾ ਹੋਇਆ।
ਤੁਸੀਂ ਇਹ ਵੀ ਦੇਖਿਆ ਹੋਣਾ ਹੈ ਕਿ ਪਿੰਡਾਂ ਵਿੱਚ ਰਾਤ ਨੂੰ ਜਦੋਂ ਇੱਕ ਕੁੱਤਾ ਉੱਚੀ ਉੱਚੀ ਰੋਂਦਾ ਹੈ ਤਾਂ ਦੂਸਰੇ ਕੁੱਤੇ ਵੀ ਉੱਚੀ ਉੱਚੀ ਰੋਣ ਲੱਗ ਜਾਂਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਰੋ ਕਿਉਂ ਰਿਹਾ ਹੈ, ਸਿਰਫ ਇਹਨਾਂ ਦਾ ਵੀ ਕੰਮ ਕੁੱਤਿਆਂ ਵਾਲੇ ਹੀ ਹਨ। ਖਾਲਿਸਤਾਨ ਜ਼ਿੰਦਾਬਾਦ। ਤੁਸੀਂ ਤੁਹਾਡੀ ਢਿੱਲੋਂ ਸਾਹਿਬ ਲਿਖਤ ਜਿਹੜੀ ਹੈ ਸੈਲਫ ਐਕਸਪਲੇਨੇਟਰੀ ਹੈ, ਇਸ ਤੇ ਮੈਂ ਹੁਣ ਕੀ ਕਮੈਂਟ ਕਰਾਂ। ਦੀਪ ਸਿੰਘ ਕਹਿੰਦੇ ਨੇ ਬ੍ਰਾਹਮਣਵਾਦੀ ਹਿੰਦੂ ਤੋਂ ਵੀ ਜੁੱਤੀ ਦੇ ਯਾਰ ਨੇ, 800 ਸਾਲ ਜੁੱਤੀ ਫਿਰੀ ਹੈ ਇਹਨਾਂ ਦੇ, ਲੱਗਦਾ ਹੁਣ ਸਮਾਂ ਨੇੜੇ ਆ ਰਿਹਾ ਇਹਨਾਂ ਦੇ ਫਿਰ ਜੁੱਤੀ ਫਿਰਨ ਦਾ। ਅਗਾਂਹ ਰਹਿੰਦੀ ਦੁਨੀਆ ਤੱਕ ਇਹ ਮੂਤ ਪੀਣੀ ਕੌਮ ਕਦੇ ਰਾਜ ਨਹੀਂ ਕਰ ਸਕੇਗੀ। ਤੁਹਾਡੇ ਮੂੰਹ 'ਚ ਘਿਓ ਸ਼ੱਕਰ ਤੇ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ। ਔਰ ਜਿਹਨੂੰ ਸਿਆਣੇ ਕਹਿੰਦੇ ਨੇ ਕਿ ਭਾਈ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਇਹਨਾਂ ਦੇ ਨਾਲ ਤੁਸੀਂ ਅਕਲ, ਕਿਉਂਕਿ ਅਕਲ 'ਚ ਤਾਂ ਬੇਈਮਾਨੀ ਨੂੰ ਹੀ ਇਹਨਾਂ ਨੇ ਰੱਖਣਾ, ਉਹਦੇ ਨਾਲ ਇਹਨਾਂ ਦਾ ਟਾਕਰਾ ਨਹੀਂ ਕਰ ਸਕਦੇ। ਜਿਹੜੀ ਇੱਕ ਛੋਟੀ ਜਿਹੀ ਵੀਡੀਓ ਮਿੰਟ ਡੇਢ ਮਿੰਟ ਦੀ ਜਿਹਨੇ ਅੱਜ ਮੇਰਾ ਖਿਆਲ ਹੈ ਵੀ ਦੁਨੀਆ ਜਿੱਥੇ ਵੀ ਕਿਸੇ ਸਿੱਖ ਨੇ ਦੇਖੀ ਉਸ ਨੂੰ ਇਹ ਰਿਅਲਾਈਜ਼ ਜ਼ਰੂਰ ਹੋਇਆ ਕਿ ਗੁਲਾਮੀ ਕੀ ਹੁੰਦੀ ਹੈ। 3 ਸਿੱਖ ਬੱਚੇ ਜਿਨ੍ਹਾਂ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਕਿਰਪਾਲ ਸਿੰਘ 14 ਸਾਲ ਦਾ ਇਸ ਦੁਨੀਆ 'ਚ ਨਹੀਂ ਹੈ, ਉਹਨੂੰ ਲਿੰਚਿੰਗ ਦੇ ਨਾਲ ਮਾਰਿਆ। ਔਰ 2 ਜਿਹੜੇ ਬਹੁਤ ਜ਼ਖਮੀ ਹਾਲਤਾਂ 'ਚ ਵੱਡੇ ਵੱਡੇ ਉਹਨਾਂ ਦੇ ਜੂੜੇ ਖੁੱਲੇ ਹੋਏ ਕੇਸ ਮੂੰਹ ਦੇ ਉੱਤੇ ਵੀ, ਔਰ ਜਿਵੇਂ ਉਹ ਤੁਰ ਰਹੇ ਸੀ। ਔਰ ਅਵਤਾਰ ਸਿੰਘ ਅਰਜਨ ਸਿੰਘ 16 ਤੇ 15 ਸਾਲ ਦੇ, ਔਰ ਉਹ ਹਿੰਦੂ ਤੋਂ ਵੀ ਭੀੜ ਜਿਹੜੀ ਆ ਉਹ ਆਲੇ ਦੁਆਲੇ ਉਹਨਾਂ ਨੂੰ, ਉਹ ਡਿੱਗੇ ਵੀ ਜਿਹੜੇ ਉੱਠ ਰਹੇ ਨੇ ਉਹਨਾਂ ਦੇ ਉੱਤੇ ਵੀ ਅੱਗੋਂ ਵਾਰ ਕਰ ਰਹੇ ਨੇ। ਔਰ ਇਹ ਜਦੋਂ ਉਹਨਾਂ ਦੀ ਡਿਟੇਲ ਸਾਹਮਣੇ ਆਈ ਸੋ ਜ਼ਾਹਿਰ ਹੈ ਕਿ ਇਹ ਮਹਾਰਾਸ਼ਟਰ ਜ਼ਿਲ੍ਹੇ ਦਾ ਪਰਭਾਣੀ ਡਿਸਟ੍ਰਿਕਟ ਹੈ, ਉਹ ਖਲਾੜ ਪਿੰਡ ਹੈ, ਉਸ ਬਾਰੇ ਹੈ। ਔਰ SGPC ਨੇ ਵੀ ਇਸ ਦੇ ਉੱਤੇ ਜਿਹੜਾ ਟਵੀਟ ਕੀਤਾ ਹੈ। ਔਰ ਉਸ ਦੇ ਨਾਲ ਨਾਲ ਇੱਕ ਹੋਰ ਖਬਰ ਦਾ ਵੀ ਸੋਰਸ ਇਹ ਦੱਸਦਾ ਹੈ ਕਿ ਭਾਈ ਇਹਨਾਂ ਇਹ ਵਿਚਾਰੇ ਗਰੀਬ ਵਣਜਾਰੇ ਸਿੱਖਾਂ ਦੇ, ਔਰ ਉਹ ਕਿਉਂਕਿ ਝੁੱਗੀਆਂ ਝੌਂਪੜੀਆਂ 'ਚ ਰਹਿੰਦੇ ਨੇ, ਉਹਨਾਂ ਦੇ ਕੋਲ ਕੋਈ ਹੈ ਨਹੀਂ ਟਿਕਾਣੇ ਵੀ, ਤੇ ਉਹਨਾਂ ਦਾ ਗੁਜ਼ਰ ਵੀ ਕੀ ਹੁੰਦਾ, ਜਾਂ ਕੁਕੜੀਆਂ ਪਾੜ ਲਈਆਂ ਜਾਂ ਸੂਰ ਪਾੜ ਲਏ ਜਾਂ ਕੋਈ ਹੋਰ ਇਸ ਕਿਸਮ ਦੇ ਧੰਦੇ। ਔਰ ਜਦੋਂ ਵੀ ਕੋਈ ਕ੍ਰਾਈਮ ਏਰੀਆ 'ਚ ਹੁੰਦਾ ਉਹਨਾਂ ਸਾਰਿਆਂ ਨੂੰ ਚੁੱਕ ਕੇ ਲੈ ਜਾਂਦੇ ਨੇ, ਉਹਨਾਂ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ ਹੋਇਆ। ਸੋ ਉਹ ਉਹਨਾਂ ਦੇ ਸੂਰ ਕਿਤੇ ਉਹਨਾਂ ਦੀ ਹੱਦ ਤੋਂ ਚਲੇ ਗਏ, ਉਹ ਲੱਭਣ ਉਹਨਾਂ ਨੂੰ ਗਏ ਹੋਣੇ ਨੇ। ਔਰ ਉਹਨਾਂ ਨੇ ਕਿਵੇਂ ਇਹ ਹਿੰਦੂ ਤਵੀਆਂ ਨੇ ਹਾਲਾਂ ਪਹਿਲਾਂ ਇਸ ਨੂੰ ਮੁਸਲਮਾਨਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਪਰ ਬਾਅਦ 'ਚ ਪਟੇਲ ਦਾ ਨਾਂ ਆਇਆ ਜੋ ਉਹਨਾਂ ਦਾ ਹਸ਼ਰ ਕੀਤਾ, ਇੱਕ ਜਿਹੜਾ ਉਹਨੂੰ ਮਾਰ ਦਿੱਤਾ। ਔਰ ਜੇ ਹੁਣ SGPC ਨੇ ਨੋਟਿਸ ਲਿਆ ਮਾੜਾ ਮੋਟਾ ਕੇਸ ਹੋਏਗਾ, ਪਰ ਕਿਉਂਕਿ ਇਹ ਆਲਰੇਡੀ ਕ੍ਰਿਮੀਨਲ ਟ੍ਰਾਈਬ ਵਾਲੇ ਨੇ ਉਹਨਾਂ ਦੇ ਕਿਤੇ ਨਹੀਂ ਜਾਣਾ ਇਸ ਕੇਸ ਨੇ। ਲੇਕਿਨ ਅਸੀਂ ਅੱਗੇ ਵੀ ਇਹ ਕਿਹਾ ਸੀ ਕਿ ਜਦੋਂ ਵਰਲਡ ਸਿੱਖ ਪਾਰਲੀਮੈਂਟ ਦਾ ਟੋਰਾਂਟੋ ਦੇ ਵਿੱਚ ਸਮਿਟ ਹੋਈ ਪਿਛਲੇ ਸਾਲ, ਉਸ ਦਾ ਇੱਕ ਮਤਾ ਸੀ। ਹੁਣ ਪਿਛਲੇ ਦਿਨਾਂ 'ਚ ਪਿਛਲੇ ਕਈ ਹਫ਼ਤੇ ਰਿਹਾ ਜੀ ਫਲਾਂ ਥਾਂ ਭਈਏ ਨੇ ਸਿੱਖ ਬਜ਼ੁਰਗ ਦੀ ਦਸਤਾਰ ਲਾ ਦਿੱਤੀ, ਫਲਾਣੀ ਥਾਂ ਇਹ ਕੀਤਾ, ਬੱਚਿਆਂ ਦੇ ਨਾਲ ਜੁਰਮ ਵੀ ਸ਼ੁਰੂ ਹੋਇਆ, ਬੱਚੇ ਕਿਡਨੈਪ ਵੀ ਬੜੀ ਤੇਜ਼ੀ ਨਾਲ ਹੋ ਰਹੇ ਨੇ, ਸਭ ਰੌਲਾ ਪਾ ਰਹੇ ਨੇ ਜੀ ਡੈਮੋਗ੍ਰਾਫੀ ਬਦਲ ਰਹੀ ਹੈ ਉਹਨਾਂ ਦੀ, ਪਰ ਸੋਲੂਸ਼ਨ ਵੀ ਤਾਂ ਕੋਈ ਹੈ। ਔਰ ਵਰਲਡ ਸਿੱਖ ਪਾਰਲੀਮੈਂਟ ਦਾ ਉਹ ਰੈਜ਼ੋਲੂਸ਼ਨ ਜਿਸ ਦੇ ਉੱਤੇ ਆਲਰੇਡੀ ਕੁਝ ਲੋਕ ਜ਼ਰੂਰ ਕੰਮ ਕਰ ਰਹੇ ਨੇ, 70ਵਿਆਂ ਤੋਂ ਕਰ ਰਹੇ ਨੇ, ਪਰ ਉਸ ਲੈਵਲ ਤੇ ਨਹੀਂ ਜਦੋਂ ਅਸੀਂ ਲੱਖਾਂ ਦੀ ਗਿਣਤੀ ਕਹਿੰਦੇ ਆ ਵਣਜਾਰੇ ਸਿੱਖਾਂ ਦੀ। ਹਾਲਾਂ ਕੁਝ ਉਹਨੂੰ ਕਰੋੜਾਂ 'ਚ ਕਹਿੰਦੇ ਨੇ, ਮੈਨੂੰ ਨਹੀਂ ਪਤਾ ਹੈ ਕਿੰਨੀ ਕੁ ਹਕੀਕਤ ਹੈ। ਪਰ ਇੱਕ ਹੱਲ ਜਿਹੜਾ ਉਸ ਰੈਜ਼ੋਲੂਸ਼ਨ 'ਚ ਸੀ ਕਿ ਭਾਈ ਪੰਜਾਬ ਦੇ ਵਿੱਚ ਇੱਕ ਪਾਸੇ ਜਿਹੜੇ ਬਾਹਰ ਆ ਜਾਂਦੇ ਨੇ, ਘਰਾਂ ਦੇ ਵਿੱਚ ਭਈਏ ਬਿਠਾਏ ਹੋਏ ਨੇ, ਕੋਠੀਆਂ ਬਣਾਈਆਂ ਹੋਈਆਂ ਦੁਆਬਾ ਰੀਜਨ 'ਚ ਤਾਂ ਖਾਸ ਤੌਰ ਤੇ, ਹੁਣ ਮਾਲਵੇ 'ਚ ਵੀ ਇਹ ਟ੍ਰੈਂਡ ਹੈ। ਔਰ ਦੂਸਰੇ ਪਾਸੇ ਜ਼ਮੀਨਾਂ ਦੇ ਵਿੱਚ ਤੁਸੀਂ UP ਬਿਹਾਰ ਦੀ ਲੇਬਰ ਦੇ ਉੱਤੇ ਡਿਪੈਂਡ ਕਰਦੇ ਹੋ ਕਿ ਭਾਈ ਉਹ ਆਉਣਗੇ, ਉਹ ਤੁਹਾਡੇ ਕ੍ਰਾਈਮ ਵੀ ਕਰ ਰਹੇ ਨੇ, ਤੁਹਾਡੇ ਬੱਚੇ ਵੀ ਚੁੱਕ ਰਹੇ ਨੇ, ਫਿਰ ਪੰਜਾਬ 'ਚ ਸੈਟਲ ਹੋਣ ਦੇ ਨਾਂ ਥੱਲੇ ਕੋਈ ਸਬਜ਼ੀ ਫਰੋਸ਼ ਬਣ ਗਿਆ, ਕੋਈ ਟੈਕਨੀਕਲ, ਉਹ ਤੁਹਾਨੂੰ ਆਪਣੀਆਂ ਟਰਮਸ ਦੇ ਉੱਤੇ ਜ਼ਲੀਲ ਕਰਦੇ ਨੇ। ਤੇ ਇੱਕ ਪਾਸੇ ਤੁਹਾਡੇ ਆਪਣੇ ਲੱਖਾਂ ਭੈਣ ਭਰਾ ਜਿਹੜੇ ਨੇ, ਜਿਹੜੇ ਕਿਹਨਾਂ ਹਾਲਾਤਾਂ 'ਚ ਉਹਨਾਂ ਨੇ ਸਿੱਖੀ ਨਿਭਾਈ ਹੈ, ਉਹਨਾਂ ਜੰਗਲਾਂ ਦੇ ਵਿੱਚ ਜਿਸ ਲੈਵਲ ਦੇ ਉੱਤੇ ਉਹਨਾਂ ਦੇ ਨਾਲ ਡੀਲ ਕੀਤਾ ਜਾਂਦਾ ਹੈ ਕਿ ਭਾਈ ਉਹਨਾਂ ਨੂੰ ਪੰਜਾਬ 'ਚ ਲਿਆਓ। ਖੇਤੀਬਾੜੀ ਸੈਕਟਰ 'ਚ ਵੀ ਉਹ ਡੈਡੀਕੇਟਡ ਸਿੱਖ ਨੇ, ਮਿਹਨਤੀ ਨੇ, ਉਹ ਤੁਹਾਡੇ ਖੇਤਾਂ 'ਚ ਵੀ ਕੰਮ ਕਰਨਗੇ। ਉਹਨਾਂ ਨੂੰ ਆਪਣੀਆਂ ਕੋਠੀਆਂ ਘਰਾਂ ਦੇ ਵਿੱਚ ਜਿਹੜੇ ਖਾਲੀ ਪਏ ਹੋਏ ਨੇ ਉਹਨਾਂ ਦੀ ਹਿਫਾਜ਼ਤ ਲਈ ਰੱਖੋ, ਵਧੀਆ ਹਿਫਾਜ਼ਤ ਵੀ ਕਰਨਗੇ। ਇਹ ਤੁਹਾਡਾ ਜਿਹੜਾ ਆਬਾਦੀ ਦਾ ਤਵਾਜ਼ੁਨ ਹੈ ਵਿਗਾੜ ਰਹੇ ਨੇ, ਇਹ ਇਹਨਾਂ ਨੂੰ ਹਿੰਦੂ ਬੈਲਟ 'ਚੋਂ ਲਿਆ ਕੇ ਲੋਕਾਂ ਨੂੰ ਉਹਨੂੰ ਵੀ ਠੀਕ ਕਰ ਦਿੰਦਾ ਹੈ, ਆਪਣੇ ਬੱਚਿਆਂ ਨੂੰ ਵੀ ਰੁਜ਼ਗਾਰ ਹੁੰਦਾ ਹੈ। ਔਰ ਹੋਰ ਤੁਹਾਡੀ ਅਮੀਰੀ ਨੂੰ ਚੱਟਣਾ ਇੱਥੇ ਬੈਠਿਆਂ ਦੀ ਨੂੰ, ਜੇ ਤੁਹਾਨੂੰ ਇਹ ਫਿਕਰ ਨਹੀਂ ਫਿਰ ਤਾਂ ਗੱਲਾਂ ਹੀ ਰਹਿ ਜਾਂਦੀਆਂ ਨੇ ਕਿ ਭਾਈ ਜ਼ਲੀਲ ਹੋਈ ਜਾਓ, ਇਹ ਵੀ ਕਹੀ ਜਾਓ ਜੇ ਭਈਏ ਆ ਗਏ, ਇੱਥੇ ਹੋ ਗਿਆ, ਉਹ ਹੋ ਗਿਆ, ਸੋਸ਼ਲ ਮੀਡੀਆ ਤੇ ਵਾਇਰਲ ਕਰੀ ਜਾਓ ਇੱਕ ਦੂਜਿਆਂ ਨੂੰ ਭੇਜ ਕੇ ਕਿ ਭਾਈ ਆਹ ਸਾਡੇ ਨਾਲ ਹੋ ਰਿਹਾ। ਮੈਂ ਸਮਝਦਾ ਇਹੀ ਹੱਲ ਹੈ। ਔਰ ਇਸ ਬਾਰੇ ਕਿਉਂਕਿ ਆਲਰੇਡੀ
ਸਾਡੇ ਜਿਹੜੇ ਚਿੰਤਕ ਵੀਰ ਭੈਣਾਂ ਨੇ ਉਹ ਇਸ ਤੇ ਫਿਕਰਮੰਦ ਨੇ, ਚਿੰਤਾ ਵੀ ਕਰ ਰਹੇ ਨੇ। ਅੱਛਾ। ਇੱਕ ਚਿੰਤਕ ਫਿਕਰ ਕਰਨ ਵਾਲਾ ਹੁੰਦਾ, ਫਿਲਾਸਫਰ ਨੂੰ ਵੀ ਪੰਜਾਬੀ ਵਾਲਿਆਂ ਨੇ ਚਿੰਤਕ ਹੀ ਬਣਾਇਆ ਹੋਇਆ। ਔਰ ਇਸ ਦੇ ਉੱਤੇ ਸਾਨੂੰ ਖੁਸ਼ੀ ਹੋਏਗੀ ਕਿ ਜੇ ਕੋਈ ਵੀ ਵੀਰ ਭੈਣਾਂ ਇੱਥੇ ਵੀ ਔਰ ਜਿਹੜੇ ਪਿੱਛੇ ਜੁੜੇ ਹੋਏ ਨੇ, ਕਿਉਂਕਿ ਇਹ ਇੱਕ ਜ਼ਿੰਮੇਵਾਰੀ ਦਾ ਕੰਮ ਹੈ, ਇੱਕ ਪੂਰਾ ਪ੍ਰੋਜੈਕਟ ਹੈ। ਇਸ ਕਿਸਮ ਦੀਆਂ ਆਫਰਸ ਵੀ ਨੇ ਕਿ ਭਾਈ ਜਿੱਥੇ ਉਹ ਆਪਣੀ ਜ਼ਮੀਨ ਡੋਨੇਟ ਕਰਨ ਨੂੰ ਤਿਆਰ ਨੇ ਕੁਝ ਵੀਰ ਭੈਣਾਂ, ਕੁਝ ਆਪਣਾ ਘਰ ਦੇਣ ਨੂੰ ਤਿਆਰ ਨੇ। ਪਰ ਇਹ ਇਵੇਂ ਨਹੀਂ ਹੈ ਕਿ ਵੀ ਤੁਰੇ ਜਾਂਦੇ ਤੁਸੀਂ ਕਿਸੇ ਨੂੰ ਲਿਆਤਾ ਬਿਠਾਤਾ, ਮੁੜ ਕੇ ਉਹਦੀ ਜ਼ਿੰਮੇਵਾਰੀ ਕਿਹਦੇ ਕੋਲ ਹੈ। ਇਹ ਇੱਕ ਪੂਰੀ ਸੰਸਥਾ ਦੇ ਰੂਪ ਦੇ ਵਿੱਚ ਕੋਈ ਵੀ, ਔਰ ਇਹ ਕੋਈ ਔਖਾ ਕੰਮ ਨਹੀਂ ਹੈ, ਇਹ ਡੂਏਬਲ ਹੈ ਔਰ ਇਹੀ ਪਰਮਾਨੈਂਟ ਸੋਲੂਸ਼ਨ ਹੈ। ਇਹ ਤੁਹਾਡਾ ਜਿਹੜੀ ਡੈਮੋਗ੍ਰਾਫੀ ਚੇਂਜ ਹੈ ਉਹਦਾ ਵੀ ਜਵਾਬ ਹੈ। ਔਰ ਤੁਸੀਂ ਪੰਜਾਬ ਦੇ ਵਿੱਚ ਆਪਣੀ ਪੋਪੂਲੇਸ਼ਨ ਜਾਂ ਉਹਨਾਂ ਆਪਣੇ ਗਰੀਬ ਗੁਰਸਿੱਖ ਵੀਰਾਂ ਭੈਣਾਂ ਨੂੰ ਜਿਨ੍ਹਾਂ ਦਾ ਸਿੱਖੀ ਨਾਲ ਇਸ਼ਕ ਹੈ, ਕਿਹਨਾਂ ਹਾਲਾਤਾਂ 'ਚ ਉਹਨਾਂ ਨੇ ਸਿੱਖੀ ਨੂੰ ਨਿਭਾਇਆ, ਇਹ ਤੁਸੀਂ ਗੁਰੂ ਸਾਹਮਣੇ ਵੀ ਮੂੰਹ ਦਿਖਾਉਣ ਵਾਲੇ ਹੋਗੇ ਕਿ ਭਾਈ ਅਸੀਂ ਸਿਰਫ ਇਹ ਪੜ੍ਹਦੇ ਹੀ ਨਹੀਂ, ਅਰਦਾਸ ਅਕਾਲ ਪੁਰਖ ਤੋਂ ਮੰਗਦੇ ਹੀ ਨਹੀਂ ਹੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਿਆਇਤ। ਅਸੀਂ ਸੱਚਮੁੱਚ ਜਿਹੜਾ ਇਹਨਾਂ ਗਰੀਬ ਸਿੱਖਾਂ ਦੇ ਲਈ ਵੀ ਉਨੇ ਹੀ ਫਿਕਰਮੰਦ ਹੈ ਜਿੰਨੇ ਅਸੀਂ ਆਪਣੇ ਬੱਚੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਸਾਨੂੰ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।